ਸਤਿ ਸ਼੍ਰੀ ਅਕਾਲ। ਸਵਾਗਤ ਹੈ ਪੰਜਾਬ ਟੂਡੇ ਦੇ ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ। ਇਸ ਪ੍ਰੋਗਰਾਮ 'ਚ ਅਸੀਂ ਚਰਚਾ ਕਰਦੇ ਹਾਂ ਪੰਜਾਬ ਦੇ ਉਹਨਾਂ ਮਸਲਿਆਂ ਦੀ ਜੋ ਅਹਿਮ ਨੇ ਤੇ ਸਾਡੀ ਜ਼ਿੰਦਗੀ ਨਾਲ ਸਿੱਧੇ ਅਸਿੱਧੇ ਤੌਰ ਨਾਲ ਜੁੜੇ ਹੋਏ ਨੇ ਤੇ ਸਾਡੀ ਜ਼ਿੰਦਗੀ ਨੂੰ, ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ। ਤੇ ਅੱਜ ਵੀ ਇਹੋ ਜਿਹਾ ਮਸਲਾ ਇੱਕ ਸਾਡੇ ਸਾਹਮਣੇ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ। ਇਸ ਵਿਧਾਨ ਸਭਾ ਦੇ ਸੈਸ਼ਨ ਦੀ ਬਹੁਤ ਚਰਚਾ ਹੋਈ ਕਿਉਂਕਿ ਪਿਛਲੇ ਦਿਨੀ ਇੱਕ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਗੱਲ ਹੋਈ। ਗਵਰਨਰ ਨੇ ਪਰਮਿਸ਼ਨ ਦੇਤੀ, ਫਿਰ ਪਰਮਿਸ਼ਨ ਕੈਂਸਲ ਹੋਈ ਤੇ ਗਵਰਨਰ ਆਫ ਪੰਜਾਬ ਤੇ ਪੰਜਾਬ ਸਰਕਾਰ ਦੇ ਵਿਚਾਲੇ ਇੱਕ ਤਨਾਤਨੀ ਬਣੀ ਰਹੀ। ਲਗਾਤਾਰ ਸ਼ਬਦੀ ਜੰਗ ਚੱਲਦੀ ਰਹੀ, ਟਵਿੱਟਰ 'ਤੇ ਵੀ ਚੱਲਦੀ ਰਹੀ ਤੇ ਹੋਰ ਪਾਸੇ ਵੀ ਚਰਚਾ ਰਹੀ ਮੀਡੀਆ ਦੇ ਵਿੱਚ। ਤੇ ਕੱਲ੍ਹ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਹੋ ਸਕਦਾ ਹੈ, ਕਿਹੜੇ ਅਹਿਮ ਫੈਸਲੇ ਲਏ ਜਾ ਸਕਦੇ ਆ, ਕੀ ਏਜੰਡਾ ਹੋਊਗਾ, ਇਹਦੇ ਬਾਰੇ ਚਰਚਾ ਕਰਦੇ ਹਾਂ ਅੱਜ। ਸਾਡੇ ਨਾਲ ਜੁੜੇ ਹੋਏ ਨੇ ਜੀ ਆਮ ਆਦਮੀ ਪਾਰਟੀ ਤੋਂ ਗੋਵਿੰਦਰ ਮਿੱਤਲ ਜੀ ਤੇ ਦੀਵਾਨ ਅਮਿਤ ਅਰੋੜਾ ਜੀ ਹੈ ਬੀਜੇਪੀ ਤੋਂ, ਪਰਮਵੀਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਵਿਨੋਦ ਭਾਰਤੀ ਜੀ ਕਾਂਗਰਸ ਤੋਂ। ਸਵਾਗਤ ਹੈ ਜੀ ਤੁਹਾਡਾ। ਗੋਵਿੰਦਰ ਜੀ, ਆਪਾਂ ਸ਼ੁਰੂਆਤ ਕਰਦੇ ਹਾਂ। ਕੱਲ੍ਹ ਦਾ ਜਿਹੜਾ ਸੈਸ਼ਨ ਬੁਲਾਇਆ ਗਿਆ ਇਹਦਾ ਏਜੰਡਾ ਕੀ ਹੈ ਤੇ ਕਿਹੜੇ ਕਿਹੜੇ ਮਸਲਿਆਂ ਤੇ ਗੱਲ ਕੀਤੀ ਜਾਊਗੀ, ਕਿਹੜੇ ਪੰਜਾਬ ਹਿੱਤਾਂ ਤੇ ਗੱਲ ਕੀਤੀ ਜਾਊਗੀ? ਦੇਖੋ ਅਮਨਦੀਪ ਸਿੰਘ ਜੀ, ਗੱਲ ਇਹ ਆ ਕਿ ਸੈਸ਼ਨ ਜਿਹੜਾ ਹੈਗਾ ਸਰਕਾਰ ਨੇ ਬੁਲਾਇਆ ਤੇ ਇਹ ਕੱਲ ਨੂੰ ਸਪੈਸ਼ਲ ਸੈਸ਼ਨ ਹੈਗਾ ਜਿਹਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਹੈਗਾ ਸਰਕਾਰ ਨੇ ਗਵਰਨਰ ਨੂੰ ਲਿਖ ਕੇ ਭੇਜਿਆ ਕਿ ਇਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਵਿਚਾਰੇ ਜਾਣਗੇ, ਜਿਹਦੇ ਵਿੱਚ ਮੇਨ ਜਿਹੜਾ ਹੈਗਾ ਪਰਾਲੀ ਦਾ ਮੁੱਦਾ ਤੇ ਬਿਜਲੀ ਦਾ ਮੁੱਦਾ ਹੈਗਾ। ਤੇ ਉਸ ਤੋਂ ਇਲਾਵਾ ਹੋਰ ਵੀ ਜੋ ਸਰਕਾਰ ਦਾ ਏਜੰਡਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਜੋ ਤੈਅ ਕੀਤਾ ਜਾਂ ਜੋ ਤੈਅ ਕਰੇਗੀ ਤੇ ਉਹ ਸਾਰੀਆਂ ਗੱਲਾਂ ਸੈਸ਼ਨ ਦੇ ਵਿੱਚ ਹੋਣਗੀਆਂ। ਤੇ ਇਸ ਕਰਕੇ ਹੀ ਜਿਹੜਾ ਹੈ ਵਿਧਾਨ ਸਭਾ ਦਾ ਸੈਸ਼ਨ ਪਹਿਲਾਂ ਵੀ ਕਾਲ ਕੀਤਾ ਗਿਆ ਸੀ ਤੇ ਹੁਣ 27 ਤਰੀਕ ਨੂੰ ਦੁਬਾਰਾ ਕਾਲ ਕੀਤਾ ਗਿਆ। ਜੀ ਜੀ ਗੋਵਿੰਦਰ ਜੀ, ਗੱਲ ਹੋ ਰਹੀ ਸੀ ਥੋੜ੍ਹੀ ਦੇਰ ਪਹਿਲਾਂ ਹੀ, ਮੈਂ ਬਾਕੀ ਲੋਕਾਂ ਨਾਲ ਵੀ ਗੱਲਬਾਤ ਕਰ ਰਿਹਾ ਸੀ ਤੇ ਇਹਦੇ ਵਿੱਚ ਇੱਕ ਗੱਲ ਵਾਪਸ ਆਈ। ਕਹਿੰਦੇ ਕਿ ਹੋ ਸਕਦਾ ਕਿ ਆਪਰੇਸ਼ਨ ਲੋਟਸ ਦੀ ਵੀ ਇਸ ਵਿਧਾਨ ਸਭਾ ਦੇ ਵਿੱਚ ਗੱਲ ਹੋਵੇ। ਕੀ ਇਹ ਵਾਜਿਬ ਹੈ ਕਿ ਉਹ ਆਪਰੇਸ਼ਨ ਲੋਟਸ ਦੀ ਵੀ ਗੱਲ ਹੋਊਗੀ ਇਸ ਸੈਸ਼ਨ ਦੇ ਵਿੱਚ? ਨਹੀਂ ਦੇਖੋ, ਹੋ ਸਕਦੀ ਹੈ ਅਗਰ ਕੋਈ ਇਦਾਂ ਦਾ ਇਨਸੀਡੈਂਟ ਪੰਜਾਬ ਦੇ ਵਿੱਚ ਹੋਣ ਜਾ ਰਿਹਾ, ਅਗਰ ਕੋਈ ਕੇਂਦਰ ਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਕੋਈ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਿਉਂ ਨਹੀਂ ਉਹਦਾ ਅਸੈਂਬਲੀ ਦੇ ਵਿੱਚ ਖੁਲਾਸਾ ਹੋਣਾ ਚਾਹੀਦਾ, ਕਿਉਂ ਨਹੀਂ ਸੈਸ਼ਨ ਦੇ ਵਿੱਚ ਖੁਲਾਸਾ ਹੋਣਾ ਚਾਹੀਦਾ। ਪੰਜਾਬ ਦੀ ਜਨਤਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੈਂਡੇਟ ਦਿੱਤਾ ਹੈ ਸਰਕਾਰ ਨੂੰ, 92 ਐਮਐਲਏ ਤੇ 42% ਵੋਟ ਦਿੱਤਾ, ਤੇ ਉਹਨਾਂ ਨੂੰ ਵੀ ਤਾਂ ਪਤਾ ਚੱਲੇ ਕਿ ਕੀ ਚੱਲ ਰਿਹਾ ਤੇ ਕਿਉਂ ਨਾ ਚੱਲੇ, ਕਿਉਂਕਿ ਉਹਨਾਂ ਨੂੰ ਸੈਸ਼ਨ ਤੇ ਭਰੋਸਾ, ਉਹਨਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਤੇ ਭਰੋਸਾ ਤੇ ਉਹਨਾਂ ਨੂੰ ਚੁਣੀ ਹੋਈ ਸਰਕਾਰ ਤੇ ਭਰੋਸਾ। ਤੇ ਅਗਰ ਕੋਈ ਇਦਾਂ ਦੇ ਗਲਤ ਹੱਥਕੰਡੇ ਵਰਤ ਰਿਹਾ ਤੇ ਉਹ ਜ਼ਰੂਰ ਐਕਸਪੋਜ਼ ਹੋਣਾ ਚਾਹੀਦਾ। ਇਹਦੇ ਵਿੱਚ ਕਿਸੇ ਨੂੰ ਡਰ ਕੀ ਆ? ਅਗਰ ਕਿਸੇ ਨੇ ਕੋਈ ਗਲਤ ਕੀਤਾ ਨਹੀਂ ਤੇ ਇਹ 'ਚ ਡਰਨ ਦੀ ਕੀ ਲੋੜ ਆ? ਜੀ ਦੀਵਾਨ ਅਮਿਤ ਅਰੋੜਾ ਜੀ, ਸਰ ਭਾਜਪਾ ਤੇ ਆਰੋਪ ਲੱਗੇ ਸੀ ਸਿੱਧੇ ਸਿੱਧੇ ਆਪਰੇਸ਼ਨ ਲੋਟਸ ਦੇ, ਤੇ ਗੋਵਿੰਦਰ ਮਿੱਤਲ ਜੀ ਵੀ ਦੱਸ ਰਹੇ ਕਿ ਹੋ ਸਕਦਾ ਕਿ ਕੱਲ੍ਹ ਦੇ ਸੈਸ਼ਨ ਦੇ ਵਿੱਚ ਇਹ ਏਜੰਡਾ ਵੀ ਰਹੇ, ਇਹ ਵੀ ਲੋਕਾਂ ਦੇ ਸਾਹਮਣੇ ਗੱਲ ਰੱਖੀ ਜਾਵੇ ਕਿ ਆਪਰੇਸ਼ਨ ਲੋਟਸ ਕਿਵੇਂ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ। ਨਹੀਂ ਜੀ ਨਹੀਂ, ਮੈਂ ਤਾਂ ਅਮਨਦੀਪ ਜੀ, ਮੈਂ ਤਾਂ ਇਸ ਚੀਜ਼ ਦਾ ਵੈਲਕਮ ਕਰਾਂਗਾ ਜੀ। ਮੈਂ ਤਾਂ ਇਹ ਕਹਾਂਗਾ ਕਿ ਸਰਕਾਰ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੱਲ੍ਹ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਉਹ ਨੰਬਰ ਜਾਰੀ ਕਰਨੇ ਚਾਹੀਦੇ ਆ ਜਿੱਥੋਂ ਟੈਲੀਫੋਨ ਆਏ ਬਈ ਇਹ ਲੋਕਾਂ ਨੇ, ਇਹ ਭਾਜਪਾ ਦੇ ਲੋਕਾਂ ਨੇ ਇਹਨਾਂ ਦੇ ਐਮਐਲਏ ਨੂੰ ਸੰਪਰਕ ਕੀਤਾ, ਉਹਨਾਂ ਦੇ ਨਾਮ ਵੀ ਜਨ ਤੱਕ ਹੋਣੇ ਚਾਹੀਦੇ ਜੀ। ਇਹਨਾਂ ਨੇ ਅਜੇ ਤੱਕ ਕਿਉਂ ਨਹੀਂ ਵਿਜੀਲੈਂਸ ਕਾਰਵਾਈ ਕੀਤੀ? ਤੁਸੀਂ ਦੇਖੋ ਡੀਜੀਪੀ ਦੇ ਕੋਲ ਇਹ ਆਪਣੀ ਕੰਪਲੇਂਟ ਦਰਜ ਕਰਾਈ ਇਹਨਾਂ ਨੇ, ਕਿਸੇ ਦਾ ਕੋਈ ਨਾਮ ਨਹੀਂ, ਕਿਸੇ ਦਾ ਕੋਈ ਨੰਬਰ ਨਹੀਂ, ਕੋਈ ਫੋਰੈਂਸਿਕ ਜਾਂਚ ਨਹੀਂ। ਸੋ ਗੱਲ ਇਹ ਹੈ ਕਿ ਇਹ ਕਾਰਟੂਨ ਨੈਟਵਰਕ ਹੈ, ਇਹ ਆਮ ਆਦਮੀ ਪਾਰਟੀ ਇਸ ਸੰਵਿਧਾਨ ਨੂੰ ਕੁਚਲਣਾ ਚਾਹੁੰਦੇ ਹੈ। ਕੋਈ ਏਜੰਡਾ ਨਹੀਂ ਹੈ, ਕੋਈ ਕੁਝ ਨਹੀਂ ਹੈ ਜੀ। ਹਰ ਚੀਜ਼ ਜਿਹੜੀ ਹੈ ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਤੁਸੀਂ ਦੇਖੋ ਕਿ ਇਹਨਾਂ ਨੇ ਕਿਹਾ ਕਿ ਸੀ, ਜੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ 6 ਮਹੀਨਿਆਂ ਦੇ ਵਿੱਚ ਨਿਲ ਬਟਾ ਨਿਲ ਰਿਜ਼ਲਟ, ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ। ਤੁਸੀਂ ਦੇਖੋ ਸਰ ਇਹਨਾਂ ਨੇ ਜੀ, ਇੱਕ ਮਿੰਟ ਮੇਰੀ ਗੱਲ ਪੂਰੀ ਕਰ ਦਿਓ ਜੀ ਜੀ। ਕੇਜਰੀਵਾਲ ਜੀ ਨੇ ਕੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ, ਇੱਕ ਵੀ ਕਿਸਾਨ ਆਤਮ ਹੱਤਿਆ ਨਹੀਂ ਕਰੂ। ਪਿਛਲੇ 6 ਮਹੀਨੇ 'ਚ 180 ਕਿਸਾਨ ਆਤਮ ਹੱਤਿਆ ਕਰ ਗਏ। ਕੇਜਰੀਵਾਲ ਜੀ ਕਹਿੰਦੇ ਸੀ ਕਿ ਕੋਈ ਵੀ ਪੰਜਾਬ ਦਾ ਨੌਜਵਾਨ ਵਿਦੇਸ਼ਾਂ 'ਚ ਨਹੀਂ ਜਾਊਗਾ। ਰੋਜ਼ ਪਲੇਨ ਦੇ ਪਲੇਨ ਭਰ ਕੇ ਜਾ ਰਹੇ ਆ। ਦੱਸੋ ਇਹਨਾਂ ਨੇ ਕੀ ਕਾਰਵਾਈ ਕੀਤੀ ਅਜੇ ਤੱਕ? ਕੀ ਕੰਮ ਕੀਤਾ? ਅੱਜ ਵੀ ਬੈਸਟ ਬ੍ਰੇਨ ਜਿਹੜਾ ਵਾ ਉਹ ਪੰਜਾਬ ਦਾ ਬਾਹਰ ਜਾ ਰਿਹਾ। ਅਜੇ ਤੱਕ ਇਸ ਚੀਜ਼ ਦੇ ਉੱਤੇ ਇਹਨਾਂ ਨੇ ਕੀ ਕੰਮ ਕੀਤਾ? ਇਹ ਕਹਿੰਦਾ ਜੀ ਅਸੀਂ 20,000 ਲੋਕਾਂ ਨੂੰ ਅਸੀਂ ਨੌਕਰੀਆਂ ਦੇ ਦਿੱਤੀਆਂ।
ਤੇ ਅੱਜ ਵੀ ਸੜਕਾਂ ਜਾਮ ਹੋਣ ਡਈਆਂ, ਅੱਜ ਵੀ ਬੇਰੁਜ਼ਗਾਰ ਜਿਹੜੇ ਅਧਿਆਪਕ ਆ ਅੱਜ ਵੀ ਸੜਕਾਂ ਤੇ ਸਟ੍ਰਾਈਕ ਕਰਨ ਡਏ। ਪੈਪਸੂ ਰੋਡਵੇਜ਼ ਔਰ ਪੰਜਾਬ ਰੋਡਵੇਜ਼ ਦੇ ਜਿੰਨੇ ਕੰਡਕਟਰ ਤੇ ਡਰਾਈਵਰ ਹੈ ਉਹ ਸਾਰੇ ਧਰਨੇ ਤੇ ਬੈਠੇ ਆ, ਤਨਖਾਹਾਂ ਨਹੀਂ ਮਿਲ ਰਹੀਆਂ ਜੀ ਸੋ ਬੁਰਾ ਹਾਲ ਹੈ। ਇਹਨਾਂ ਨੇ ਕਿਹਾ ਸੀ ਜੀ ਅਸੀਂ ਸਰਪਲਸ ਬਜਟ ਦੇਵਾਂਗੇ ਪੰਜਾਬ 'ਚ ਜਦੋਂ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ, ਜੀ ਤੇ ਫਿਰ ਕੇਂਦਰ ਦੀ ਸਰਕਾਰ ਕੋਲੋਂ ਕਿ ਮੰਗਣ ਚਲੇ ਜਾਂਦੇ ਆ, ਕਦੀ ਪਰਾਲੀ ਦਾ ਦੇ ਦਿਓ ਜੀ, ਕਦੀ ਸਾਨੂੰ 2 ਲੱਖ ਕਰੋੜ ਰੁਪਈਆ ਦੇ ਦਿਓ ਜੀ, ਕਿਉਂ ਮੰਗਣ ਜਾਂਦੇ ਆ? ਪਹਿਲੇ ਕਹਿੰਦੇ ਸੀ ਅਸੀਂ ਸਰਪਲਸ ਬਜਟ ਦੇਵਾਂਗੇ। ਰੇਤਾ ਇਹਨਾਂ ਨੇ ਕੀ ਕਿਹਾ ਸੀ? ਰੇਤਾ ਦੇ ਮਾਮਲੇ 'ਚ ਤਾਂ ਲੋਕਾਂ ਨੂੰ ਲੁੱਟਣ ਡਏ। ਅੱਜ ਵੀ ਇਹਨਾਂ ਦੇ ਐਮਐਲਏ 15,000 ਰੁਪਏ ਦੀ ਟਰਾਲੀ ਵਿਕ ਰਹੀ ਹੈ ਅੱਜ। ਗਲਤੀ ਦੇ ਨਾਲ ਅੱਜ ਜੇ ਕੋਈ ਮਕਾਨ ਬਣਾਉਣ ਨੂੰ ਹੱਥ ਪਾ ਲਵੇ ਕੋਈ ਬੰਦਾ, ਆਮ ਇਨਸਾਨ ਪੰਜਾਬ ਦਾ, ਉਹ ਕੰਨਾਂ ਨੂੰ ਹੱਥ ਲਾ ਕੇ ਘਰ ਬਹਿ ਜਾਂਦਾ। ਜੀ ਜੀ ਸੋ ਅਰੋੜਾ ਜੀ, ਇਹਨਾਂ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਕੱਲ ਵਿਧਾਨ ਸਭਾ ਦੇ ਵਿੱਚ। ਜੀ ਇਹਨਾਂ ਮੁੱਦਿਆਂ ਦੇ ਇਲਾਵਾ ਜਿਹੜੇ ਇਹਨਾਂ ਨੇ ਮੁੱਦੇ ਦੱਸੇ ਆ, ਜਿਹੜੇ ਰਾਜਪਾਲ ਨੂੰ ਦੱਸੇ ਗਏ ਆ ਮੁੱਦੇ, ਉਹਨਾਂ 'ਚ ਇੱਕ GST ਹੈ ਤੇ ਇੱਕ ਪਰਾਲੀ ਦਾ ਮਸਲਾ ਹੈ ਤੇ ਦੂਜਾ ਹੈ ਪਾਵਰ ਦਾ, ਜਿਹੜੀ ਪਾਵਰ ਦੀ ਅਵੇਲੇਬਿਲਿਟੀ ਪੰਜਾਬ ਦੇ ਵਿੱਚ ਹੈ। ਇਹ ਮਸਲੇ ਰੱਖੇ ਗਏ ਆ ਤੇ ਕੀ ਲੱਗਦਾ ਕਿ ਇਹਨਾਂ ਮਸਲਿਆਂ ਤੇ ਜੇ ਚਰਚਾ ਹੋਊਗੀ ਤਾਂ ਕੀ ਨਤੀਜਾ ਨਿਕਲ ਸਕਦਾ? ਕਿਉਂਕਿ ਪਾਵਰ ਦਾ ਕ੍ਰਾਈਸਿਸ ਆਉਣ ਵਾਲਾ ਵੱਡਾ ਕ੍ਰਾਈਸਿਸ ਹੈ ਪੰਜਾਬ ਦੇ ਵਿੱਚ ਵੀ, ਦੇਸ਼ ਦੇ ਵਿੱਚ ਵੀ, ਪੂਰੀ ਦੁਨੀਆ ਦੇ ਵਿੱਚ ਵੀ। ਅਮਨਦੀਪ ਜੀ, ਇਹਨਾਂ ਨੇ ਨਸ਼ਾ ਖਤਮ ਕਰਨ ਦੀ ਗਰੰਟੀ ਦਿੱਤੀ ਸੀ ਜੀ ਤੁਸੀਂ ਦੇਖੋ, ਰੋਜ਼ ਹਰ ਰੋਜ਼ ਨੌਜਵਾਨ ਧੀਆਂ ਆਪਣੇ ਆਪ ਨਸ਼ੇ ਦੇ ਨਾਲ ਟੀਕੇ ਲਾ ਕੇ, ਇੰਜੈਕਸ਼ਨ ਲਾ ਕੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਨੇ, ਨਸ਼ੇ ਦੀ ਗਰਤ ਦੇ ਵਿੱਚ ਡੁੱਬੇ ਹੋਏ ਨੇ। ਦੱਸੋ ਇਹਨਾਂ ਨੇ ਕੀ ਕੰਮ ਕੀਤਾ ਨਸ਼ੇ ਦੇ ਖਤਮ ਕਰਨ ਨੂੰ? ਉਲਟਾ ਸਾਡੇ CM ਸਾਹਿਬ ਜਾ ਕੇ ਉਹ ਜਰਮਨੀ 'ਚ ਜਾ ਕੇ ਚੰਨ ਚੜਾਏ। ਉੱਥੋਂ ਦੀਆਂ ਜਰਮਨੀ ਦੀਆਂ ਅਖਬਾਰਾਂ ਦੀਆਂ ਫੋਟੋਆਂ ਕਿਉਂ ਨਹੀਂ ਦਿਖਾਉਂਦੇ ਕੇਜਰੀਵਾਲ ਸਾਹਿਬ? ਮਨੀਸ਼ ਸਿਸੋਦੀਆ ਦੀਆਂ ਫੋਟੋਆਂ ਤਾਂ ਦਿਖਾਉਂਦੇ ਸੀ ਕਿ ਆਹ ਦੇਖੋ ਜੀ ਉੱਚ ਸਿੱਖਿਆ ਦੇ ਮਾਮਲੇ ਦੇ ਵਿੱਚ ਅਮਰੀਕਾ ਦੀਆਂ ਅਖਬਾਰਾਂ ਆ ਲਿਖ ਰਹੀਆਂ ਜੀ, ਤੇ ਜਰਮਨ ਟਾਈਮਸ ਨੇ ਜੋ ਲਿਖਿਆ ਉਹ ਕੇਜਰੀਵਾਲ ਸਾਹਿਬ ਕਿਉਂ ਨਹੀਂ ਮੀਡੀਆ ਨੂੰ ਦਿਖਾਉਂਦੇ? ਉਹ ਵੀ ਆਪਾਂ ਸਵਾਲ ਲਵਾਂਗੇ ਸਰ। ਨਹੀਂ, ਮੈਂ ਤਾਂ ਕਹਿੰਦਾ ਕਿ ਕੇਜਰੀਵਾਲ ਸਾਹਿਬ ਨੂੰ ਕੋਈ ਨਾ ਕੋਈ ਰਤਨ ਅਵਾਰਡ ਮੰਗਣਾ ਚਾਹੀਦਾ ਭਗਵੰਤ ਮਾਨ ਲਈ, ਕਿਉਂਕਿ ਉਹਨਾਂ ਨੇ ਰਤਨ ਅਵਾਰਡ ਮੰਗਿਆ ਸੀ ਨਾ, ਭਾਰਤ ਰਤਨ ਅਵਾਰਡ ਵੀ ਉਹਨੂੰ ਸਤਿੰਦਰ ਜੈਨ ਨੂੰ ਮਿਲਣਾ ਚਾਹੀਦਾ। ਭਗਵੰਤ ਮਾਨ ਵਾਸਤੇ ਕਿਉਂ ਨਹੀਂ ਮੰਗਿਆ? ਉਹਦੇ ਵਾਸਤੇ ਵੀ ਮੰਗਣਾ ਚਾਹੀਦਾ ਜੀ। ਪਰਮਵੀਰ ਜੀ, ਜਿਹੜੀ ਗੱਲਬਾਤ ਹੋ ਰਹੀ ਸੀ, ਇਹ ਸਾਰੇ ਮਸਲਿਆਂ ਦਾ ਇੱਕ ਉਹਨਾਂ ਨੇ ਓਵਰਵਿਊ ਦਿੱਤਾ ਅਰੋੜਾ ਜੀ ਨੇ ਕਿ ਪੰਜਾਬ ਦੇ ਵਿੱਚ ਇਹ ਮਸਲੇ ਵੱਡੇ ਹੈਗੇ ਨੇ। ਪਰ ਜਿਹੜੀ ਗੱਲ ਹੈ ਕਿ ਕੱਲ੍ਹ ਦਾ ਵਿਧਾਨ ਸਭਾ ਸੈਸ਼ਨ ਹੈ, ਕਿਉਂਕਿ ਇੱਕੋ ਵਿਧਾਨ ਸਭਾ ਦੇ ਵਿੱਚ ਸਾਰੇ ਮਸਲੇ ਨਹੀਂ ਨਿਬੇੜੇ ਜਾ ਸਕਦੇ, ਸਾਰੇ ਮਸਲਿਆਂ ਤੇ ਗੱਲ ਨਹੀਂ ਕੀਤੀ ਜਾ ਸਕਦੀ, ਸਿਲੈਕਟਿਵ ਮੁੱਦਿਆਂ ਤੇ ਗੱਲ ਕੀਤੀ ਜਾ ਸਕਦੀ ਹੈ ਤਾਂ ਕਿ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕੇ। ਤੇ ਕੱਲ੍ਹ ਲਈ ਜਿਹੜੇ 3 ਮੁੱਦੇ ਚੁਣੇ ਗਏ ਨੇ, ਕੀ ਲੱਗਦਾ ਹੈ ਕਿ ਉਹਨਾਂ ਲਈ ਸਰਕਾਰ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ ਜਾਂ ਜਾਣ ਦੀ ਕੋਸ਼ਿਸ਼ ਕਰ ਰਹੀ ਹੈ? ਦੇਖੋ ਅਮਨਦੀਪ ਜੀ, ਮੈਂ ਮਿੱਤਲ ਸਾਹਿਬ ਦੀ ਗੱਲ ਤੋਂ ਬੜਾ ਹੈਰਾਨ ਆ ਵੀ ਇਹ ਕਹਿ ਰਹੇ ਆ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ, ਵੀ ਅਗਰ ਖਰੀਦੋ ਫਰੋਖਤ ਹੋ ਰਹੀ ਹੈ ਅਸੀਂ ਪੰਜਾਬ ਨੂੰ ਦੱਸਣਾ ਚਾਹੁੰਦੇ ਆ। ਇਸੇ ਮੁੱਦੇ ਤੇ ਲੈ ਕੇ ਘੱਟੋ ਘੱਟ 4 ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ। ਇਹਨਾਂ ਦੇ ਅਲੱਗ-ਅਲੱਗ ਲੀਡਰ ਹੈ, ਚਾਹੇ ਅਮਨ ਅਰੋੜਾ ਹੋਵੇ, ਚਾਹੇ ਫਾਈਨੈਂਸ ਮਿਨਿਸਟਰ ਹੋਣ, ਚਾਹੇ ਐਗਰੀਕਲਚਰ ਮਿਨਿਸਟਰ ਹੋਣ, ਚਾਹੇ ਇਹਨਾਂ ਦੇ ਚੀਫ ਸਪੋਕਸਪਰਸਨ ਹੋਣ, ਕਿ ਲੋਕ ਪੰਜਾਬ ਦੇ ਉਹਨਾਂ ਦੀ ਗੱਲ ਨੂੰ ਸੁਣਦੇ ਨਹੀਂ। ਦੇਖੋ, ਜਿਹੜਾ ਸੈਸ਼ਨ ਬੁਲਾਉਣ ਦੀ ਜਿਹੜੀ ਟਾਈਮਿੰਗ ਹੈ ਇਹਨੂੰ ਸਮਝਣਾ ਪੈਣਾ। ਦੇਖੋ, ਅੱਜ ਅਗਰ ਸੈਸ਼ਨ ਬੁਲਾਇਆ ਜਾ ਰਿਹਾ 23 ਤਰੀਕ ਤੋਂ ਬਾਅਦ, ਇਹਨਾਂ ਨੂੰ ਇੰਨੀ ਕਿਹੜੀ ਕਾਹਲੀ ਪੈ ਗਈ ਸੀ ਵੀ ਇਹਨਾਂ ਨੇ ਸੈਸ਼ਨ ਦੁਬਾਰਾ ਬੁਲਾਉਣ ਦੀ ਇਹਨਾਂ ਨੇ ਕੀਤਾ। ਚਲੋ ਮੈਂ ਸਮਝ ਸਕਦਾ ਵੀ ਅਗਰ ਪੰਜਾਬ ਦੇ ਮੁੱਦੇ ਜਿਨ੍ਹਾਂ ਦੇ ਉੱਪਰ ਸੈਸ਼ਨ ਬੁਲਾਉਣਾ ਚਾਹੀਦਾ ਸੀ, ਸਾਡੇ ਨਸ਼ੇ ਦਾ ਮੁੱਦਾ, ਹਰ ਰੋਜ਼ ਵੀਡੀਓ ਵਾਇਰਲਸ ਹੋ ਰਹੀਆਂ ਸਾਡੇ ਨੌਜਵਾਨ ਪੀੜ੍ਹੀ ਦੀਆਂ, ਤੇ ਸ਼ਰਮ ਨਾਲ ਕਹਿਣਾ ਪੈ ਰਿਹਾ ਨੌਜਵਾਨ ਪੀੜ੍ਹੀ ਦੇ ਵਿੱਚ ਹੁਣ ਸਾਡੀਆਂ ਭੈਣਾਂ ਦੀਆਂ ਵੀ ਤੇ ਛੋਟੀਆਂ ਬੱਚੀਆਂ ਦੀ ਵੀ ਵੀਡੀਓਜ਼ ਆ ਰਹੀਆਂ ਨਸ਼ੇ ਦੀਆਂ। ਅਨਇੰਪਲੋਇਮੈਂਟ ਦਾ ਮੁੱਦਾ, ਸੜਕਾਂ ਦੇ ਉੱਪਰ ਪ੍ਰੋਫੈਸਰਾਂ ਨੂੰ, ਬਿਜਲੀਮੈਨਾਂ ਨੂੰ, ਸਾਡੇ ਜਿਹੜੇ ਭਰਾ ਨੇ ਜਿਨ੍ਹਾਂ ਦੇ ਪੇਪਰ ਹੋ ਚੁੱਕੇ ਨੇ, ਜਿਨ੍ਹਾਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ, ਉਹਨਾਂ ਨੂੰ ਰੋਜ਼ ਡਾਂਗਾ ਦੀ ਵਰਖਾ ਉਹਨਾਂ ਤੇ ਕੀਤੀ ਜਾਂਦੀ ਹੈ। ਇਹ ਮੁੱਦਾ, ਦਵਾਈਆਂ ਦੀ ਕਿੱਲਤ ਸਿਵਲ ਹਸਪਤਾਲਾਂ ਦੇ ਵਿੱਚ ਆ ਰਹੀ ਹੈ। ਅੱਜ ਦਾ ਇੱਕ ਨਿਊਜ਼ ਸੀ ਵੀ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਨਸ਼ਾ ਮੁਕਤ ਕੇਂਦਰ ਆ ਉਹਦੇ 'ਚ ਦਵਾਈ ਨਾ ਹੋਣ ਕਰਕੇ 14 ਜਿਹੜੇ ਉੱਥੋਂ ਡਰੱਗਿਸਟ ਸੀ ਉੱਥੋਂ ਭੱਜ ਗਏ, ਕਿਉਂਕਿ ਉਹਨਾਂ ਨੂੰ ਦਵਾਈ ਨਹੀਂ ਦਿੱਤੀ ਜਾ ਸਕੀ ਤੇ ਉਹ ਨਸ਼ੇ ਦੀ ਤੋੜ ਦੇ ਵਿੱਚ ਸਾਰੇ ਸ਼ੀਸ਼ੇ ਭੰਨ ਕੇ ਹਸਪਤਾਲ ਦੇ ਉੱਥੋਂ ਦੀ ਭੱਜ ਗਏ।
ਉਸ ਤੋਂ ਬਾਅਦ ਦੇਖੋ ਜਿਹੜਾ ਮੇਨ ਮੁੱਦਾ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ 1000 ਰੁਪਈਆ ਜਿਹੜਾ ਸਾਡੀਆਂ ਭੈਣਾਂ ਉਡੀਕਦੀਆਂ ਹੈ, ਉਹਦੇ ਉੱਪਰ ਬਹਿਸ ਹੋਣੀ ਚਾਹੀਦੀ ਹੈ। SYL ਦੇ ਉੱਪਰ ਬਹਿਸ ਹੋਣੀ ਚਾਹੀਦੀ ਹੈ। BBM ਦੇ ਉੱਪਰ ਬਹਿਸ ਹੋਣੀ ਚਾਹੀਦੀ ਹੈ। ਚੰਡੀਗੜ੍ਹ ਦਾ ਮੁੱਦਾ ਸਾਡਾ, ਉਹਦੇ ਤੇ ਬਹਿਸ ਹੋਣੀ ਚਾਹੀਦੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਬਹਿਸ ਹੋਣੀ ਚਾਹੀਦੀ ਹੈ। ਮਾਈਨਿੰਗ ਦੇ ਉੱਪਰ ਹੋਣੀ ਚਾਹੀਦੀ ਹੈ ਬਹਿਸ। ਪਰ ਇਹ ਮੁੱਦੇ ਕਿਤੇ ਨਾ ਕਿਤੇ ਸਰਕਾਰ ਇਸ ਮੁੱਦਿਆਂ ਤੋਂ ਭੱਜ ਰਹੀ ਹੈ। ਤੇ ਜਿਹੜੇ ਬਹਿਸ ਦੇ ਵਿੱਚ ਤੁਸੀਂ ਮੇਰੇ ਤੋਂ ਪਹਿਲਾਂ ਦੱਸੇ, ਗਵਰਨਰ ਸਾਹਿਬ ਨੂੰ ਲਿਖ ਕੇ ਭੇਜਿਆ ਵੀ GST ਦਾ ਮੁੱਦਾ ਹੋ ਗਿਆ, ਪਾਵਰ ਦਾ ਮੁੱਦਾ ਹੋ ਗਿਆ, ਸਾਡੀ ਪਰਾਲੀ ਦਾ ਮੁੱਦਾ ਹੋ ਗਿਆ। 2-3 ਦਿਨ ਪਹਿਲਾਂ ਤਾਂ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਵੀ GST 7% ਇਨਕਰੀਜ਼ ਹੋ ਗਈ ਹੈ। ਕਿ ਪੰਜਾਬ ਦੇ ਲੋਕਾਂ ਨੂੰ ਉਹ ਪ੍ਰੈਸ ਕਾਨਫਰੰਸ ਇਹਨਾਂ ਨੇ ਜੱਗ ਜ਼ਾਹਿਰ ਨਹੀਂ ਕੀਤੀ। ਜੇ ਪਾਵਰ ਸਰਪਲਸ ਦੀ ਗੱਲ ਕਰੀਏ, ਇਹ ਤਾਂ ਢੰਡੋਰਾ ਪਿੱਟਦੇ ਰਹੇ ਆ ਵੀ ਪੰਜਾਬ ਦੇ ਵਿੱਚ ਤਾਂ ਲਾਈਟ ਗਈ ਨਹੀਂ, ਪੰਜਾਬ ਦੇ ਵਿੱਚ ਤਾਂ ਪਾਵਰ ਸਰਪਲਸ ਹੈ। ਉਹ ਲੋਕਾਂ ਨੇ ਉਸ ਚੀਜ਼ ਦਾ ਇਹਨਾਂ ਨੇ ਉਹਨਾਂ ਨੂੰ ਜੱਗ ਜ਼ਾਹਿਰ ਨਹੀਂ ਕੀਤਾ। ਹੁਣ ਤੁਸੀਂ ਕਹਿ ਰਹੇ ਹੋ ਪਰਾਲੀ ਦਾ ਮੁੱਦਾ, ਇਹ ਉਹੀ ਸਰਕਾਰ ਹੈ, ਇਹ ਉਹੀ ਕੇਜਰੀਵਾਲ ਹੈ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਹੈ ਜੀ ਵੀ ਜਿਹੜੀ ਪਾਵਰ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਥਰਮਲ ਪਲਾਂਟ ਹੈ ਪੰਜਾਬ ਦੇ, ਉਹ ਬੰਦ ਹੋਣੇ ਚਾਹੀਦੇ ਆ। ਇਹ ਉਹੀ ਕੇਜਰੀਵਾਲ ਹੈ ਜਿਹੜਾ ਕਹਿੰਦਾ ਜੀ ਵੀ ਜਿਹੜੀ ਪਿੰਡਾਂ ਦੇ ਵਿੱਚ ਪਰਾਲੀ ਸਾੜੀ ਜਾਂਦੀ, ਉਹਦੇ ਨਾਲ ਕੈਂਸਰ ਹੁੰਦਾ, ਉਹਦੇ ਨਾਲ ਦਿੱਲੀ ਪ੍ਰਦੂਸ਼ਿਤ ਹੁੰਦਾ। ਦੂਜੇ ਪਾਸੇ ਸਰਕਾਰ ਨੇ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹੜੀ ਕਿ ਹਰੇਕ ਚੈਨਲ ਤੇ ਦਿਖਾਈ ਗਈ ਹੈ ਵੀ ਅਸੀਂ ਆਪਣੀ ਜਿਹੜੀ ਸਿੱਧੀ ਬਿਜਾਈ ਦੀਆਂ ਜਿਹੜੀਆਂ ਮਸ਼ੀਨਾਂ ਨੇ, ਉਹ ਅਸੀਂ ਹਰੇਕ ਪਿੰਡ ਦੇ ਵਿੱਚ ਬਲਾਕ ਵਾਈਜ਼ ਬਣਾ ਕੇ ਭੇਜਤੀਆਂ ਤੇ ਐਤਕੀ ਪਰਾਲੀ ਅਸੀਂ ਬਿਲਕੁਲ ਨਹੀਂ ਸੜਨ ਦੇਵਾਂਗੇ। ਜੇ ਇਹ ਪ੍ਰੈਸ ਕਾਨਫਰੰਸ ਆ ਪਹਿਲਾਂ ਸਰਕਾਰ ਕਰ ਚੁੱਕੀ ਹੈ, ਕਰੋੜਾਂ ਦੀ ਐਡਵਰਟਾਈਜ਼ਮੈਂਟ ਇਹਦੇ ਤੇ ਕਰ ਚੁੱਕੀ ਹੈ, ਕੀ ਸੈਸ਼ਨ ਦੇ ਵਿੱਚ ਮੁੱਦੇ ਇਹ ਜ਼ਿਆਦਾ ਇੰਪੋਰਟੈਂਟ ਨੇ ਕਿ ਵੀ ਜਿਹੜੇ ਪੰਜਾਬ ਦੇ ਨਾਲ ਜੁੜੇ ਮੁੱਦੇ ਨੇ, ਲਾਅ ਐਂਡ ਆਰਡਰ, ਡਰੱਗਸ ਹੋ ਗਿਆ, ਅਨਇੰਪਲੋਇਮੈਂਟ ਹੋ ਗਈ, SYL ਹੋ ਗਈ, ਸਾਡੇ ਪਾਣੀ ਜਿਹੜਾ ਦਿਨੋਂ ਦਿਨ ਡਿੱਗਦਾ ਜਾ ਰਿਹਾ ਉਹਦਾ ਮੁੱਦਾ ਹੋ ਗਿਆ, BBMP ਦਾ ਹੋ ਗਿਆ, ਬੰਦੀ ਸਿੰਘਾਂ ਦੀ ਰਿਹਾਈ ਹੋ ਗਿਆ, ਉਹ ਹੋਣੇ ਚਾਹੀਦੇ ਆ। ਤੁਸੀਂ ਇਹ ਦੇਖ ਲੈਣਾ ਵੀ ਕੱਲ ਜਦੋਂ ਸੈਸ਼ਨ ਸ਼ੁਰੂ ਹੋਏਗਾ ਤਾਂ ਸਿਰਫ ਲੋਕਾਂ ਨੂੰ ਇੱਕ ਅੱਖਾਂ ਪਰੋਖੇ ਜਿਹੜਾ ਅਸੀਂ ਕਹਿ ਦਿੰਦੇ ਆ, ਸਿਰਫ 2-4 ਮਿੰਟ ਇਸ ਮੁੱਦਿਆਂ ਦੇ ਉੱਪਰ ਬਹਿਸ ਹੋਏਗੀ। ਔਰ ਕਿਤੇ ਨਾ ਕਿਤੇ ਇੱਕ ਤਰੀਕੇ ਦੇ ਨਾਲ ਜਿਹੜਾ ਆਪਰੇਸ਼ਨ ਲੋਟਸ, ਜਿਹੜਾ ਲੋਕਾਂ ਨੂੰ ਸਿਰਫ ਇੱਕ ਡਰਾਮਾ ਕਰਕੇ ਇਹਨਾਂ ਨੇ ਦਿਖਾਣਾ, ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੀਤਾ ਸੀ ਉਹੀ ਇਹਨਾਂ ਨੇ ਲਿਆ ਕੇ ਕਰ ਦੇਣਾ। ਪਰ ਅਸੀਂ ਆਪ ਚਾਹੁੰਦੇ ਆ ਵੀ ਇਹ ਛੇੜਨ, ਪਰ ਉਹਦੇ ਨਾਲ ਨੁਕਸਾਨ ਕਿਹਦਾ ਹੋ ਰਿਹਾ? ਦੇਖੋ, ਇੱਕ ਸੈਸ਼ਨ ਤੇ ਅਗਰ ਅਸੀਂ ਲਾਈਏ ਤਾਂ ਘੱਟੋ ਘੱਟ 70 ਲੱਖ ਤੋਂ 90 ਲੱਖ ਰੁਪਏ ਦਾ ਖਰਚਾ ਹੋਣਾ ਹੈ। ਤੇ ਉਹ ਖਰਚਾ ਕਿਹਦੇ ਤੋਂ ਜਾਣਾ? ਉਹ ਪੰਜਾਬ ਦੇ ਲੋਕਾਂ ਦੇ ਤੋਂ ਜੇਬਾਂ ਚੋਂ ਜਾਣਾ, ਜਿਹੜਾ ਟੈਕਸ ਅਸੀਂ ਕਲੈਕਟ ਕੀਤੇ ਹੈ। ਤੇ ਉਹੀ 70 ਲੱਖ 90 ਲੱਖ ਕਿਸੇ ਵਧੀਆ ਕੰਮ ਤੇ ਯੂਜ਼ ਹੋ ਸਕਦਾ ਸੀ, ਕਿਸੇ ਮੈਡੀਸਨਸ ਅਸੀਂ ਲਿਆ ਸਕਦੇ ਸੀ, ਡਰੱਗਸ ਦੇ ਮਾਮਲਿਆਂ ਨੂੰ ਜਿਹੜੀ ਮੈਡੀਸਨ ਹੈਗੀ ਹੈ, ਜਿਹੜੇ ਨਸ਼ਾ ਛਡਾਓ ਕੇਂਦਰ ਆ ਉਹਨਾਂ ਨੂੰ ਦੇ ਸਕਦੇ ਸੀ। 1000 ਰੁਪਈਆ ਬੀਬੀਆਂ ਦੀ ਸ਼ੁਰੂਆਤ ਕਿਤੋਂ ਨਾ ਕਿਤੋਂ ਕਰ ਸਕਦੇ ਸੀ। ਮਾਈਨਿੰਗ ਦੇ ਮੁੱਦੇ ਨੇ, ਹੋਰ ਮੁੱਦੇ ਨੇ, ਇਹ ਪੈਸਾ ਕਿਤੇ ਵੀ ਯੂਟਿਲਾਈਜ਼ ਹੋ ਸਕਦਾ ਸੀ। ਪਰ ਸਿਰਫ ਲੋਕਾਂ ਦੇ ਜਿਹੜੇ ਸਹੀ ਮੁੱਦੇ ਆ ਉਹਦੇ ਤੋਂ ਭੱਜਣ ਲਈ, ਲੋਕਾਂ ਦਾ ਧਿਆਨ ਡਾਇਵਰਟ ਕਰਨ ਲਈ ਇਹ ਮੁੱਦਾ ਲੈ ਕੇ ਆ ਰਹੇ ਆ। ਦੇਖੋ, 4 ਵਾਰੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਇਹਨਾਂ ਨੇ ਇਹ ਕਹਿਤਾ ਵੀ ਪਿੱਛੇ ਜਿਹੜੇ MLA ਸਾਹਿਬ ਖੜੇ ਆ ਉਹਨਾਂ ਨੂੰ ਫੋਨ ਆ ਰਹੇ ਆ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ। ਦੇਖੋ, ਸਰਕਾਰ ਆਮ ਆਦਮੀ ਪਾਰਟੀ ਦੀ, DGP ਦੇ ਕੋਲ ਇਹ ਗਏ, ਅਗਰ ਤੁਸੀਂ FIR ਦੇਖੋਗੇ ਉਹਦੇ ਵਿੱਚ ਕਿਸੇ ਦਾ ਨਾਮ ਨਹੀਂ, ਕੋਈ ਨੰਬਰ ਨਹੀਂ। ਤੇ ਇਹਨਾਂ ਕੋਲੋਂ ਪੁੱਛਣ ਵਾਲਾ ਹੋਵੇ ਕੀ ਇਹਨਾਂ ਦੇ MLA ਦੇ ਗੇਟਾਂ ਦੇ ਬਾਹਰ ਕੋਈ ਪਰਚੀ ਬੰਨ ਗਿਆ ਸੀ? ਕੀ ਕਬੂਤਰ ਦੇ ਪੈਰ ਦੇ ਵਿੱਚ ਕੋਈ ਪਰਚੀ ਰੱਖ ਕੇ ਉਹਦੇ ਬਨੇਰੇ ਤੇ ਰੱਖ ਗਿਆ ਸੀ? ਕੀ ਕੋਈ ਗਵਾਂਢੀਆਂ ਨੂੰ ਸਿਰਿਆ ਦੇ ਗਿਆ ਸੀ ਵੀ MLA ਦੀ ਖਰੀਦੋ ਫਰੋਖਤ ਹੋਣੀ ਹੈ? ਜੇ ਫੋਨ ਦੇ ਉੱਪਰ ਇਹਨਾਂ ਦੀ ਖਰੀਦੋ ਫਰੋਖਤ ਦੀ ਗੱਲ ਹੋ ਰਹੀ ਹੈ ਤਾਂ ਘੱਟੋ ਘੱਟ ਉਹ ਨੰਬਰ ਤਾਂ ਜੱਗ ਜ਼ਾਹਿਰ ਕਰਨ। ਤੇ ਅੱਜ ਕੱਲ ਤਾਂ ਟੈਕਨੋਲੋਜੀ ਇੰਨੀ ਆ ਗਈ ਹੈ, ਜੇ ਕੋਈ ਤੁਹਾਡੇ ਫੋਨ ਤੇ ਕਰਦਾ ਟਰੂ ਕਾਲਰ ਤੇ ਉਸੇ ਵੇਲੇ ਪਤਾ ਲੱਗ ਜਾਂਦਾ ਸਾਹਮਣੇ ਬੰਦੇ ਦਾ ਵੀ ਕੌਣ ਫੋਨ ਕਰ ਰਿਹਾ। ਤੇ ਪੰਜਾਬ ਦੇ ਲੋਕਾਂ ਦਾ, ਸਾਨੂੰ ਆਮ ਆਦਮੀ ਪਾਰਟੀ ਤੋਂ ਸਿਰਫ ਇਹੀ ਬੇਨਤੀ ਹੈ ਵੀ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਈਆ ਤੁਸੀਂ ਪਹਿਲਾਂ ਹੀ ਇਸ਼ਤਿਹਾਰਾਂ ਦੇ ਵਿੱਚ ਉਜਾੜ ਚੁੱਕੇ ਹੋ ਤੇ ਉਹ ਇਸ਼ਤਿਹਾਰ ਤੁਸੀਂ ਹਿਮਾਚਲ ਤੇ ਗੁਜਰਾਤ ਦੇ ਵਿੱਚ ਲਾ ਰਹੇ ਹੋ। ਇੱਕ ਪਾਸੇ ਥੋੜੇ ਦਿਨ ਪਹਿਲਾਂ ਇਹਨਾਂ ਨੇ 12,000 ਕਰੋੜ ਦਾ ਨਵਾਂ ਕਰਜ਼ਾ ਲਿੱਤਾ ਹੈ IMF ਤੋਂ, ਇਹ ਕਹਿ ਕੇ ਵੀ ਅਸੀਂ ਲੋਕਾਂ ਦੀ ਭਲਾਈ ਲਈ, ਪਾਣੀ ਦੇ ਲਈ ਤੇ ਉਹਦੇ ਉੱਪਰ ਪੈਸਾ ਖਰਚਾ ਕਰਨਾ ਹੈ। ਅਗਰ ਇਸੇ ਤਰ੍ਹਾਂ ਫਜ਼ੂਲ ਦਾ ਜਿਹੜਾ ਲੋਕਾਂ ਦਾ ਪੈਸਾ ਫਜ਼ੂਲ ਇਹ ਕਰਦੇ ਰਹੇ ਤੇ ਆਪਣੀ ਵਾਹਵਾਹੀ ਦੇ ਉੱਪਰ ਲਾਉਂਦੇ ਰਹੇ ਤੇ ਮੈਨੂੰ ਉਹ ਦਿਨ ਦੂਰ ਨਹੀਂ ਲੱਗਦਾ ਵੀ ਆਉਣ ਵਾਲੇ 1 ਸਾਲ ਦੇ ਵਿੱਚ ਜਿਹੜਾ ਪੰਜਾਬ ਦਾ ਖਰਚਾ ਹੈ ਉਹ ਦੁੱਗਣਾ ਤਿੱਗਣਾ ਹੋ ਜਾਊਗਾ। ਤੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹੈ ਉਹ ਸਿਰਫ ਹਵਾਈ ਗੱਲਾਂ ਹੋ ਕੇ ਰਹਿ ਜਾਣਗੀਆਂ। ਤੇ ਮੈਂ ਤੁਹਾਨੂੰ ਦਾਅਵਾ ਕਰ ਦਿੰਦਾ, ਇਹ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੱਲ ਲੋਕ ਮੁੱਦੇ ਦੀ ਕੋਈ ਵੀ ਇੱਕ ਗੱਲ ਨਹੀਂ ਹੋਣੀ। ਇਹ ਜਿਹੜਾ ਸੈਸ਼ਨ ਬੁਲਾਇਆ ਗਿਆ ਇਹ ਲੋਕਾਂ ਦਾ ਧਿਆਨ ਭਟਕਾਉਣ ਲਈ, ਉੱਥੇ ਸਿਰਫ ਇੱਧਰ ਉੱਧਰ ਦੀਆਂ ਗੱਲਾਂ ਕੀਤੀ ਜਾਣੀਆਂ ਤੇ ਲੋਕਾਂ ਦਾ 60, 70, 90 ਲੱਖ ਰੁਪਇਆ ਜਿਹੜਾ ਹੈਗਾ ਸੈਸ਼ਨ ਦੇ ਉੱਪਰ ਖਰਾਬ ਕਰਕੇ ਇਹਨਾਂ ਨੇ ਕੋਈ ਲੋਕ ਭਲਾਈ ਦੀ, ਕੋਈ ਲੋਕ ਮੁੱਦੇ ਦੀ ਗੱਲ ਨਹੀਂ ਕਰਨੀ। ਇਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਜੀ। ਆਪਾਂ ਇਸ ਤੋਂ ਬਾਅਦ ਮਿੱਤਲ ਸਾਹਿਬ ਤੋਂ ਵੀ ਜਵਾਬ ਲਵਾਂਗੇ। ਪਹਿਲਾਂ ਵਿਨੋਦ ਭਾਰਤੀ ਜੀ ਤੋਂ ਪੁੱਛ ਲੈਂਦੇ ਹਾਂ। ਭਾਰਤੀ ਜੀ, ਸ਼੍ਰੋਮਣੀ ਅਕਾਲੀ ਦਲ ਤੇ BJP ਦਾ ਕਹਿਣਾ ਹੈ ਕਿ ਜੋ ਵੀ ਮਸਲੇ ਰੱਖੇ ਗਏ ਆ ਉਹ ਮਸਲੇ ਉਹ ਨਹੀਂ ਹੈਗੇ ਜਿਹੜੇ ਡਿਸਕਸ ਕੀਤੇ ਜਾਣੇ ਚਾਹੀਦੇ ਆ।
ਸ਼੍ਰੋਮਣੀ ਅਕਾਲੀ ਦਲ ਤੋਂ ਪਰਮਵੀਰ ਜੀ ਨੇ ਕਿਹਾ ਕਿ ਮਸਲੇ ਹੋਰ ਵੱਡੇ ਨੇ, ਪੰਜਾਬ ਦੇ ਹੋਰ ਮੁੱਦੇ ਨੇ ਬਹੁਤ ਜ਼ਰੂਰੀ ਨੇ ਜਿਹੜੇ ਜਿਨ੍ਹਾਂ ਤੇ ਡਿਸਕਸ਼ਨ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਤੇ ਡਿਬੇਟ ਹੋਣੀ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ। ਤੇ ਦੋਨਾਂ ਹੀ ਪ੍ਰਵਕਤਾਵਾਂ ਨੇ ਇਹ ਖਦਸ਼ਾ ਜਤਾਇਆ ਕਿ ਆਮ ਆਦਮੀ ਪਾਰਟੀ ਜਦੋਂ ਕੱਲ੍ਹ ਸੈਸ਼ਨ ਹੋਊਗਾ ਤਾਂ ਉਹਨਾਂ ਨੇ ਇੱਕ ਵੱਡਾ ਮਸਲਾ ਰੱਖਣਾ ਹੈ ਆਪਰੇਸ਼ਨ ਲੋਟਸ ਦਾ, ਜੋ ਕਿ ਮਿੱਤਲ ਸਾਹਿਬ ਕਹਿ ਵੀ ਚੁੱਕੇ ਆ ਕਿ ਅਸੀਂ ਆਪਰੇਸ਼ਨ ਲੋਟਸ ਵੀ ਡਿਸਕਸ ਕਰ ਸਕਦੇ ਹਾਂ। ਤਾਂ ਭਾਰਤੀ ਜੀ ਕੀ ਲੱਗਦਾ ਕਿ ਇਹ ਜੋ ਸੈਸ਼ਨ ਹੋਊਗਾ ਕੀ ਲਾਹੇਵੰਦ ਹੋਊਗਾ ਪੰਜਾਬ ਦੇ ਲੋਕਾਂ ਲਈ? ਦੇਖੋ ਮੈਂ ਅਮਿਤ ਜੀ ਨੂੰ ਵੀ ਸੁਣਿਆ, ਜੀ ਪਰਮਵੀਰ ਜੀ ਨੂੰ ਵੀ ਸੁਣਿਆ, ਔਰ ਦਵਿੰਦਰ ਮਿੱਤਲ ਜੀ ਨੂੰ ਵੀ ਸੁਣਿਆ। ਜੋ ਖਦਸ਼ੇ ਉਹਨਾਂ ਨੇ ਜ਼ਾਹਰ ਕੀਤੇ ਨੇ ਉਹ ਤਾਂ ਜਗ ਜ਼ਾਹਿਰ ਹੈ, ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ, ਕਿਉਂਕਿ ਉਹਨਾਂ ਨੇ ਪਹਿਲੋਂ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਕਿ ਅਸੀਂ ਵਿਸ਼ਵਾਸ ਮਤ ਹਾਸਲ ਕਰਨਾ। ਜੀ ਗਵਰਨਰ ਸਾਹਿਬ ਨੇ ਡਿਨਾਈ ਕਰਤਾ। ਫਿਰ ਉਹਨਾਂ ਨੇ ਦੁਬਾਰਾ ਤੋਂ ਨਵੇਂ ਸਿਰਿਓਂ ਨਵੇਂ ਇਸ਼ੂਜ਼ ਉੱਥੇ ਭੇਜੇ ਕਿ ਵੀ ਅਸੀਂ ਇਹਨਾਂ ਤੇ ਡਿਸਕਸ ਕਰਨਾ ਹੈ। ਉਹ ਗਵਰਨਰ ਸਾਹਿਬ ਨੂੰ ਪਰਮਿਸ਼ਨ ਦੇਣੀ ਸੀ ਉਹਨਾਂ ਨੇ। ਤਾਂ ਦੇਖੋ ਗੱਲ ਇਹ ਵੀ ਇੱਕ ਪਹਿਲਾ ਮਸਲਾ GST, ਫਿਰ ਪਾਵਰ ਤੇ ਫਿਰ ਪਰਾਲੀ ਦਾ। ਜੀ ਜਿਹੜੀ GST ਵਾਲੀ ਗੱਲ ਹੈ, ਇਹ GST ਦਾ ਇਹਨਾਂ ਨੂੰ ਹੁਣ ਕਿਉਂ ਯਾਦ ਆਇਆ? ਵਪਾਰੀ ਤਾਂ ਬੜੀ ਦੇਰ ਤੋਂ ਰੌਲਾ ਪਾ ਰਹੇ ਨੇ ਵੀ GST ਲੱਗਣ ਤੋਂ ਪਹਿਲਾਂ ਜਿਹੜਾ ਵੈਟ ਲੱਗਿਆ ਹੋਇਆ ਸੀ, ਉਹ ਵੈਟ ਦੇ ਬਹੁਤ ਸਾਰੇ ਕੇਸ ਪੈਂਡਿੰਗ ਪਏ ਹੈ। ਜਿਸ ਵਕਤ ਚੰਨੀ ਜੀ ਚੀਫ ਮਿਨਿਸਟਰ ਬਣੇ ਤਾਂ ਉਹਨਾਂ ਨੇ ਕਿਹਾ ਕਿ ਜਿਹਨਾਂ ਨੂੰ ਸੀ ਫਾਰਮ ਨਹੀਂ ਮਿਲ ਰਹੇ ਉਹਨਾਂ ਦੇ ਸਾਰੇ ਕੇਸਿਸ ਜਿਹੜੇ ਹੈ ਉਹ 48,000 ਦੇ ਕਰੀਬ ਕੇਸਿਸ ਸੀਗੇ, ਜਿਨ੍ਹਾਂ ਚੋਂ 40,000 ਕੇਸਿਸ ਉਹਨਾਂ ਨੇ ਕਲੀਅਰ ਕਰਤੇ, ਔਰ 8,000 ਕੇਸਿਸ ਉਹ ਰਹਿ ਗਏ ਜਿਨ੍ਹਾਂ ਦੀ ਜਿਹੜੀ 50,000 ਤੋਂ ਉੱਪਰ ਡਿਮਾਂਡ ਸੀਗੀ। ਔਰ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ 30% ਚਾਰਜ ਕੀਤਾ ਜਾਊਗਾ, 70% ਮਾਫ ਕੀਤਾ ਜਾਊਗਾ, ਜਿਹੜਾ 30% ਚਾਰਜ ਵੀ ਕੀਤਾ ਜਾਊਗਾ ਉਹਦੀਆਂ ਵੀ ਇੰਸਟਾਲਮੈਂਟਸ ਕੀਤੀਆਂ ਜਾਣਗੀਆਂ। ਉਹ ਜਿੰਨੀ ਦੇਰ ਚੰਨੀ ਜੀ ਰਹੇ ਕੁਝ ਕੇਸ ਹੋਏ ਜਿਹੜੇ ਪੈਂਡਿੰਗ ਰਹਿ ਗਏ, ਅੱਜ ਫਿਰ ਨਵੇਂ ਸਿਰੇ ਤੋਂ ਵਪਾਰੀਆਂ ਨੂੰ ਨੋਟਿਸ ਕੀਤੇ ਜਾ ਰਹੇ ਆ ਔਰ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ। ਔਰ ਇਹਨਾਂ ਦੀ ਸਰਕਾਰ 'ਚ ਕੋਈ ਬੰਦਾ ਗੱਲ ਸੁਣਨ ਲਈ ਤਿਆਰ ਨਹੀਂ ਕਿ ਵਪਾਰੀਆਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾਵੇ। ਇੰਨੀ ਦੇਰ ਪੁਰਾਣੇ ਸੀ ਫਾਰਮ ਮਿਲਣੇ ਬੜੇ ਮੁਸ਼ਕਲ ਹੈ ਔਰ ਉਹਨਾਂ ਦੀਆਂ ਅਸੈਸਮੈਂਟਸ ਪੈਂਡਿੰਗ ਪਈਆਂ ਨੇ, ਜਿਹਦੇ ਨਾਲ ਕਰਪਸ਼ਨ ਹੋ ਰਹੀ ਹੈ ਔਰ ਇਸ ਸਰਕਾਰ ਦੀ ਨੱਕ ਥੱਲੇ ਹੋ ਰਹੀ ਹੈ। ਉਸ ਤੋਂ ਬਾਅਦ ਆ ਗਈ ਪਾਵਰ ਵਾਲੀ ਗੱਲ। ਜਿਹੜੀ ਪਾਵਰ ਵਾਲੀ ਗੱਲ ਹੈ, ਉਹ ਪਰਮਵੀਰ ਜੀ ਵਾਲੀ ਗੱਲ ਬਿਲਕੁਲ ਸਹੀ ਹੈ ਕਿ ਹੁਣ ਲਾਈਟ ਦੀ ਤਾਂ ਕੋਈ ਪ੍ਰੋਬਲਮ ਨਹੀਂ, ਲੋਕਾਂ ਨੂੰ ਪ੍ਰੋਪਰ ਮੀਂਹ ਵੀ ਪਏ ਹੈ ਔਰ ਕਿਸਾਨਾਂ ਦੀ ਸਿੰਜਾਈ ਬਲਕਿ ਓਵਰ ਵਾਟਰ ਆ ਗਿਆ। ਕਈ ਬਰਸਾਤ ਜ਼ਿਆਦਾ ਹੋਣ ਨਾਲ ਕਿਸਾਨਾਂ ਦਾ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਔਰ ਅੱਜ ਕਿਸਾਨਾਂ ਨੂੰ ਜਿਹੜਾ ਨੁਕਸਾਨ ਦੀ ਭਰਪਾਈ ਲਈ ਕੋਈ ਨਾ ਕੋਈ ਕਮੇਟੀ ਬਣਾ ਕੇ ਉਹਨਾਂ ਦੀ ਭਰਪਾਈ ਕਰਨੀ ਚਾਹੀਦੀ ਸੀ, ਉਧਰ ਕੋਈ ਧਿਆਨ ਨਹੀਂ। ਫਿਰ ਪਰਾਲੀ ਜਲਾਉਣ ਵਾਲੀ ਗੱਲ ਹੈ ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਉਹੀ ਕੇਜਰੀਵਾਲ ਜੀ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਕਿ ਸਾਡੇ ਦਿੱਲੀ ਵਿੱਚ ਪੋਲਿਊਸ਼ਨ ਜਿਹੜਾ ਉਹ ਪੰਜਾਬ ਦੀ ਪਰਾਲੀ ਜਲਾਉਣ ਕਰਕੇ ਹੋ ਰਿਹਾ, ਅੱਜ ਪਰਾਲੀ ਦੀ ਹਮਦਰਦੀ ਜਾਗ ਪਈ ਇਹਨਾਂ ਨੂੰ ਔਰ ਇਹਨਾਂ ਨੂੰ 6 ਮਹੀਨੇ ਹੋ ਗਏ ਅੱਜ ਤੱਕ ਤਾਂ ਕਦੀ ਗੱਲ ਕੀਤੀ ਨਹੀਂ, ਅੱਜ ਇਹ ਗੱਲ ਕਰ ਰਹੇ ਨੇ। ਮਤਲਬ ਇਹ ਹੈ ਕਿ ਕ੍ਰੈਡੀਬਿਲਿਟੀ ਜਿਹੜੀ ਸਰਕਾਰ ਦੀ ਹੈ, ਸਰਕਾਰ ਜੇਕਰ ਕੋਈ ਗੱਲ ਕਰਦੀ ਹੈ ਤਾਂ ਉਹਦੇ ਤੇ ਵਿਸ਼ਵਾਸ ਕੋਈ ਨਹੀਂ ਕਰਦਾ। ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਅਸੀਂ ਅੱਜ ਪ੍ਰੋਬਲਮ ਫੇਸ ਕਰ ਰਹੇ ਹਾਂ ਉਹ ਲਾਅ ਐਂਡ ਆਰਡਰ ਸੀ। ਲਾਅ ਐਂਡ ਆਰਡਰ ਇਹਨਾਂ ਨੇ ਕਿਤੇ ਵੀ ਲਿਖਿਆ ਹੀ ਨਹੀਂ, ਕਿਤੇ ਮੈਂਸ਼ਨ ਨਹੀਂ ਕੀਤਾ, ਕਿਤੇ ਉਹ ਐਡ ਨਹੀਂ ਕੀਤਾ ਕਿ ਅਸੀਂ ਲਾਅ ਐਂਡ ਆਰਡਰ ਤੇ ਵੀ ਕਰਨੀ ਹੈ। ਜੇ ਸਿੱਧੂ ਮੂਸੇਵਾਲਾ ਜੀ ਦਾ ਮਰਡਰ ਹੋਇਆ ਤਾਂ ਉਹ ਸਰਕਾਰ ਦੀ ਨਲਾਇਕੀ ਦੇ ਕਾਰਨ ਹੋਇਆ। 28 ਤਰੀਕ ਨੂੰ ਕਹਿੰਦੇ ਆ ਕਿ ਅਸੀਂ ਸਿਕਿਉਰਿਟੀ ਵਿਡਰਾ ਕਰ ਲਈ, 29 ਨੂੰ ਉਹਨਾਂ ਦਾ ਮਰਡਰ ਹੋ ਜਾਂਦਾ ਇੱਕ ਨੌਜਵਾਨ ਦਾ, ਬਲਕਿ ਉਹ ਪੰਜਾਬ ਦਾ ਗਹਿਣਾ ਸੀ ਇੱਕ ਜਿਹੜਾ ਸਾਡੇ ਹੱਥੋਂ ਚਲਾ ਗਿਆ ਔਰ ਅਗਲੇ ਦਿਨ ਫਿਰ ਸਿਕਿਉਰਿਟੀ ਬਹਾਲ ਕਰ ਦਿੰਦੇ ਆ ਸਾਰਿਆਂ ਦੀ। ਕੀ ਮਤਲਬ ਹੈ ਇਹਦਾ? ਇਹਦਾ ਯੂ ਟਰਨ ਸਰਕਾਰ ਹੈ। ਪਹਿਲਾਂ ਕਹਿੰਦੇ ਸੀ ਮੱਤੇਵਾੜਾ ਦੇ ਅਸੀਂ ਉਹਦੇ ਖਿਲਾਫ ਹਾਂ ਟੈਕਸਟਾਈਲ ਪਾਰਕ ਦੇ, ਫਿਰ ਕਹਿੰਦੇ ਅਸੀਂ ਉਹਦੇ ਹੱਕ 'ਚ ਹਾਂ, ਫਿਰ ਜਦੋਂ ਲੋਕਾਂ ਦਾ ਵਿਰੋਧ ਹੋਇਆ ਫਿਰ ਕਹਿੰਦੇ ਅਸੀਂ ਇਹਦੇ ਖਿਲਾਫ ਹਾਂ। ਸਰਕਾਰ ਖੁਦ ਭੰਬਲ ਭੂਸੇ 'ਚ ਫਸੀ ਹੋਈ ਹੈ। ਸਰਕਾਰ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ। ਔਰ ਜਿਹੜੀ ਲਾਅ ਐਂਡ ਆਰਡਰ ਵਾਲੀ ਪੋਜੀਸ਼ਨ ਹੈ ਉਹ ਇੰਨੀ ਮਾੜੀ ਹੈ ਔਰ ਉਹਨੂੰ ਮਾੜੀ ਕਰਨ ਵਿੱਚ ਇਹਨਾਂ ਦੇ ਆਪਣੇ MLA ਆਪ ਇਨਵੋਲਵ ਨੇ। ਇੱਕ ਮਿਨਿਸਟਰ ਸਾਹਿਬ ਜਾਂਦੇ ਨੇ ਵਾਈਸ ਚਾਂਸਲਰ ਨਾਲ ਮਿਸਬਿਹੇਵ ਕਰਦੇ ਨੇ ਔਰ ਰਿਜ਼ਾਈਨ ਕਰ ਦਿੰਦਾ ਵਿਚਾਰਾ, ਔਰ ਸਰਕਾਰ ਨੇ ਉਹਦੇ ਤੇ ਕੀ ਐਕਸ਼ਨ ਲਿੱਤਾ ਹੁਣ ਤੱਕ ਕਿਸੇ ਨੂੰ ਪਤਾ ਨਹੀਂ।
ਇੱਕ ਐਮਐਲਏ ਸਾਹਿਬ ਜਿਹੜੇ ਨੇ ਉਹ ਸੈਕੰਡ ਮੈਰਿਜ ਕਰਾਈ ਉਹਨਾਂ ਨੇ, ਉਹ ਕੋਰਟ ਵਿੱਚ ਉਹਦੀ ਵਾਈਫ ਰੌਲਾ ਪਾਉਂਦੀ ਫਿਰਦੀ ਹੈ, ਔਰ ਅੱਜ ਤੱਕ ਚੀਫ ਮਿਨਿਸਟਰ ਸਾਹਿਬ ਨੇ ਉਹਦੇ ਤੇ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ। ਔਰ ਇਹ ਸਰਕਾਰ ਦਾ ਕੈਡਰ ਹੈ, ਸਰਕਾਰ ਦਾ ਕਿਰਦਾਰ ਹੈ ਇਹ। ਜੀ ਇੱਕ ਐਮਐਲਏ ਸਾਹਿਬ ਜਿਹੜੇ ਨੇ ਉਹ ਆਪਣੇ ਹਸਬੈਂਡ ਵੱਲੋਂ ਹੀ ਮਿਸਹੈਂਡਲਿੰਗ ਕੀਤੀ ਜਾ ਰਹੀ ਹੈ, ਔਰ ਉਹਦੀ ਕੋਈ ਸੁਣਵਾਈ ਨਹੀਂ ਹੋਈ ਵਿਚਾਰੀ ਦੀ, ਇੱਕ ਐਮਐਲਏ ਦੀ। ਤਾਂ ਚੀਫ ਮਿਨਿਸਟਰ ਕਿਹਦੀ ਸੁਣਵਾਈ ਕਰਨਗੇ? ਇੱਕ ਐਮਐਲਏ ਸਾਹਿਬ ਡੀਸੀ ਨਾਲ ਉਲਝ ਗਏ, ਇੱਕ ਐਮਐਲਏ ਸਾਹਿਬ ਡੀਸੀਪੀ ਨਾਲ ਉਲਝ ਗਏ, ਇੱਕ ਐਮਐਲਏ ਸਾਹਿਬ ਆ ਹੁਣ ਇੱਕ ਡੀਸੀਪੀ ਨਾਲ ਉਲਝੇ, ਚੱਕ ਕੇ ਡੀਸੀਪੀ ਸਾਹਿਬ ਨੂੰ ਉੱਥੇ ਪੀਏਪੀ 'ਚ ਭੇਜ ਦਿੱਤਾ ਗਿਆ। ਮਤਲਬ ਆਪਣੇ ਬੰਦਿਆਂ ਤੇ ਕੋਈ ਇਹ ਬੰਦਾ ਨਾ ਕਿ ਇੱਕ ਬੜੀ ਹੈਰਾਨਗੀ ਦੀ ਗੱਲ ਹੋਈ ਕਿ ਇੱਕ ਫੰਕਸ਼ਨ ਦੇ ਵਿੱਚ ਇੱਕ ਐਮਐਲਏ ਸਾਹਿਬ ਦਾ ਪਰਿਵਾਰ ਚਲਾ ਗਿਆ, ਉਹ ਉੱਥੇ ਜਿਹੜੇ ਅਰੇਂਜਮੈਂਟ ਕਰਨ ਵਾਲੇ ਸੀ, ਮੈਨੇਜ ਕਰਨ ਵਾਲੇ ਸੀ, ਉਹਨਾਂ ਦੇ ਨਾਲ ਲੜ ਪਿਆ ਵੀ ਅਸੀਂ ਐਮਐਲਏ ਦਾ ਪਰਿਵਾਰ ਹਾਂ, ਸਾਡੇ ਲਈ ਕੋਈ ਵੀਆਈਪੀ ਅਰੇਂਜਮੈਂਟ ਹੀ ਨਹੀਂ। ਇਦਾਂ ਦੀ ਤਾਂ ਆਮ ਆਦਮੀ ਪਾਰਟੀ ਹੈ, ਆਪਾਂ ਇਹਨਾਂ ਨੂੰ ਕਿੱਦਾਂ ਆਮ ਗਵਰਨੈਂਸ ਤੇ ਵੀ ਕਵਾਂਗੇ? ਅਸੀਂ ਸਵਾਲ ਲਵਾਂਗੇ ਸਰ। ਫਿਲਹਾਲ ਆਪਾਂ ਜਿਹੜੇ ਮੁੱਦੇ ਤੇ ਡਿਸਕਸ਼ਨ ਕਰ ਰਹੇ ਹਾਂ ਪਹਿਲਾਂ ਉਹਦੇ ਜਵਾਬ ਲੈ ਲਈਏ ਅਰੋੜਾ ਜੀ, ਫਿਰ ਉਸ ਤੋਂ ਬਾਅਦ ਸਵਾਲ ਲਵਾਂਗੇ ਤੁਹਾਡੇ ਵੀ। ਗੋਵਿੰਦਰ ਮਿੱਤਲ ਜੀ, ਜੋ ਸਵਾਲ ਚੱਕੇ ਗਏ ਹੈ ਸਾਰੀਆਂ ਵਿਰੋਧੀ ਪਾਰਟੀਆਂ ਤੋਂ, ਉਹਦੇ ਵਿੱਚੋਂ ਮੇਨਲੀ ਨਿਕਲਦੇ ਆ ਕਿ ਜਿਹੜੇ 3 ਮੁੱਦੇ ਦੱਸੇ ਗਏ ਆ, ਜੀਐਸਟੀ, ਪਾਵਰ ਔਰ ਜਿਹੜਾ ਪਰਾਲੀ ਦਾ ਮੁੱਦਾ ਹੈ, ਇਹ ਮੁੱਦਿਆਂ ਨੂੰ ਕਿਹਾ ਗਿਆ ਕਿ ਇਹ ਉਨੇ ਇੰਪੋਰਟੈਂਟ ਨਹੀਂ ਜਿੰਨੇ ਮੁੱਦੇ ਹੋਰ ਇੰਪੋਰਟੈਂਟ ਹੈ। ਨਸ਼ੇ ਦਾ ਤੇ ਲਾਅ ਐਂਡ ਆਰਡਰ ਦਾ ਬਹੁਤ ਵੱਡਾ ਮਸਲਾ ਪੰਜਾਬ ਦੇ ਵਿੱਚ, ਉਹਦੇ ਤੇ ਕਿਉਂ ਚਰਚਾ ਨਹੀਂ ਹੋ ਰਹੀ? ਦੇਖੋ ਅਮਨਦੀਪ ਜੀ, ਗੱਲ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਦੇਖ ਰਿਹਾ ਕਿ ਤਿੰਨੇ ਜਿਹੜੀਆਂ ਪਾਰਟੀਆਂ ਨੇ ਕਿਵੇਂ ਉਹ ਇੱਕ ਸੁਰ ਦੇ ਵਿੱਚ ਬੋਲ ਰਹੀਆਂ ਨੇ। ਇਹ ਕੀ ਇੱਥੋਂ ਸਾਬਤ ਹੁੰਦਾ ਕਿ ਤਿੰਨੇ ਪੋਲੀਟੀਕਲ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਆਪਸ ਵਿੱਚ ਪੂਰੀ ਤਰ੍ਹਾਂ ਜੁਆਇਨ ਹੈਂਡ ਦੇ ਪੂਰੀ ਤਰ੍ਹਾਂ ਮਿਲ ਚੁੱਕੀਆਂ ਨੇ। ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ ਕਿ ਇਹ ਪਾਰਟੀਆਂ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ, ਇਹਨਾਂ ਦੇ ਆਪਣੇ ਪਰਸਨਲ ਇੰਟਰਸਟ ਨੇ, ਇਹਨਾਂ ਦਾ ਪਰਸਨਲ ਏਜੰਡਾ ਹੈਗਾ। ਤਿੰਨਾਂ ਦੀ ਇੱਕੋ ਹੀ ਬੋਲੀ ਹੈਗੀ ਆ ਕਿ ਸਰਕਾਰ ਦਾ ਵਿਰੋਧ ਕਰਨਾ। ਇਹ ਤਿੰਨੇ ਆਪਸ ਵਿੱਚ ਸਲਾਹ ਕਰਕੇ ਆਉਂਦੇ ਆ, ਵਿਧਾਨ ਸਭਾ ਦੇ ਵਿੱਚ ਵੀ ਏਦਾਂ ਹੀ ਬੋਲਦੇ ਆ, ਇਹ ਦਿੱਲੀ ਦੇ ਵਿੱਚ ਵੀ ਕਾਂਗਰਸ ਬੀਜੇਪੀ ਮਿਲ ਜਾਂਦੇ ਆ, ਇੱਥੇ ਪੰਜਾਬ ਦੇ ਵਿੱਚ ਵੀ ਅਕਾਲੀ ਬੀਜੇਪੀ ਤੇ ਕਾਂਗਰਸ ਤਿੰਨੋਂ ਮਿਲ ਜਾਂਦੇ ਆ। ਇਹ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਪੰਜਾਬ ਦੇ ਲੋਕਾਂ ਨੂੰ ਪਤਾ ਕਿਵੇਂ ਕਾਂਗਰਸ ਦਾ ਸਾਰਾ ਕੇਡਰ ਜਿਹੜਾ ਹੈਗਾ ਬੀਜੇਪੀ ਦੇ ਵਿੱਚ ਜਾ ਰਿਹਾ। ਇਹ ਕੋਈ ਲੁਪੀ ਛਿਪੀ ਗੱਲ ਨਹੀਂ ਆ। ਕਿਵੇਂ ਗੋਆ ਦੇ ਕਾਂਗਰਸ ਦੇ 8 ਐਮਐਲਏ ਜਿਹੜੇ ਹੈਗੇ ਨੇ ਉਹ ਬੀਜੇਪੀ ਦੇ ਵਿੱਚ ਚਲੇ ਗਏ, ਇਹ ਲੋਕ ਗੋਆ ਦੇ ਲੋਕਾਂ ਨੂੰ ਪਤਾ, ਪੂਰੇ ਹਿੰਦੁਸਤਾਨ ਨੇ ਦੇਖਿਆ ਹੈਗਾ ਇਹ ਕਿਸ ਤਰੀਕੇ ਨਾਲ। ਇਸ ਕਰਕੇ ਇਹ ਵਿੱਚ ਕੋਈ ਨਵੀਂ ਚੀਜ਼ ਹੈਰਾਨੀਜਨਕ ਨਹੀਂ ਹੈ, ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਜਿਹੜੀ ਦੂਜੀ ਗੱਲ ਇਹ ਕਰ ਰਹੇ ਨੇ ਮੁੱਦੇ ਦੇਖੋ ਸਰਕਾਰ ਨੇ ਤੈਅ ਕਰਨੇ ਹੁੰਦੇ ਨੇ, ਮੁੱਦੇ ਆਪੋਜੀਸ਼ਨ ਨੇ ਤੈਅ ਨਹੀਂ ਕਰਨੇ ਹੁੰਦੇ। ਇਹ ਸਰਕਾਰ ਦਾ ਪ੍ਰੈਰੋਗੇਟਿਵ ਹੈ, ਸਰਕਾਰ ਦਾ ਰਾਈਟ ਹੈ। ਸਰਕਾਰ ਨੇ ਜਦੋਂ ਟਾਈਮ ਸਰਕਾਰ ਨੇ ਮੁਨਾਸਿਬ ਸਮਝਿਆ ਤੇ ਸਰਕਾਰ ਨੇ ਸੈਸ਼ਨ ਸਮਨ ਕੀਤਾ, ਉਹਦੇ ਚ ਕਿਹੜੇ ਮੁੱਦੇ ਸਰਕਾਰ ਨੇ ਡਿਸਕਸ ਕਰਨੇ ਨੇ, ਕਿਹਨਾਂ ਤੇ ਵਿਚਾਰ ਵਟਾਂਦਰਾ ਕਰਨਾ, ਤੇ ਉਹ ਏਜੰਡਾ ਲਿਖ ਕੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਤੈਅ ਕਰਦੀ ਹੈਗੀ ਆ, ਔਰ ਉਹ ਏਜੰਡਾ ਗਵਰਨਰ ਕੋਲ ਜਾਂਦਾ ਹੈਗਾ, ਗਵਰਨਰ ਉਹਨੂੰ ਅਪਰੂਵ ਕਰਦਾ ਹੈਗਾ। ਤੇ ਦੂਜੀ ਗੱਲ ਜਿਹੜੀ ਗੱਲ ਇਹ ਕਰ ਰਹੇ ਨੇ ਨਸ਼ੇ ਦੀ ਤੇ ਲਾਅ ਐਂਡ ਆਰਡਰ ਦੀ, ਹੁਣ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ, ਲਾਅ ਐਂਡ ਆਰਡਰ ਦੀ ਇਹ ਗੱਲ ਕਰ ਰਹੇ ਆ, ਸਾਡੀਆਂ ਇਹਨਾਂ ਨੇ ਖਾਮੀਆਂ ਗਣਾਈਆਂ, ਸਾਨੂੰ 6 ਮਹੀਨੇ ਹੋਏ ਸਰਕਾਰ ਦੇ ਵਿੱਚ ਆਏ ਨੂੰ। ਲਾਅ ਐਂਡ ਆਰਡਰ ਪੈਦਾ ਕਿਹਨੇ ਕੀਤਾ ਪੰਜਾਬ ਦੇ ਅੰਦਰ? ਸਰਕਾਰ ਦਾ ਤੁਹਾਡੀ ਸੀ 6 ਮਹੀਨੇ ਪਹਿਲਾਂ। ਗੈਂਗਸਟਰਵਾਦ ਕੌਣ ਲੈ ਕੇ ਆਇਆ? ਸਭ ਤੋਂ ਵੱਡਾ ਗੈਂਗਸਟਰ ਯੂਪੀ ਦਾ ਮੁਖਤਾਰ ਅੰਸਾਰੀ, ਜਿਹਨੂੰ ਤੁਸੀਂ ਰੋਪੜ ਦੀ ਵੀਆਈਪੀ ਜੇਲ੍ਹ ਦੇ ਵਿੱਚ ਰੱਖਿਆ, ਜਿਹਦੀ ਪਤਨੀ ਉੱਥੇ ਨਾਲ ਰਹਿੰਦੀ ਰਹੀ ਹੈ, ਜਿਹਦਾ 50 ਲੱਖ ਰੁਪਇਆ ਵਕੀਲਾਂ ਦਾ ਖਰਚਾ ਆ ਗਿਆ, ਇੱਕ ਝੂਠਾ ਕੇਸ 324 ਆਈਪੀਸੀ ਦਾ ਉੱਤੇ ਪਾ ਕੇ ਉਹਨੂੰ ਬੜੇ ਬੇਲ ਲਈ, ਉਹਨੂੰ ਯੂਪੀ ਗਵਰਨਮੈਂਟ 25 ਵਾਰ ਉਹਦੇ ਸੰਮਣ ਆ ਗਏ, ਵਾਰੰਟ ਆ ਗਏ, ਤੁਸੀਂ ਸੁਪਰੀਮ ਕੋਰਟ ਤੱਕ ਉਹਨੂੰ ਚਲੇ ਗਏ। ਇੱਕ ਗੈਂਗਸਟਰ ਨੂੰ ਇੱਥੇ ਕਿਸ ਗੱਲ ਕਰਕੇ ਬਣਾ ਦਿੱਤੀ? ਕਿਉਂਕਿ ਰਾਬਰਟ ਵਾਡਰਾ ਦਾ ਯਾਰ ਸੀ, ਕਿਉਂਕਿ ਪ੍ਰਿੰਕਾ ਗਾਂਧੀ ਨਾਲ ਉਹਦੀ ਨੇੜਤਾ ਸੀ, ਕਿ ਸੋਨੀਆ ਗਾਂਧੀ ਨਾਲ ਉਹਦੀ ਨੇੜਤਾ ਸੀ। ਇਸ ਕਰਕੇ ਸੋਨੀਆ ਗਾਂਧੀ ਦੇ ਇਸ਼ਾਰੇ ਦੇ ਉੱਪਰ ਤੁਸੀਂ ਇੱਥੇ ਰੱਖਿਆ। ਤੁਸੀਂ ਕਹਿੰਦੇ ਸਾਨੂੰ ਸਾਡੀ ਸਰਕਾਰ ਬਾਰੇ, ਤੁਹਾਡੀ ਤਾਂ ਡੀਜੀਪੀ ਰੁਸਤਾ ਆਲਮ ਲਾਉਂਦੀ ਰਹੀ ਆ, ਤੁਸੀਂ ਰੁਸਤਾ ਆਲਮ ਨੂੰ ਮਹਿਮਾਨ ਬਣਾ ਕੇ 5 ਸਾਲ ਰੱਖਿਆ, ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਰੱਖਿਆ, ਸਰਕਾਰੀ ਕੋਠੀ ਦੇ ਵਿੱਚ ਰੱਖਿਆ। ਇਹਦੀ ਇਨਵੈਸਟੀਗੇਸ਼ਨ ਕਰਾਉਣਾ ਪਹਿਲਾਂ। ਅਕਾਲੀ ਦਲ ਵਾਲਿਆਂ ਦੀ ਨਸ਼ੇ ਦੀ ਗੱਲ ਕਰ ਰਹੇ ਨੇ, ਇਹਨਾਂ ਦਾ ਸਭ ਤੋਂ ਵੱਡਾ ਲੀਡਰ ਤਾਂ 1 ਮਹੀਨਾ ਪਹਿਲਾਂ ਜੇਲ੍ਹ ਤੋਂ ਛੁੱਟਿਆ, ਨਸ਼ੇ ਦੇ ਕੇਸ ਦੇ ਵਿੱਚ ਜ਼ਮਾਨਤ ਤੇ ਆਇਆ। ਜਿਹੜੇ ਬੰਦੇ ਨਸ਼ੇ ਦੇ ਕੇਸਾਂ ਦੇ ਵਿੱਚ ਜ਼ਮਾਨਤ ਤੇ ਰਿਹਾ ਹੋ ਕੇ ਆਏ ਨੇ, ਉਹ ਸਾਨੂੰ ਕਹਿ ਰਹੇ ਨੇ ਨਸ਼ੇ ਦੇ ਮੁੱਦੇ ਤੇ ਤੁਸੀਂ ਬੁਲਾਓ ਜੀ, ਸਾਨੂੰ ਲਾਅ ਐਂਡ ਆਰਡਰ ਦੇ ਮੁੱਦੇ ਤੇ ਬੁਲਾਓ ਜੀ। ਅੱਜ ਜਿਹੜਾ ਪਰਾਲੀ ਦਾ ਮੁੱਦਾ, ਜੀਐਸਟੀ ਦਾ ਮੁੱਦਾ, ਬਿਜਲੀ ਦਾ ਮੁੱਦਾ, ਉਹ ਇਸ ਕਰਕੇ ਵੱਡਾ ਹੈਗਾ ਕਿ ਤੁਹਾਨੂੰ ਪਤਾ ਹੋਵੇਗਾ 2 ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਹੋਇਆ ਹੈ, ਸਰਕਾਰ ਕਹਿ ਰਹੀ ਹੈ, ਕੇਂਦਰ ਸਰਕਾਰ, ਕਿ ਜਿਹੜਾ ਪੰਜਾਬ ਦੀ ਬਿਜਲੀ ਦਾ ਮਾਮਲਾ ਹੈਗਾ ਸਾਰੇ ਸੂਬਿਆਂ ਦਾ, ਉਹ ਨਿੱਜੀ ਹੱਥਾਂ ਦੇ ਵਿੱਚ ਜਾ ਰਿਹਾ, ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਿਹਾ, ਤੇ ਉਹਦੇ ਚ ਬਿਜਲੀ ਸਰਕੂਲੇਸ਼ਨ, ਕੰਟਰੋਲ, ਮੈਨੇਜਮੈਂਟ, ਪ੍ਰੋਡਕਸ਼ਨ ਤੋਂ ਲੈ ਕੇ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਤੈਅ ਕਰਨਗੀਆਂ। ਉਸ ਗੱਲ ਨੂੰ ਲੈ ਕੇ ਜਿਹੜਾ ਹੈਗਾ ਬਿਜਲੀ ਬੜਾ ਇੰਪੋਰਟੈਂਟ ਮੁੱਦਾ ਹੈਗਾ। ਇਲੈਕਟ੍ਰਿਸਿਟੀ ਐਕਟ ਜਿਹੜਾ ਹੈਗਾ 2020 ਉਹ ਡਿਸਕਸ ਹੋਣਾ ਹੈਗਾ, ਤੇ ਉਹਦੇ ਤੇ ਸਰਕਾਰ ਨੇ ਕੀ ਸਟੈਪ ਲੈਣੇ ਨੇ ਉਹ ਸਾਰਾ ਕੁਝ ਉੱਥੇ ਡਿਸਕਸ ਹੋਣਾ ਹੈਗਾ। ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਕੀ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ, ਪਿਛਲਾ ਪੈਸਾ ਜਿਹੜਾ ਕੇਂਦਰ ਸਰਕਾਰ ਦਾ ਆਇਆ ਉਹ ਕਿੱਥੇ ਗਿਆ, ਜਿਹੜੇ ਹੈਪੀ ਸੀਡਰ ਦੇਣੇ ਸੀ ਉਹ ਕਾਂਗਰਸ ਸਰਕਾਰ ਨੇ ਕਿਉਂ ਨਹੀਂ ਦਿੱਤੇ, ਉਹ ਪੈਸਾ ਕਿੱਥੇ ਕੌਣ ਖਾ ਗਿਆ। ਤੇ ਸਾਰੀਆਂ ਗੱਲਾਂ
ਉੱਥੇ ਡਿਸਕਸ ਹੋਣੀਆਂ ਹੈਗੀਆਂ ਨੇ ਕਿ ਕਿਸਾਨਾਂ ਨੂੰ ਪਰਾਲੀ ਦੇ ਮੁੱਦੇ ਤੇ ਕਿਵੇਂ ਰਾਹਤ ਦੇਣੀ ਹੈਗੀ ਆ। ਇਸ ਕਰਕੇ ਸਰਕਾਰ ਨੇ ਮੁਨਾਸਬ ਸਮੇਂ ਦੇ ਉੱਪਰ ਜਿਹੜਾ ਹੈਗਾ ਇਹ ਸੈਸ਼ਨ ਬੁਲਾਇਆ ਹੈਗਾ। ਦੂਜੀ ਗੱਲ, ਇੱਕ ਮੈਂ ਤਾਂ ਚਲੋ ਬੀਜੇਪੀ ਤਾਂ ਬੋਲਦੀ ਹੈ, ਕਾਂਗਰਸ ਤੇ ਅਕਾਲੀ ਦਲ ਤਾਂ ਹੈਰਾਨ ਹੋ ਰਿਹਾ ਕਿਵੇਂ ਬੀਜੇਪੀ ਨੂੰ ਡਿਫੈਂਡ ਕਰ ਰਹੇ ਨੇ। ਕੀ ਇਹ ਚਾਹੁੰਦੇ ਨੇ ਕਿ ਲੋਟਸ ਦੇ ਮਾਮਲੇ ਦੇ ਉੱਤੇ, ਇਹ ਆਪਰੇਸ਼ਨ ਲੋਟਸ ਦੇ ਮਾਮਲੇ ਦੇ ਉੱਪਰ ਬੀਜੇਪੀ ਨੂੰ ਐਕਸਪੋਜ਼ ਨਾ ਕੀਤਾ ਜਾਵੇ? ਕੀ ਜੋ ਅਸਲ ਸੱਚਾਈ ਆ ਵਿਧਾਨ ਸਭਾ ਦੇ ਵਿੱਚ ਨਾ ਰੱਖੀ ਜਾਵੇ? ਕੀ ਉੱਥੇ ਇਹ ਮਾਮਲਾ ਨਾ ਵਿਚਾਰਿਆ ਜਾਵੇ? ਕਿ ਵਿਧਾਨ ਸਭਾ ਦੇ ਧਿਆਨ ਦੇ ਵਿੱਚ ਵਿਧਾਨ ਸਭਾ ਕੋਈ 92 ਲੋਕਾਂ ਦੀ ਵਿਧਾਨ ਸਭਾ ਨਹੀਂ ਹੈ ਕਿ 92 ਆਮ ਆਦਮੀ ਪਾਰਟੀ ਦੇ ਐਮਐਲਏ ਆ ਗਏ ਤੇ ਵਿਧਾਨ ਸਭਾ ਬਣ ਗਈ। ਇਹ ਵਿਧਾਨ ਸਭਾ 117 ਮੈਂਬਰਾਂ ਦੀ ਆ ਜਿਹੜੇ ਚੁਣ ਕੇ ਆਏ ਨੇ। ਉਹਦੇ ਚ ਅਕਾਲੀ ਦਲ ਦੇ ਵੀ ਨੇ, ਕਾਂਗਰਸ ਦੇ ਵੀ ਨੇ, ਬੀਜੇਪੀ ਦੇ ਵੀ ਨੇ। ਕੀ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਇਹ ਗੱਲ ਡਿਸਕਸ ਨਹੀਂ ਹੋਣੀ ਚਾਹੀਦੀ? ਅੱਜ ਕਾਂਗਰਸ ਦੇ ਐਮਐਲਏ ਟੁੱਟ ਕੇ ਕਿਵੇਂ ਬੀਜੇਪੀ ਚ ਜਾ ਰਹੇ ਨੇ ਤੇ ਕਾਂਗਰਸ ਨੂੰ ਦੱਸਣਾ ਚਾਹੀਦਾ ਕਿ ਹਾਂ ਬੀਜੇਪੀ ਇਹ ਐਮਐਲਏ ਤੋੜ ਰਹੀ ਆ। ਕਿੱਦਾਂ ਤੁਹਾਡਾ ਗੋਆ ਦਾ ਲੀਡਰ ਆਫ ਆਪੋਜੀਸ਼ਨ ਬੀਜੇਪੀ ਜੁਆਇਨ ਕਰ ਗਿਆ? ਬੜੀ ਸ਼ਰਮਨਾਕ ਗੱਲ ਆ ਤੁਹਾਡੇ ਲਈ। ਐਡੀ ਇਸ ਤੋਂ ਵੱਧ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਤੁਹਾਡਾ ਲੀਡਰ ਆਫ ਆਪੋਜੀਸ਼ਨ 8 ਐਮਐਲਏ ਸਮੇਤ ਬੀਜੇਪੀ ਜੁਆਇਨ ਕਰ ਲਵੇ। ਤੋ ਇਸ ਕਰਕੇ ਇਹ ਥੋੜਾ ਇਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵਿਰੋਧੀ ਧਿਰ ਦੇ ਵਿੱਚ ਬਿਠਾਇਆ ਤੇ ਇਹ ਸਾਰਥਕ ਗੱਲ ਕਰਨ, ਸਾਰਥਕ ਮੁੱਦਿਆਂ ਦੀ ਗੱਲ ਕਰਨ। ਅਗਰ ਬੀਜੇਪੀ ਕੇਂਦਰ ਦੇ ਸਹਾਰੇ ਕਦੇ ਈਡੀ ਦਾ ਸਹਾਰਾ ਲੈ ਰਹੀ ਹੈ, ਕਦੇ ਸੀਬੀਆਈ ਦਾ ਸਹਾਰਾ ਲੈ ਰਹੀ ਹੈ, ਤੇ ਅਗਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦਿੱਲੀ ਤੋਂ ਲੈ ਕੇ ਗੋਆ ਤੱਕ, ਪੰਜਾਬ ਤੱਕ ਅਗਰ ਲੜ ਰਹੀ ਹੈ ਤਾਂ ਭਾਜਪਾ ਦੇ ਨਾਲ ਆਮ ਆਦਮੀ ਪਾਰਟੀ ਲੜ ਰਹੀ ਹੈ। ਚਾਹੇ ਉਹ ਗੁਜਰਾਤ ਦੀ ਗੱਲ ਹੈ, ਚਾਹੇ ਹਿਮਾਚਲ ਦੀ ਗੱਲ ਹੈ। ਕਾਂਗਰਸ ਤਾਂ ਅੱਜ ਵੀਕ ਹੋ ਚੁੱਕੀ ਹੈ। ਕਾਂਗਰਸ ਤਾਂ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਕਾਂਗਰਸ ਤਾਂ ਬੀਜੇਪੀ ਨੂੰ ਟੱਕਰ ਨਹੀਂ ਦੇ ਸਕਦੀ। ਕਾਂਗਰਸ ਫਾਈਟ ਨਹੀਂ ਕਰ ਸਕਦੀ। ਅੱਜ ਹਿੰਦੁਸਤਾਨ ਦੇ ਲੋਕ ਅਗਰ ਦੇਖ ਰਹੇ ਨੇ ਆਮ ਆਦਮੀ ਪਾਰਟੀ ਵੱਲ, ਇੱਕ ਉਮੀਦ ਹੀ ਕਰਨਾ ਕਿ ਆਮ ਆਦਮੀ ਪਾਰਟੀ ਕਿਵੇਂ ਨਰਿੰਦਰ ਮੋਦੀ ਨੂੰ ਟੱਕਰ ਦੇ ਰਹੀ ਹੈ। ਗੁਜਰਾਤ ਦੇ ਵਿੱਚ ਵੀ, ਹਿਮਾਚਲ ਦੇ ਵਿੱਚ ਵੀ, ਪੰਜਾਬ ਦੇ ਅੰਦਰ, ਗੋਆ ਦੇ ਅੰਦਰ, ਦਿੱਲੀ ਦੇ ਅੰਦਰ ਅਸੀਂ ਫਾਈਟ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਬਦਲ ਬਣ ਕੇ ਉਭਰਾਂਗੇ। ਕਾਂਗਰਸ ਤੋਂ ਲੋਕਾਂ ਨੂੰ ਕੋਈ ਉਮੀਦ ਨਹੀਂ ਜੀ। ਅਮਿਤ ਅਰੋੜਾ ਜੀ, ਜੋ ਦੋਸ਼ ਲੱਗ ਰਹੇ ਆ ਉਹ ਬੀਜੇਪੀ ਤੇ ਲੱਗ ਰਹੇ ਆ ਤੇ ਵਾਰ ਅਕਾਲੀ ਦਲ ਤੇ ਕਾਂਗਰਸ ਤੇ ਹੋ ਰਿਹਾ। ਜਿਹੜੇ ਦੋਸ਼ ਲੱਗ ਰਹੇ ਆ, ਆਪਰੇਸ਼ਨ ਲੋਟਸ ਦੀ ਜਿਹੜੀ ਗੱਲ ਕੀਤੀ ਹੈ, ਸ਼ੁਰੂਆਤ ਦੇ ਵਿੱਚ ਗੱਲ ਹੋਈ ਕਿ ਆਪਰੇਸ਼ਨ ਲੋਟਸ ਵੀ ਚਰਚਾ ਕੀਤੀ ਜਾ ਸਕਦੀ ਹੈ ਇਹਦੀ, ਤੇ ਜੇ ਉਹ ਚਰਚਾ ਹੁੰਦੀ ਹੈ ਤਾਂ ਉਹ ਹੁਣ ਵੀ ਡਿਬੇਟ ਦੇ ਵਿੱਚ ਵੀ ਉਹੀ ਚਰਚਾ ਹੋ ਰਹੀ ਹੈ ਵੀ ਆਪਰੇਸ਼ਨ ਲੋਟਸ ਹੈ ਜਿਹੜਾ ਮਿੱਤਲ ਸਾਹਿਬ ਕਹਿ ਰਹੇ ਕਿ ਉਹ ਲੋਕ ਵਿਰੋਧੀ ਹੈ, ਪੰਜਾਬ ਵਿਰੋਧੀ ਹੈ। ਤੇ ਜੇ ਆਪਰੇਸ਼ਨ ਲੋਟਸ ਹੁੰਦਾ ਜਾਂ ਨਹੀਂ ਹੁੰਦਾ, ਹੋਊਗਾ ਕਿ ਨਹੀਂ ਹੋਊਗਾ, ਇਹ ਦੱਸ ਦਿਓ ਪਹਿਲਾਂ। ਇੱਕ ਗੱਲ ਦੱਸੋ ਅਮਨਦੀਪ ਜੀ, ਜੇ ਕਿਸੇ ਚੀਜ਼ ਦਾ ਕੋਈ ਆਪਰੇਸ਼ਨ ਹੀ ਨਹੀਂ ਹੋਇਆ ਜੀ, ਇਹਨਾਂ ਨੂੰ ਕੋਈ ਸੁਪਨਾ ਆ ਗਿਆ ਕਿ ਆਪਰੇਸ਼ਨ ਹੋਇਆ? ਨਹੀਂ। ਗੋਆ ਕਹਿੰਦੇ ਜੀ ਗੋਆ ਦੇ ਵਿੱਚ ਕਾਂਗਰਸ ਦੇ ਐਮਐਲਏ ਖਰੀਦੋ ਫਰੋਖਤ ਹੋ ਗਈ। ਉਹ ਭਾਈ ਦੱਸੋ, ਜੇ ਖਰੀਦੋ ਫਰੋਖਤ ਹੋਈ ਹੈ ਕਿੰਨੇ ਦੀ ਹੋਈ, ਕਿਹੜੇ ਐਮਐਲਏ ਨੂੰ ਕਿੰਨੇ ਪੈਸੇ ਮਿਲੇ, ਉਹਦੇ ਪ੍ਰੂਫ ਦੇ ਦਿਓ। ਕੱਲ ਦਿਓ ਵਿਧਾਨ ਸਭਾ ਦੇ ਵਿੱਚ ਪ੍ਰੂਫ। ਜੇ ਮਾਂ ਦੇ ਪੁੱਤ ਹੈਗੇ ਹੋ ਨਾ ਤੇ ਕੱਲ ਸਾਰੇ ਪ੍ਰੂਫ ਤੁਸੀਂ ਵਿਧਾਨ ਸਭਾ ਦੇ ਵਿੱਚ ਦਿਓ ਜੇ ਆਪਰੇਸ਼ਨ ਲੋਟਸ ਤੇ ਚਰਚਾ ਕਰਨੀ ਹੈ। ਤੇ ਦੂਜੀ ਗੱਲ ਇਹ ਕਹਿੰਦੇ ਆ ਕਿ ਲੋ ਜੀ ਇਹ ਪ੍ਰਾਈਵੇਟ ਹੱਥਾਂ 'ਚ ਬਿਜਲੀ। ਉਹ ਭਾਈ ਪਹਿਲੇ ਦਿੱਲੀ ਦੇ ਵਿੱਚ ਤਾਂ ਦੇਖੋ, ਦਿੱਲੀ ਦੇ ਵਿੱਚ ਤਾਂ ਤੁਸੀਂ ਡਿਸਟ੍ਰੀਬਿਊਸ਼ਨ ਸਾਰੀ ਪ੍ਰਾਈਵੇਟ ਹੱਥਾਂ 'ਚ ਦਿੱਤੀ ਹੈ। ਦਿੱਲੀ ਦੇ ਵਿੱਚ ਬਿਜਲੀ ਦੀ ਡਿਸਟ੍ਰੀਬਿਊਸ਼ਨ ਇਹਨਾਂ ਨੇ ਟਾਟਾ ਦੇ ਹੱਥਾਂ 'ਚ ਦਿੱਤੀ ਹੈ। ਤੁਸੀਂ ਉਹ ਕਿਉਂ ਨਹੀਂ ਵਾਪਸ ਲਈ ਡਿਸਟ੍ਰੀਬਿਊਸ਼ਨ? ਉਹ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਤੁਸੀਂ ਫਾਇਦਾ ਪਹੁੰਚਾ ਰਹੇ ਹੋ ਦਿੱਲੀ ਦੇ ਵਿੱਚ? ਪਹਿਲੇ ਆਪਣੇ ਮੰਜੀ ਥੱਲੇ ਸੋਟੀ ਮਾਰੋ, ਫਿਰ ਤੁਸੀਂ ਪੰਜਾਬ ਦੇ ਬਾਰੇ 'ਚ ਗੱਲ ਕਰੋ। ਦੂਜੀ ਗੱਲ ਇਹ ਕਹਿ ਰਿਹਾ ਜੀ 117 ਐਮਐਲਏ। ਭਾਈ 117 ਐਮਐਲਏ ਦੇ ਵਿੱਚ ਕਿਸੇ ਐਮਐਲਏ ਨੇ ਇਹ ਨਹੀਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹਨਾਂ ਦੇ ਪ੍ਰਤੀ ਸਾਡੀ ਬੇਭਰੋਸਗੀ ਆ। ਫਿਰ ਤੁਸੀਂ ਕਾਹਦਾ ਮੋਸ਼ਨ ਲੈ ਕੇ ਆ ਰਹੇ ਹੋ? ਗੱਲ ਇਹ ਹੈ ਭਰੋਸਗੀ ਮਤਾ ਕਾਹਦਾ ਲੈ ਕੇ ਆ ਰਹੇ ਹੋ ਤੁਸੀਂ? ਬੇਭਰੋਸਗੀ ਸਿਰਫ ਇੱਕੋ ਹੀ ਬੰਦੇ ਨੂੰ ਹੈ, ਅਰਵਿੰਦ ਕੇਜਰੀਵਾਲ ਨੂੰ, ਭਗਵੰਤ ਮਾਨ ਦੇ ਪ੍ਰਤੀ। ਉਹ ਭਗਵੰਤ ਮਾਨ ਨੂੰ ਹਟਾਉਣਾ ਚਾਹੁੰਦੇ ਆ, ਭਗਵੰਤ ਮਾਨ ਨੂੰ ਲਾਹਣਾ ਚਾਹੁੰਦੇ ਆ ਤੇ ਹਰਪਾਲ ਸਿੰਘ ਚੀਮਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ। ਵਨ ਟਾਈਮ ਇੱਕੋ ਇੱਕ ਏਜੰਡਾ। ਦੂਸਰੀ ਗੱਲ ਜਿਹੜੀ ਲਾਅ ਐਂਡ ਆਰਡਰ ਦੀ ਗੱਲ ਵਿਨੋਦ ਭਾਰਤੀ ਜੀ ਕਰ ਰਹੇ ਸੀ, ਮੈਂ ਇਹਨਾਂ ਦੀ ਗੱਲ 'ਚ ਐਡ ਕਰਦੇ ਆ। ਜਲੰਧਰ ਦੇ ਵਿੱਚ ਜਿਹੜਾ ਆਪ ਦੇ ਐਮਐਲਏ ਨੇ ਡੀਸੀਪੀ ਨੂੰ ਬੰਦੀ ਬਣਾਇਆ ਸੀ, ਉਹਦੀ ਬਦਲੀ ਦਾ ਬਾਅਦ ਦੇ ਵਿੱਚ ਹੋਈ। ਬੰਦੀ ਬਣਾ ਕੇ ਉਹਦੇ ਤੇ ਹਮਲਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਦੇ ਦੁਆਰਾ। ਦੂਸਰਾ ਐਮਐਲਏ ਸ਼ੀਤਲ ਉਂਗਰਾਲ, ਉਹਦੇ ਭਰਾ ਦੁਆਰਾ ਸਿਵਲ ਹਸਪਤਾਲ ਦੀ ਡਾਕਟਰ, ਲੇਡੀ ਡਾਕਟਰ ਤੇ ਹਮਲਾ ਕੀਤਾ ਗਿਆ, ਉਹਦੀ ਇਨਸਲਟ ਕੀਤੀ ਗਈ, ਉਹਦੀ ਬੇਇੱਜ਼ਤੀ ਕੀਤੀ ਗਈ। ਭਾਈ ਮਸੀਹਾ ਦੇ ਵਿੱਚ ਜਾ ਕੇ ਦੇਖ ਲਓ, ਤੁਹਾਡੇ ਆਪਣੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਧਰਨਾ ਲਾ ਕੇ ਬੈਠੇ ਹੋਏ ਆ ਕਿ ਉੱਥੋਂ ਦਾ ਐਮਐਲਏ ਜਿਹੜਾ ਵਾ ਉਹ ਮਾਈਨਿੰਗ ਕਰਵਾ ਰਿਹਾ, 15,000 ਰੁਪਏ ਦੀ ਟਰਾਲੀ ਰੇਤਾ ਦੀ ਵੇਚ ਰਿਹਾ। ਤੁਹਾਡਾ ਆਪਣਾ ਐਮਐਲਏ, ਉਹਨਾਂ ਦੇ ਆਰੋਪ ਲੱਗ ਰਹੇ ਆ। ਤੁਸੀਂ ਜਿਹੜੀ ਆ ਪ੍ਰੂਫ ਦੀ ਗੱਲ ਕਰਦੇ ਹੋ ਨਾ, ਤੁਸੀਂ ਭਗਵੰਤ ਮਾਨ ਜੀ ਨੂੰ ਕਹੋ ਪਹਿਲੇ ਡਾਕਟਰ ਵਿਜੇ ਇੰਦਰ ਸਿੰਗਲਾ ਦੀ ਆਡੀਓ ਰਿਕਾਰਡਿੰਗ ਤਾਂ ਜਨਤਕ ਕਰਨ, ਜਿਹੜੀ ਉਹ ਕਹਿੰਦੇ ਸੀ ਮੇਰੇ ਕੋਲ ਆਡੀਓ ਹੈ। ਅਜੇ ਤੱਕ ਤੁਸੀਂ ਸੁੱਚਾ ਸਿੰਘ ਛੋਟੇਪੁਰ ਦੀ ਤਾਂ ਆਡੀਓ ਰਿਕਾਰਡਿੰਗ ਪੇਸ਼ ਨਹੀਂ ਕਰ ਪਾਏ। ਸੋ ਜਿਹੜਾ ਤੁਹਾਡਾ ਡਰਾਮਾ ਨਾ, ਤੁਸੀਂ ਐਕਸਪੋਜ਼ ਹੋ ਚੁੱਕੇ ਹੋਏ ਹੋ।
ਆਮ ਆਦਮੀ ਪਾਰਟੀ ਪੂਰੇ ਤਰੀਕੇ ਦੇ ਨਾਲ ਐਕਸਪੋਜ਼ ਹੋ ਚੁੱਕੀ ਹੋਈ ਹੈ। ਇਹਨਾਂ ਦੇ ਕੋਲ ਕੱਖ ਨਹੀਂ ਹੈ। ਤੁਸੀਂ ਦੇਖੋ ਨਾ, ਪਾਣੀ ਦਾ ਗਲਾਸ ਭਰਿਆ ਤਾਂ ਆਮ ਆਦਮੀ ਪਾਰਟੀ ਕਹਿ ਰਿਹਾ ਜੀ ਉਸ ਗਲਾਸ 'ਚ ਹੋਰ ਪਾਣੀ ਪਾ ਦਿਓ। ਸੋ ਇਹਨਾਂ ਨੂੰ ਵੀ ਪਤਾ ਕਿ ਜੇ ਪਾਣੀ ਦਾ ਗਲਾਸ ਭਰਿਆ ਤੇ ਉਹਦੇ 'ਚ ਹੋਰ ਪਾਣੀ ਪਾਵਾਂਗੇ ਤੇ ਪਾਣੀ ਡੁੱਲੇਗਾ। ਇਹ ਹੋਰ ਪਾਣੀ ਪਾਉਣ ਦੀ ਗੱਲਾਂ ਕਰਨ ਡਏ ਆ। ਇਹ ਇਹਨਾਂ ਦੇ MLA, ਇਹਨਾਂ ਦੀ ਸਰਕਾਰ ਅੰਨੀ ਤਾਂ ਹੋ ਹੀ ਗਈ ਹੈ। ਇਹ ਗੂੰਗੀ ਤੇ ਬਹਿਰੀ ਵੀ ਹੋ ਗਈ ਹੈ। ਲੋਕਾਂ ਦੀ ਨਹੀਂ ਸੁਣਦੇ, ਲੋਕਾਂ ਦੀਆਂ ਸਮੱਸਿਆਵਾਂ ਦੀ ਨਹੀਂ ਸੁਣਦੇ। ਲੋਕ ਤਰਾਹ ਕਰ ਰਹੇ ਆ ਪੰਜਾਬ ਦੇ ਵਿੱਚ, ਔਰ ਲੋਕਾਂ ਦੀਆਂ ਸਮੱਸਿਆਵਾਂ ਤੋਂ ਇਹ ਭਟਕਾਉਣ ਵਾਸਤੇ ਇਹ ਦੂਸਰੇ ਮੁੱਦੇ ਜਿਹੜੇ ਆ ਇਹ ਲੈ ਕੇ ਆ ਰਹੇ ਆ ਜਨਤਾ ਦੇ ਵਿੱਚ। ਜੀ ਪਰਮਵੀਰ ਜੀ, ਇਹਦੇ ਨਾਲ ਹੀ ਤੁਹਾਡੇ ਤੇ ਵੀ ਆਰੋਪ ਲੱਗੇ। ਉਹਨਾਂ ਨੇ ਜਿਵੇਂ ਗੱਲ ਕੀਤੀ ਬੀਜੇਪੀ ਦੀ, ਤੇ ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਘੱਟੋ ਘੱਟ ਇਹਦਾ ਵਿਰੋਧ ਕਰਨਾ ਚਾਹੀਦਾ ਸੀ ਤਾਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਆਵੇ। ਤੇ ਉਹਨਾਂ ਨੇ ਨਸ਼ੇ ਦੇ ਮੁੱਦੇ ਤੇ ਇੱਕ ਬੜਾ ਗੰਭੀਰ ਆਰੋਪ ਫੇਰ ਲਾਇਆ ਕਿ ਤੁਹਾਡੇ ਮੰਤਰੀ ਰਹੇ ਆ ਜਿਹੜੇ ਸਾਬਕਾ ਮੰਤਰੀ, ਉਹ ਕੁਝ ਟਾਈਮ ਪਹਿਲਾਂ ਹੀ ਇਸੇ ਮਾਮਲੇ 'ਚੋਂ ਛੁੱਟ ਕੇ ਆਏ ਆ। ਦੇਖੋ ਜੀ, ਮੈਨੂੰ ਲੱਗਦਾ ਸ਼ਾਇਦ ਮਿੱਤਲ ਸਾਹਿਬ ਡੇ ਟੂ ਡੇ ਜਿਹੜੇ ਪੰਜਾਬ ਸਟੇਟਸ ਦੇ ਅਫੇਅਰ ਆ ਉਹਦੇ ਨਾਲ ਆਪਣੇ ਆਪ ਨੂੰ ਇੰਨਾ ਜਾਣੂ ਨਹੀਂ ਕਰਾਉਂਦੇ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਖੁਦ ਕੰਪਲੇਂਟ ਫਾਈਲ ਕੀਤੀ ਹੈ ਚੰਡੀਗੜ੍ਹ ਦੇ SSP ਨੂੰ ਵੀ ਆਪਰੇਟਰ ਲੋਟਸ ਦੀ ਜਾਂਚ ਕੀਤੀ ਜਾਵੇ ਤੇ ਜਿਹੜੇ ਇਹਦੇ 'ਚ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਤੇ ਜੇ ਇਹ ਜਿਹੜੀ ਕੰਪਲੇਂਟ ਆ ਝੂਠੀ ਪਾਈ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸਾਡਾ ਤਾਂ ਮੁੱਦਾ ਸਿਰਫ ਇਹ ਹੈ ਵੀ ਜਿਹੜਾ ਸੈਸ਼ਨ ਦੇ ਉੱਪਰ 70 ਤੋਂ 90 ਲੱਖ ਰੁਪਇਆ ਖਰਚਾ ਆਣਾ ਹੈ, ਉਹ ਪੰਜਾਬ ਦੇ ਲੋਕਾਂ ਦੀ ਜੇਬ ਦੇ ਵਿੱਚੋਂ ਜਾਣਾ ਹੈ। ਉਹ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੇ ਆਪਦੀ ਜੇਬ ਚੋਂ ਨਹੀਂ ਦੇਣਾ। ਦੂਸਰੀ ਗੱਲ ਇਹ ਕਹਿ ਰਹੇ ਆ ਨਸ਼ੇ ਦੇ ਮੁੱਦੇ ਉੱਪਰ, ਇਹ ਉਹੀ ਕੇਜਰੀਵਾਲ ਹੈ ਜਿਹੜਾ ਕਹਿੰਦਾ ਸੀ 24 ਘੰਟੇ 'ਚ ਜੇ ਸਰਕਾਰ ਜਾਵੇ ਤਾਂ ਨਸ਼ਾ ਮੁਕਤ ਹੋ ਸਕਦਾ ਹੈ ਪ੍ਰਦੇਸ਼। ਤੇ ਅੱਜ ਨਸ਼ਿਆਂ ਦੇ ਵਿੱਚ ਹਰ ਰੋਜ਼ ਦੀ ਜਿਹੜੀ ਗਿਣਤੀ ਹੈ 10 ਤੋਂ 15 ਨੌਜਵਾਨ ਪੰਜਾਬ ਦੇ ਵਿੱਚ ਮੌਤ ਹੋ ਰਹੀ ਹੈ, ਉਹ ਵੀ ਓਵਰਡੋਜ਼ ਦੇ ਨਾਲ। ਤੇ ਜਿਹੜੀ ਇਹ ਗੱਲ ਕਹਿ ਰਹੇ ਆ ਵੀ ਸਾਡੇ ਜਿਹੜੇ ਇੱਕ MLA ਜਿਹੜੇ ਐਕਸ MLA ਰਿਹਾ ਹੋ ਕੇ ਆਏ ਨੇ, ਇਹਨਾਂ ਦੇ ਵਕੀਲ ਹੀ ਕੋਰਟ 'ਚ ਪੇਸ਼ ਹੁੰਦੇ ਰਹੇ ਨੇ ਤੇ 26 ਪੇਜਾਂ ਦੀ ਜਜਮੈਂਟ ਦੇ ਵਿੱਚ ਹਾਈ ਕੋਰਟ ਨੇ ਜੋ ਇਹਨਾਂ ਦੇ ਲਾਅ ਐਂਡ ਆਰਡਰ ਸਿਚੁਏਸ਼ਨ ਤੇ ਜੋ ਸਿੱਟ ਇਹਨਾਂ ਨੇ ਝੂਠੀਆਂ ਬਣਾਈਆਂ ਸੀ ਤੇ ਦਲੀਲਾਂ ਦਿੱਤੀਆਂ, ਉਹਦੀਆਂ ਜੋ ਧੱਜੀਆਂ ਉਡਾਈਆਂ ਉਹ ਜੱਗ ਜ਼ਾਹਿਰ ਨੇ। ਮੈਂ ਇਹ ਸੋਚ ਕੇ ਬੜਾ ਹੈਰਾਨ ਹੋ ਰਿਹਾ ਵੀ ਅੱਜ ਇਹ ਕਹਿ ਰਹੇ ਆ ਵੀ ਸਰਕਾਰ ਤੈਅ ਕਰੇਗੀ ਵੀ ਕਿਹੜੇ ਮੁੱਦੇ ਇੰਪੋਰਟੈਂਟ ਹੈ। ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਸਰਕਾਰ ਲੋਕਾਂ ਦੇ ਕੋਲੋਂ ਪੁੱਛ ਕੇ ਚੱਲੇਗੀ, ਸਰਕਾਰ ਪੰਚਾਇਤ ਦੇ ਵਿੱਚੋਂ ਚੱਲੇਗੀ, ਸਰਕਾਰ ਚੰਡੀਗੜ੍ਹ ਤੋਂ ਨਹੀਂ ਚੱਲੇਗੀ। ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਹੁੰਦੀ ਸੀ ਵੀ VVIP ਕਲਚਰ ਅਸੀਂ ਖਤਮ ਕਰਾਂਗੇ। ਜੇ ਤੁਸੀਂ ਕਿਤੇ ਜਾਣਾ, ਜੇ ਤੁਹਾਨੂੰ ਸਿਕਿਉਰਿਟੀ ਲੈ ਕੇ ਜਾਣਾ ਪਵੇ ਤਾਂ ਉਹਦੇ ਨਾਲੋਂ ਮੁਰਗੀ ਖਾਨੇ ਖੋਲ ਲਓ। ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਵੀ ਲੋਕਾਂ ਦਾ ਜਿਹੜਾ ਹੈਗਾ ਸੁਣਿਆ ਜਾਏਗਾ, ਲੋਕਾਂ ਦਾ ਪੱਖ ਸਾਰਿਆਂ ਨਾਲੋਂ ਪਹਿਲਾਂ ਅੱਗੇ ਰੱਖਿਆ ਜਾਏਗਾ, ਤੇ ਅੱਜ ਇਸ ਦੇ ਉਲਟ ਹੋ ਰਿਹਾ ਹੈ। ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਰੱਖਿਆ ਜਾਂਦਾ ਤੇ ਕਿਸਾਨਾਂ ਨੂੰ 1 ਘੰਟਾ ਅਲਾਉ ਨਹੀਂ ਕੀਤਾ ਜਾਂਦਾ, ਉਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਜਾਂਦੀ ਹੈ ਕਿਉਂਕਿ CM ਪੰਜਾਬ ਨੇ ਉੱਥੇ ਜਾਣਾ ਹੁੰਦਾ ਹੈ। ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਦਾ ਮੇਲਾ ਰੱਖਿਆ ਜਾਂਦਾ ਹੈ, ਕਿਹਦੇ ਲਈ? ਪੰਜਾਬ ਦੇ ਲੋਕਾਂ ਲਈ, ਫਰੀਦਕੋਟ ਦੇ ਵਸਿੰਦਿਆਂ ਲਈ, ਆਲੇ ਦੁਆਲੇ ਦੇ ਏਰੀਏ ਦੇ ਜਿਹੜੇ ਲੋਕ ਆ ਉਹਨਾਂ ਲਈ ਮੇਲਾ ਰੱਖਿਆ ਜਾਂਦਾ ਹੈ ਤੇ ਉੱਥੇ ਆਮ ਲੋਕਾਂ ਨੂੰ ਡਾਂਗਾ ਮਾਰ ਕੇ ਭਜਾਇਆ ਜਾਂਦਾ ਹੈ। ਇਹ ਉਹੀ ਮੇਲਾ ਜਿਹੜਾ ਲੋਕਾਂ ਲਈ ਰੱਖਿਆ ਗਿਆ ਸੀ। ਤੇ ਉੱਥੇ ਹੁੰਦਾ ਕੀ ਹੈ ਵੀ DC ਨੂੰ ਉੱਥੇ ਜਿਹੜੇ ਵਰਡਸ ਬੋਲੇ ਜਾਂਦੇ, ਜਿਹੜੀ DC ਨੇ ਕੰਪਲੇਂਟ ਕੀਤੀ ਹੈ ਕਿ MLA ਦੀ ਵਾਈਫ ਆ ਕੇ ਉਹਨਾਂ ਨਾਲ ਅਪਸ਼ਬਦ ਬੋਲਦੀ ਹੈ ਕਿਉਂਕਿ ਉਹਨੂੰ ਉੱਥੇ ਕੁਰਸੀ ਨਹੀਂ ਮਿਲਦੀ। ਇਹ ਉਹੀ ਆਮ ਆਦਮੀ ਪਾਰਟੀ ਹੈ। ਦੇਖੋ ਜੀ, ਇਹ ਅੱਜ ਗੱਲ ਕਰ ਰਹੇ ਨੇ ਵੀ ਨਿੱਜੀ ਹੱਥਾਂ ਦੇ ਵਿੱਚ ਬਿਜਲੀ ਦੀ ਜਿਹੜੀ ਜਾ ਰਹੀ ਹੈ। ਮੇਰੇ ਤੋਂ ਪਹਿਲਾਂ ਅਮਿਤ ਜਵਾਨ ਜੀ ਨੇ ਦੱਸਤਾ ਦਿੱਲੀ ਦੇ ਵਿੱਚ ਜੋ ਹਾਲ ਹੋਇਆ। ਇਹਨਾਂ ਕੋਲੋਂ ਪੁੱਛਣ ਵਾਲਾ ਹੋਵੇ ਜਿਹੜੀ ਐਕਸਾਈਜ਼ ਪਾਲਿਸੀ ਲੈ ਕੇ ਆਈ ਹੈ ਉਹ ਕਿਹੜੀ ਸਰਕਾਰੀ ਪਾਲਿਸੀ ਹੈ? ਉਹਦੇ ਵਿੱਚ ਬ੍ਰਿਡਕੋ ਤੇ ਅਨੰਤ ਵਾਈਨ ਜਿਹੜੀ ਕਿ ਦਿੱਲੀ ਦੇ ਵਿੱਚ ਸ਼ਰਾਬ ਦੇ 2 ਠੇਕੇਦਾਰ ਆ, ਪੂਰੇ ਪੰਜਾਬ ਦਾ ਠੇਕਾ ਸਿਰਫ ਉਹ ਦੋਨਾਂ ਨੂੰ ਦੇ ਦਿੱਤਾ ਗਿਆ ਤੇ ਉਹਨਾਂ ਦੇ ਜਿਹੜਾ ਮੁਨਾਫਾ ਸੀ 2% ਤੋਂ ਵਧਾ ਕੇ 12% ਕਰ ਦਿੱਤਾ ਗਿਆ। ਮਿੱਤਲ ਸਾਹਿਬ ਇਹਦਾ ਜਵਾਬ ਦੇਣ। ਉਸ ਤੋਂ ਬਾਅਦ ਮਾਈਨਿੰਗ ਪਾਲਿਸੀ ਹੈ। ਸਰਕਾਰ ਨੇ ਜਿੰਨੀ ਲੀਗਲ ਮਾਈਨਿੰਗ 6 ਮਹੀਨੇ ਚ ਕਰਾਈ, ਪਹਿਲੀ ਵਾਰੀ 70 ਸਾਲਾਂ ਚ ਹੋਇਆ ਵੀ BSF ਨੂੰ ਆ ਕੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇਣਾ ਪਿਆ ਵੀ ਸਾਡੀ ਬਾਰਡਰ ਸਿਕਿਉਰਿਟੀ ਨੂੰ ਖਤਰਾ ਹੈ ਤੇ ਇਹ ਮਾਈਨਿੰਗ ਬੰਦ ਕਰਾਈ ਜਾਵੇ। ਤੇ ਹਾਈ ਕੋਰਟ ਨੇ ਇਹ ਸਾਰੀ ਮਾਈਨਿੰਗ ਪੰਜਾਬ 'ਚ ਬੰਦ ਕਰਾਤੀ, ਇਹ ਕਹਿ ਕੇ ਵੀ ਜੇ ਜਿੱਥੇ ਵੀ ਮਾਈਨਿੰਗ ਕਰਨੀ ਹੈ ਹਾਈ ਕੋਰਟ ਦੇ ਵਿੱਚ ਪਹਿਲਾਂ ਉਹਦੇ ਤੋਂ ਐਪਲੀਕੇਸ਼ਨ ਲਾਈ ਜਾਵੇ ਤਾਂ ਮਾਈਨਿੰਗ ਦੀ ਪਰਮਿਸ਼ਨ ਦਿੱਤੀ ਜਾਏਗੀ। ਹੁਣ ਜਿਹੜੀ ਇਹ ਗੱਲ ਕਰਦੇ ਨੇ ਵੀ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ, ਅੱਜ ਜੋ ਸਟੇਟਮੈਂਟ ਮਿੱਤਲ ਸਾਹਿਬ ਨੇ ਦਿੱਤੀ ਹੈ ਵੀ ਸਰਕਾਰ ਤੈਅ ਕਰੇਗੀ ਵੀ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਹੈ, ਉਹ ਅੱਜ ਇੱਕ ਬਿਲਕੁਲ ਸੱਚਾਈ ਆ ਸਾਹਮਣੇ ਆ ਚੁੱਕੀ ਹੈ ਵੀ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਜਿਹੜਾ ਸੱਤਾ ਦਾ ਨਸ਼ਾ ਉਹ ਇਹਨਾਂ ਦੇ ਸਿਰ ਚੜ ਕੇ ਬੋਲ ਰਿਹਾ।
ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਇੱਕ ਖਤਰੇ ਦੀ ਘੜੀ ਦੇ ਵਿੱਚ ਅਸੀਂ ਆ ਚੁੱਕੇ ਹਾਂ। ਗੈਂਗਸਟਰਵਾਦ, ਛੋਟੀ ਛੋਟੀ ਗੱਲ ਤੇ ਗੋਲੀ ਚੱਲ ਰਹੀ ਹੈ, ਅਫਸਰਾਂ ਦੇ ਉੱਪਰ ਹਮਲੇ ਹੋ ਰਹੇ ਨੇ। ਜੇ ਅਫਸਰ ਹੀ ਸੁਰੱਖਿਅਤ ਨਹੀਂ, ਪੰਜਾਬ ਦੇ ਲੋਕ ਸੁਰੱਖਿਅਤ ਨਹੀਂ, ਤੇ ਇਹਨਾਂ ਦੇ ਐਮਐਲਏ ਦੇ ਪਰਿਵਾਰਕ ਮੈਂਬਰ 10-10 12-12 ਸਿਕਿਉਰਿਟੀ ਆਪਣੇ ਨਾਲ ਲੈ ਕੇ ਘੁੰਮ ਰਹੇ ਨੇ। ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਤੇ ਵੀ ਪੰਜਾਬ ਦੇ ਲੋਕ ਜ਼ਿਆਦਾ ਇੰਪੋਰਟੈਂਟ ਨੇ ਕਿ ਇਹਨਾਂ ਦੇ ਐਮਐਲਏ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਸੀਂ ਇੱਕ ਵੀ ਬੰਦਾ ਸਿਕਿਉਰਿਟੀ ਦਾ ਨਹੀਂ ਲਵਾਂਗੇ, ਉਹ ਜ਼ਿਆਦਾ ਇੰਪੋਰਟੈਂਟ ਨੇ। ਦੇਖੋ, ਇਹ ਸਮਝਣ ਦੀ ਲੋੜ ਹੈ ਕੌਨਫੀਡੈਂਸ ਮੋਸ਼ਨ ਕਿਹਦੇ ਲਈ ਲੈ ਕੇ ਆ ਰਹੇ ਨੇ। ਦੇਖੋ, ਪੰਜਾਬ ਦੇ ਲੋਕਾਂ ਨੂੰ ਜੇ ਇਹਨਾਂ ਤੇ ਵਿਸ਼ਵਾਸ ਸੀ ਤਾਂ 92 ਐਮਐਲਏ ਇਹਨਾਂ ਨੂੰ ਜਿਤਾ ਕੇ ਭੇਜੇ ਆ। ਇਹ ਸਿਰਫ ਇੱਕ ਡਰਾਮਾ ਹੋ ਰਿਹਾ। ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਤੁਸੀਂ ਕਿਤੇ ਵੀ ਚੰਡੀਗੜ੍ਹ ਦੇ ਵਿੱਚ, ਪੰਜਾਬ ਦੇ ਵਿੱਚ ਆਪਣੇ 92 ਐਮਐਲਏ ਇਕੱਠੇ ਕਰ ਲਓ ਤੇ ਉੱਥੇ ਹੱਥ ਖੜੇ ਕਰਾ ਲਓ ਵੀ ਅਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਆ, ਅਸੀਂ ਸੀਐਮ ਦੇ ਨਾਲ ਆ। ਕੀ ਉਹ ਕਰ ਨਹੀਂ ਸਕਦੇ? ਦੇਖੋ ਜੀ, ਇਹ ਤਾਂ ਸਿਰਫ ਇੱਕ ਡਰਾਮਾ ਹੈ ਤਾਂ ਕਿ ਲੋਕ ਇਹਨਾਂ ਦੇ ਕੋਲੋਂ ਪੁੱਛਣ ਨਾ। ਇਸ ਤੋਂ ਵਧੀਆ ਸੌਖਾ ਤਰੀਕਾ ਦੱਸਦਾ ਜਿਹਦੇ ਨਾਲ ਲੋਕਾਂ ਦੀ ਵੀ ਭਲਾਈ ਤੇ ਪੰਜਾਬ ਦੀ ਵੀ ਭਲਾਈ। 117 ਹਲਕੇ ਨੇ, 92 ਐਮਐਲਏ ਇਹਨਾਂ ਦੇ ਜਿੱਤੇ ਹੋਏ ਆ। ਬਾਕੀ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਨੇ ਉਹ ਲੋਕਾਂ ਦੇ ਵਿੱਚ ਜਾਣ, ਲੋਕਾਂ ਦੇ ਵਿੱਚ ਜਾ ਕੇ ਦੱਸਣ ਵੀ ਸਾਨੂੰ ਫਲਾਣੇ ਬੰਦੇ ਨੇ, ਫਲਾਨੀ ਪਾਰਟੀ ਨੇ, ਫਲਾਣੇ ਫੋਨ ਨੰਬਰ ਦੇ ਨਾਲ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਜਿਹੜਾ ਐਂਡ ਆਫ ਦਾ ਡੇ ਜਿਹੜਾ ਡੈਮੋਕ੍ਰੇਸੀ ਬਚਾਉਣ ਦੀ ਗੱਲ ਕਰ ਰਹੇ ਨੇ, ਉਹ ਡੈਮੋਕ੍ਰੇਸੀ ਲੋਕਾਂ ਨੇ ਬਚਾਣੀ ਹੈ। ਨਾ 92 ਐਮਐਲਏ ਨੇ ਬਚਾਣੀ ਹੈ, ਨਾ 117 ਐਮਐਲਏ ਨੇ ਬਚਾਣੀ ਹੈ, ਉਹ ਪੰਜਾਬ ਦੇ ਵੋਟਰਾਂ ਨੇ ਬਚਾਣੀ ਹੈ। ਸਗੋਂ ਇਹਨਾਂ ਨੂੰ ਤਾਂ ਬੜਾ ਵਧੀਆ ਮੌਕਾ ਮਿਲਿਆ, ਪੰਜਾਬ ਦੇ ਲੋਕਾਂ ਦੇ ਕੋਲ ਜਾਣ, ਉਹਨਾਂ ਨੂੰ ਆਪਣੀ ਦਿਲ ਦੀ ਗੱਲ ਦੱਸਣ, ਨਾਲੇ ਉਹਨਾਂ ਦੇ ਦਿਲ 'ਚ ਜੋ ਪਿਆਰ ਹੈਗਾ ਉਹ ਸਵੀਕਾਰ ਕਰਕੇ ਵਾਪਸ ਲੈ ਕੇ ਆਣ, ਤਾਂ ਕਿ ਪੂਰਾ ਮੀਡੀਆ ਵੀ ਉਹ ਕਵਰ ਕਰ ਸਕੇ ਵੀ ਲੋਕ ਇਹਨਾਂ ਨੂੰ ਕਿੰਨਾ ਪਿਆਰ ਦੇ ਰਹੇ ਨੇ ਤੇ ਲੋਕ ਇਹਨਾਂ ਦੇ ਐਮਐਲਏ ਜਿਨ੍ਹਾਂ ਦੇ ਪੋਸਟਰ ਲੱਗ ਰਹੇ ਨੇ ਗੁੰਮ ਹੋਣ ਦੇ, ਉਹਨਾਂ ਨੂੰ ਦੇਖ ਕੇ ਕਿੰਨੀ ਖੁਸ਼ੀ ਪ੍ਰਗਟਾਉਂਦੇ ਨੇ, ਤੇ ਜਿਹੜੇ ਇਹਨਾਂ ਦੇ ਮੁੱਦੇ ਆ ਲੋਕਾਂ ਦੇ, ਉਹਨਾਂ ਦੇ ਕਿੰਨੇ ਕੁ ਜਵਾਬ ਦਿੰਦੇ ਆ। ਮੈਂ ਸਿਰਫ 1 ਮਿੰਟ ਹੋਰ ਲਵਾਂਗਾ। ਪੂਰੀ ਡਿਬੇਟ ਦੇ ਵਿੱਚ ਇਹਨਾਂ ਨੇ ਸਿਰਫ ਇਹ ਕਿਹਾ ਜੀ ਵੀ ਪਿਛਲੀਆਂ ਸਰਕਾਰਾਂ ਨੇ ਮਿੱਤਲ ਸਾਹਿਬ, ਸਰਕਾਰ ਬਣਾਉਣ ਤੋਂ ਪਹਿਲਾਂ ਤੁਸੀਂ ਫਾਰਮੂਲਾ ਦਿੱਤਾ ਸੀ ਵੀ 24 ਘੰਟੇ, ਇੱਕ ਹਫ਼ਤੇ ਦੇ ਵਿੱਚ ਅਸੀਂ ਪੰਜਾਬ ਨੂੰ ਸੁਨਹਿਰੀ ਦੌਰ ਵੱਲ ਲੈ ਕੇ ਜਾਵਾਂਗੇ। ਇਹ ਅੱਜ ਜਦੋਂ ਅਸੀਂ ਤੁਹਾਡੇ ਵਾਅਦੇ ਤੁਹਾਨੂੰ ਅਸੀਂ ਯਾਦ ਕਰਵਾਉਂਦੇ ਆ ਤਾਂ ਤੁਸੀਂ ਕਹਿੰਦੇ ਹੋ ਇਹ ਲੋਕਾਂ ਦੇ ਮੁੱਦੇ ਨਹੀਂ ਹੈ। ਇਹ ਮੁੱਦੇ ਤੁਸੀਂ ਹੀ ਬਣਾਏ ਸੀ, ਇਹ ਮੁੱਦੇ ਤੁਸੀਂ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕੀਤਾ ਸੀ ਵੀ ਅਸੀਂ 24 ਘੰਟੇ, 48 ਘੰਟੇ, ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚੋਂ ਇਹ ਜਿਹੜੇ ਮੁੱਦੇ ਨੇ ਇਹਨੂੰ ਦੂਰ ਕਰਾਂਗੇ। ਪਰ ਅਫਸੋਸ ਦੀ ਗੱਲ ਇਹ ਹੈ ਵੀ ਜਦੋਂ ਅੱਜ ਇਸ ਮੁੱਦਿਆਂ ਦੇ ਉੱਪਰ ਗੱਲ ਕੀਤੀ ਜਾਂਦੀ ਹੈ ਤਾਂ ਤੁਸੀਂ ਇਹ ਕਹਿ ਰਹੇ ਹੋ ਇਹਦੇ ਤੇ ਪੋਲਿਟਿਕਸ ਹੋ ਰਹੀ ਹੈ, ਕਿਉਂਕਿ ਜਿਹੜਾ ਸੱਤਾ ਦਾ ਨਸ਼ਾ ਤੁਹਾਡੇ ਸਿਰ ਤੇ ਚੜ ਕੇ ਬੋਲ ਰਿਹਾ। ਤੇ ਬੜੇ ਅਫਸੋਸ ਦੀ ਗੱਲ ਹੈ, ਤੁਸੀਂ ਆਪਣੇ ਜਿਹੜੇ ਆਕਾ ਬੈਠੇ ਨੇ ਦਿੱਲੀ ਦੇ ਵਿੱਚ, ਉਹਨਾਂ ਨੂੰ ਸਿਰਫ ਇੱਕ ਸੈਟੀਸਫਾਈ ਕਰਨ ਲਈ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਪਾਣੀ ਵਾਂਗੂ ਬਹਾ ਰਹੇ ਹੋ। ਇਹ ਗੱਲ ਕਰਦੇ ਆ ਜੀ ਵੀ ਪੰਜਾਬ ਦਾ ਜਿਹੜਾ ਪੈਸਾ ਹੈ ਅਸੀਂ ਵੇਸਟ ਨਹੀਂ ਕਰ ਰਹੇ। ਇਹ ਆਰਟੀਆਈ ਦੇਣ ਤੋਂ ਹੁਣ ਭੱਜ ਰਹੇ ਨੇ। ਅਗਰ ਇਹਨਾਂ ਤੋਂ ਆਰਟੀਆਈ ਪੁੱਛੀ ਜਾਂਦੀ, ਇੱਕੋ ਜਵਾਬ ਆਉਂਦਾ ਹੈ ਜੀ ਵੀ ਉਹਦੇ ਨਾਲ ਸੀਐਮ ਦੀ ਸੁਰੱਖਿਆ ਨੂੰ ਖਤਰਾ ਹੈ। ਇਹ ਉਹ ਪਾਰਟੀ ਹੈ ਜਿਹਨੇ ਆਰਟੀਆਈ ਤੋਂ ਜਨਮ ਲਿੱਤਾ ਸੀ, ਪਰ ਅੱਜ ਆਰਟੀਆਈ ਦੇਣ ਤੋਂ ਭੱਜ ਰਹੀ ਹੈ। ਮੈਂ ਇਹਨਾਂ ਕੋਲੋਂ ਸਿਰਫ ਇੱਕੋ ਕੁਐਸਚਨ ਪੁੱਛਾਂਗਾ, ਇਹ ਬਾਕੀਆਂ ਤੇ ਇਲਜ਼ਾਮ ਲਾਉਂਦੇ ਆ ਜੀ ਫਲਾਨਾ ਐ ਕਰ ਰਿਹਾ, ਫਲਾਨਾ ਐ ਕਰ ਰਿਹਾ, ਫਲਾਨਾ ਸਰਕਾਰ ਚਲਾ ਰਿਹਾ। ਅੱਜ ਪੂਰੇ ਪੰਜਾਬ ਨੂੰ ਪਤਾ ਹੈ ਵੀ ਸੀਐਮ ਜਿਹੜਾ ਭਗਵੰਤ ਮਾਨ ਆ ਉਹ ਸਿਰਫ ਇੱਕ ਰਬੜ ਸਟੈਂਪ ਬਣ ਕੇ ਰਹਿ ਗਿਆ, ਤੇ ਜਿਹੜੀ ਅਸਲੀ ਸਰਕਾਰ ਚਲਾ ਰਿਹਾ ਉਹ ਰਾਘਵ ਚੱਡਾ ਚਲਾ ਰਿਹਾ। ਜੇ ਇਹਦਾ ਜਵਾਬ ਇਹਨਾਂ ਦੇ ਕੋਲ ਹੈ ਤੇ ਅੱਜ ਪੰਜਾਬ ਦੇ ਲੋਕ ਉਸ ਚੀਜ਼ ਨੂੰ ਜਾਣਨਾ ਚਾਹੁੰਦੇ ਨੇ, ਤੇ ਅੱਜ ਇਸ ਡਿਬੇਟ ਦੇ ਵਿੱਚ ਇਸ ਮੁੱਦਿਆਂ ਦੇ ਉੱਪਰ ਜਵਾਬ ਆਪਣਾ ਦੇ ਕੇ ਜਾਣ। ਜੀ, ਮਿੱਤਲ ਸਾਹਿਬ ਤੋਂ ਵੀ ਜਵਾਬ ਲਵਾਂਗੇ। ਆਪਾਂ ਪਹਿਲਾਂ ਸਵਾਲ ਲੈ ਲੈਂਦੇ ਹਾਂ ਵਿਨੋਦ ਭਾਰਤੀ ਜੀ ਤੋਂ। ਵਿਨੋਦ ਜੀ, ਜਿਹੜੇ ਆਰੋਪ ਉਹਨਾਂ ਨੇ ਲਾਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਘੱਟੋ ਘੱਟ ਇਸ ਆਪਰੇਸ਼ਨ ਲੋਟਸ ਦੇ ਖਿਲਾਫ ਬੋਲਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪਾਸਾ ਕਲੀਅਰ ਕਰਤਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਚੀਜ਼ ਦੇ ਵਿਰੋਧ 'ਚ ਹੈਗੇ ਹਾਂ। ਜੇ ਵਾਕਈ ਇਹੋ ਜਿਹਾ ਕੁਝ ਹੁੰਦਾ ਹੈ, ਲੋਟਸ ਆਪਰੇਸ਼ਨ ਲੋਟਸ ਜੇ ਪੰਜਾਬ ਦੇ ਵਿੱਚ ਆਉਂਦਾ ਹੈ ਤਾਂ ਉਹਦੀ ਅਸੀਂ ਖਿਲਾਫਤ ਕਰਦੇ ਹਾਂ। ਤੇ ਕਾਂਗਰਸ ਤੇ ਸਵਾਲ ਹਮੇਸ਼ਾ ਚੱਕੇ ਗਏ ਆ ਕਿ ਕਾਂਗਰਸ ਨੇ ਹਰੇਕ ਸਟੇਟ ਦੇ ਵਿੱਚ ਇਹ ਭੋਗਿਆ ਕਿ ਕਾਂਗਰਸ ਦੇ ਹੀ ਲੀਡਰ, ਕਾਂਗਰਸ ਦੇ ਹੀ ਐਮਐਲਏਜ਼ ਆਪਣੀ ਪਾਰਟੀ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋਏ ਆ, ਕਈ ਸਟੇਟਸ ਦੇ ਵਿੱਚ ਹੋਏ ਆ। ਤੇ ਉਹ ਕਹਿੰਦੇ ਆ ਕਿ ਕਾਂਗਰਸ ਜਦੋਂ ਬਾਕੀ ਸਟੇਟਸ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕਰਦੀ ਹੈ, ਪੰਜਾਬ ਦੇ ਵਿੱਚ ਉਹ ਬੀਜੇਪੀ ਦੇ ਹੱਕ 'ਚ ਕਿਉਂ ਨਿੱਤਰ ਰਹੀ ਹੈ? ਦੇਖੋ, ਕਿਹੜੀ ਪਾਰਟੀ ਕਿੱਥੇ ਖੜੀ ਹੈ ਉਹ ਲੋਕ ਜਾਣਦੇ ਆ। ਜਿਹੜੀ ਗੱਲ ਇਹਨਾਂ ਨੇ ਕਈ ਸਾਡੇ ਤੇ ਐਲੀਗੇਸ਼ਨ ਲਾਇਆ ਕਿ ਅਸੀਂ ਬੀਜੇਪੀ ਦੀ ਸਪੋਰਟ ਕਰ ਰਹੇ ਹਾਂ, ਅਸੀਂ ਬੀਜੇਪੀ ਦੇ ਆਪਰੇਸ਼ਨ ਲੋਟਸ ਦੇ ਖਿਲਾਫ ਡਟ ਕੇ ਖੜੇ ਹਾਂ, ਕਿਉਂਕਿ ਅਸੀਂ ਤਾਂ ਭੁਗਤ ਭੋਗੀ ਹਾਂ, ਸਾਨੂੰ ਨੁਕਸਾਨ ਹੋਇਆ ਇਹਦਾ। ਅਸੀਂ ਇਸੇ ਕਰਕੇ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਡੀਜੀਪੀ ਸਾਹਿਬ ਕੋਲ ਜਾ ਕੇ ਕੰਪਲੇਂਟ ਲਿਖਾਈ ਹੈ, ਐਮਐਲਏ ਉੱਥੇ ਪੇਸ਼ ਕੀਤੇ ਹੈ, ਐਮਐਲਏਆਂ ਦੇ ਬਿਆਨ ਕਰਾਏ ਹੈ। ਹੁਣ ਤਾਂ ਟੈਕਨੋਲੋਜੀ ਬੜੀ ਡਿਵੈਲਪ ਹੋ ਗਈ,
ਮੂਸੇਵਾਲਾ ਜੀ ਦੇ ਮਰਡਰ ਆਪਾਂ ਕਿੰਨੇ ਦਿਨਾਂ 'ਚ ਫੜ ਲਏ? ਕੀ ਇਹ ਨਹੀਂ ਫੜੇ ਜਾ ਸਕਦੇ ਸੀ? ਕਿਹਨਾਂ ਬੰਦਿਆਂ ਨੇ ਆਫਰ ਕੀਤੀ? ਕਿਹਨਾਂ ਬੰਦਿਆਂ ਨੇ ਉਹਨਾਂ ਨੂੰ ਥ੍ਰੈਟ ਕੀਤਾ? ਕਿਹਨਾਂ ਬੰਦਿਆਂ ਨੇ ਉਹਨਾਂ ਨੂੰ ਅਪਰੋਚ ਕੀਤੀ? ਇਸ ਗੱਲ ਲਈ ਸਰਕਾਰ ਚੁੱਪ ਕਿਉਂ ਹੈ? ਅਸੀਂ ਤਾਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਵੀ ਤੁਹਾਡੇ ਨਾਲ ਡਟ ਕੇ ਖੜਾਂਗੇ, ਲੇਕਿਨ ਸਾਡੇ ਪੱਲੇ ਦਾ ਕੁਝ ਪਾਓ। ਸਿਰਫ ਹਵਾਈ ਗੱਲਾਂ ਕਰਕੇ ਕਿ ਬੀਜੇਪੀ ਆਪਰੇਸ਼ਨ ਲੋਟਸ ਕਰ ਰਹੀ ਹੈ, ਸਾਡੇ ਬੰਦੇ ਪੱਟ ਰਹੀ ਹੈ, ਸਾਡਾ ਆ ਵਿਗਾੜ ਰਹੀ ਹੈ, ਲੇਕਿਨ ਕੁਝ ਪ੍ਰੂਫ ਵੀ ਤਾਂ ਹੋਵੇ। ਅੱਜ ਦੀ ਡਿਵੈਲਪਡ ਟੈਕਨੋਲੋਜੀ 'ਚ ਕਿਸੇ ਨੂੰ ਲੱਭਣਾ ਕੋਈ ਔਖਾ ਹੀ ਨਹੀਂ। ਜਿੱਦਾਂ ਪਰਮਵੀਰ ਜੀ ਨੇ ਕਿਹਾ ਵੀ ਹੁਣ ਤਾਂ ਫਟ ਪਤਾ ਚੱਲ ਜਾਂਦਾ ਵੀ ਕਿੱਥੋਂ ਫੋਨ ਆਇਆ, ਕਿਹਨੇ ਕੀਤਾ, ਕਦੋਂ ਕੀਤਾ। ਇੱਥੇ ਸਰਕਾਰ ਚੁੱਪ ਕਿਉਂ ਹੈ? ਅਸੀਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੇ ਹਾਂ, ਅਸੀਂ ਬੀਜੇਪੀ ਦੇ ਆਪਰੇਸ਼ਨ ਲੋਟਸ ਦੇ ਬਿਲਕੁਲ ਡਟ ਕੇ ਉਹਨਾਂ ਦੇ ਖਿਲਾਫ ਖੜੇ ਹਾਂ। ਜਿੱਥੇ ਕਿਤੇ ਵੀ ਜ਼ਰੂਰਤ ਪਈ ਹੈ ਬੀਜੇਪੀ ਦੀ ਔਰ ਬੀਜੇਪੀ ਸਰਕਾਰ ਦੀ, ਅਸੀਂ ਡਟ ਕੇ ਵਿਰੋਧਤਾ ਕੀਤੀ ਹੈ। ਲੇਕਿਨ ਇੱਥੇ ਤੁਸੀਂ ਸਾਨੂੰ ਕੋਈ ਪ੍ਰੂਫ ਤਾਂ ਦਿਓ। ਈਵਨ ਦੈਨ ਸਾਡੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਲਿਆਓ ਤੁਸੀਂ ਸਾਡੇ ਕੋਲ ਪ੍ਰੂਫ ਲਿਆਓ, ਅਸੀਂ ਸਾਡੇ ਪੱਲੇ ਦਾ ਕੁਝ ਪਾਓ, ਅਸੀਂ ਤੁਹਾਡੇ ਨਾਲ ਡਟ ਕੇ ਖੜੀਏ। ਜੀ ਅਸੀਂ ਕਿਸ ਗੱਲ ਨਾਲ ਖੜੀਏ ਜਦੋਂ ਕਿ ਹਵਾਈ ਗੱਲਾਂ ਕਰਦੇ ਨੇ, ਸਿਰਫ ਤੇ ਸਿਰਫ ਦਿਖਾਵਾ ਕਰਦੇ ਨੇ ਵੀ ਆਪਣੀਆਂ ਕਮਜ਼ੋਰੀਆਂ ਜਿਹੜੀਆਂ ਉਹ ਕਿਸੇ ਤਰ੍ਹਾਂ ਛਪਾਈਆਂ ਜਾਣ। ਮੈਂ ਕਹਿੰਦਾ ਇਹ ਬੀਜੇਪੀ ਦੀ ਬੀ ਟੀਮ ਹੈ, ਆਮ ਆਦਮੀ ਪਾਰਟੀ। ਕਿਉਂਕਿ ਜਦੋਂ ਵੀ ਬੀਜੇਪੀ ਨੇ ਕਿਸੇ ਵੀ ਫਿਰਕੇ ਨੂੰ, ਕਿਸੇ ਵੀ ਸਟੇਟ ਨੂੰ, ਕਿਸੇ ਵੀ ਕਾਨੂੰਨਦਾਨ ਨੂੰ ਨੁਕਸਾਨ ਪਹੁੰਚਾਇਆ ਤਾਂ ਉੱਥੇ ਆਮ ਆਦਮੀ ਪਾਰਟੀ ਚੁੱਪ ਰਹੀ ਹੈ, ਉੱਥੇ ਆਮ ਆਦਮੀ ਪਾਰਟੀ ਬੋਲੀ ਨਹੀਂ। ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਬੀਜੇਪੀ ਦੇ ਨਾਲ ਲੱਗ ਕੇ ਸਾਡਾ ਧਿਆਨ ਜਿਹੜਾ ਭਟਕਾਉਣਾ ਚਾਹੁੰਦੇ ਆ, ਔਰ ਇਹ ਧਿਆਨ ਭਟਕਣ ਵਾਲਾ ਨਹੀਂ ਹੈ। ਅਸੀਂ ਅੱਜ ਵੀ ਇਹਨਾਂ ਤੋਂ ਪ੍ਰੂਫ ਮੰਗਦੇ ਹਾਂ, ਕੱਲ ਸੈਸ਼ਨ 'ਚ ਵੀ ਸਾਡੇ ਲੋਕ ਪ੍ਰੂਫ ਮੰਗਣਗੇ, ਔਰ ਪ੍ਰੂਫ ਦਿੱਤੇ ਬਿਨਾਂ ਇਹਨਾਂ ਦੀ ਖਲਾਸੀ ਹੋਣੀ ਨਹੀਂ। ਕਿਉਂਕਿ ਜੇ 92 MLA ਹੈ ਇਹਨਾਂ ਦੇ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਨੇ ਇਹਨਾਂ ਨੂੰ ਡਿਕਟੇਟਰਸ਼ਿਪ ਕਰਨ ਦਾ ਰਾਈਟ ਦਿੱਤਾ। 92 MLA ਦਾ ਮਤਲਬ ਇਹ ਹੈ ਕਿ ਡੈਮੋਕ੍ਰੇਸੀ ਦੀ ਰਾਖੀ ਕਰਨੀ, ਲੋਕਤੰਤਰ ਦੀ ਰਾਖੀ ਕਰਨੀ, ਜਿੰਨਾ ਕਿ ਲੋਕਤੰਤਰ ਦਾ ਮਜ਼ਾਕ ਉਡਾਉਣਾ। ਇਹ ਕਹਿੰਦੇ ਵੀ ਅਸੀਂ ਖਰਚੇ ਬਚਾ ਰਹੇ ਹਾਂ, ਅਸੀਂ ਕਰਜ਼ਾ ਨਹੀਂ ਵਧਣ ਦਿਆਂਗੇ, ਅਸੀਂ ਜਿਹੜਾ ਖਰਚਾ ਹੈ ਇਹ ਬੜੀ ਹੀ ਕੰਜੂਸੀ ਦੇ ਨਾਲ ਕਰਾਂਗੇ। ਇਹਨਾਂ ਨੇ ਕਿਹੜਾ ਖਰਚਾ ਕੰਜੂਸੀ ਨਾਲ ਕੀਤਾ? ਆਉਂਦਿਆਂ ਸਾਰ ਹੀ ਮਾਰਚ, ਅਪ੍ਰੈਲ, ਮਈ ਵਿੱਚ 37 ਕਰੋੜ 14 ਲੱਖ ਰੁਪਏ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਦੇਤੀ। ਕਿਹਨੂੰ ਦਿੱਤੀ? ਹਿਮਾਚਲ ਤੇ ਗੁਜਰਾਤ ਦੇ ਅਖਬਾਰਾਂ ਨੂੰ ਤੇ ਇਲੈਕਟ੍ਰੋਨਿਕ ਮੀਡੀਆ ਨੂੰ। ਉੱਥੇ ਗੁਜਰਾਤ ਗਏ ਸਾਡੇ ਚੀਫ ਮਿਨਿਸਟਰ ਸਾਹਿਬ, 45 ਲੱਖ ਰੁਪਏ ਦਾ ਉਹ ਚਾਰਟਰਡ ਪਲੇਨ ਲੈ ਕੇ ਗਏ। ਕਿੱਥੇ ਪੰਜਾਬ ਦੇ ਲੋਕਾਂ ਦਾ ਇਹ ਭਲਾ ਕਿੱਥੇ ਕਰ ਰਹੇ ਨੇ? ਪੰਜਾਬ ਦੇ ਲੋਕਾਂ ਦਾ ਭਲਾ ਕਰਦੇ ਹੋਣ ਤਾਂ ਅਸੀਂ ਇਹਨਾਂ ਨਾਲ ਡਟ ਕੇ ਖੜੀਏ, ਕਿਉਂਕਿ ਡੈਮੋਕ੍ਰੈਟਿਕ ਸੈਟਅਪ ਹੈ। ਲੋਕਾਂ ਨੇ ਜੇ ਸਾਡੇ ਵੀ 18 MLA ਚੁਣ ਕੇ ਭੇਜੇ ਨੇ ਤਾਂ ਅਸੀਂ ਵੀ ਲੋਕਾਂ ਨੂੰ ਜਵਾਬ ਦੇ ਹਾਂ। ਜੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤਾਂ ਲੋਕ ਸਾਨੂੰ ਪੁੱਛਣਗੇ ਕਿ ਤੁਸੀਂ ਇਹਨਾਂ ਦਾ ਵਿਰੋਧ ਕਿਉਂ ਕਰਦੇ ਹੋ। ਜੀ ਇਸ ਕਰਕੇ ਅਸੀਂ ਤਾਂ ਇਸ ਸਰਕਾਰ ਨੂੰ ਹਲੂਣਾ ਦੇ ਰਹੇ ਹਾਂ ਕਿ ਤੁਸੀਂ ਲਿਆਓ, ਕੱਢੋ ਪ੍ਰੂਫ। ਕੱਲਾ DGP ਨੂੰ ਦੇਤਾ, DGP ਸਾਹਿਬ ਕੀ ਕਰਦੇ ਆ? ਗੋਵਿੰਦਰ ਮਿੱਤਲ ਜੀ, ਜੋ ਸਾਰੀਆਂ ਪਾਰਟੀਆਂ ਨੇ ਐਲੀਗੇਸ਼ਨਸ ਲਗਾਏ ਨੇ, ਉਹਨਾਂ ਦੇ ਵਿੱਚੋਂ ਮੇਨ ਗੱਲਾਂ ਨਿਕਲ ਕੇ ਆਉਂਦੀਆਂ ਜਿਹੜੀਆਂ ਕਿ ਨਸ਼ੇ ਦੇ ਖਿਲਾਫ ਅਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ, ਉਹਨੂੰ ਮੁੱਦਾ ਕਿਉਂ ਨਹੀਂ ਬਣਾਇਆ ਗਿਆ, ਤੇ ਹੋਰ ਜਿਹੜੇ ਵੀ ਮਸਲੇ ਆ, ਜਿਹੜੇ ਐਲੀਗੇਸ਼ਨਸ ਲੱਗੇ ਆ, ਭਗਵੰਤ ਮਾਨ ਜੀ ਤੇ ਐਲੀਗੇਸ਼ਨ ਲਗਾਏ ਆ। ਦੀਵਾਨ ਅਮਿਤ ਅਰੋੜਾ ਜੀ ਨੇ ਕਿਹਾ ਕਿ ਜਿਹੜੇ ਜਰਮਨੀ ਦੇ ਦੌਰੇ ਦੇ ਵਿੱਚ ਜਿਹੜੇ ਆਰੋਪ ਲੱਗੇ ਆ, ਜਿਹੜੇ ਅਖਬਾਰਾਂ ਦੀ ਗੱਲ ਕੀਤੀ ਇਹਨਾਂ ਨੇ, ਉਹ ਅਖਬਾਰਾਂ ਦੀ ਕੀ ਸੱਚਾਈ ਹੈ ਤੇ ਉਹਨਾਂ ਖਬਰਾਂ ਦੀ ਕੀ ਸੱਚਾਈ ਹੈ, ਉਹ ਵੀ ਦੱਸ ਦਿਓ। ਨਾਲ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਆਰੋਪ ਲਗਾਏ ਆ ਕਿ ਮਾਈਨਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸ਼ਾਮਿਲ ਨੇ, ਆਮ ਆਦਮੀ ਪਾਰਟੀ ਦੇ MLA ਸ਼ਾਮਿਲ ਨੇ, ਧਰਨੇ ਹੋ ਰਹੇ ਨੇ, ਪ੍ਰਦਰਸ਼ਨ ਹੋ ਰਹੇ ਨੇ, ਉਹਦੀ ਕੀ ਸੱਚਾਈ ਹੈ ਤੇ ਕੀ ਸਟੇਟਸ ਹੈ? ਤੇ ਜਿਹੜਾ ਵਿਨੋਦ ਭਾਰਤੀ ਜੀ ਨੇ ਜਿਹੜੇ ਸਵਾਲ ਚੱਕੇ ਆ, ਇਹਨਾਂ ਦੇ ਵੀ ਜਵਾਬ ਨਾਲ ਹੀ ਦੇ ਦਿਓ। ਦੇਖੋ ਗੱਲ ਇਹ ਆ, ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਦੀ ਅਗਰ ਗੱਲ ਕਰਾਂ ਤੇ ਮੈਨੂੰ ਕਾਂਗਰਸ ਦੀ ਸਮਝ ਨਹੀਂ ਲੱਗ ਰਹੀ, ਤੇ ਇਹ ਕਹਿ ਰਹੇ ਜੀ ਅਸੀਂ ਵੀ ਪੀੜਤ ਹੈਗੇ ਆ, ਅਸੀਂ ਵੀ ਇਸ ਗੱਲ ਨੂੰ ਚੰਗਾ ਨਹੀਂ ਸਮਝ ਰਹੇ, ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਪੋਰਟ ਕਰਨ ਨੂੰ ਤਿਆਰ ਆ। ਉਹ ਭਲੇ ਮਾਨਸੋ, ਤੁਹਾਡੇ LOP ਪ੍ਰਤਾਪ ਸਿੰਘ ਬਾਜਵਾ ਜਾ ਕੇ ਤਾਂ ਗਵਰਨਰ ਸਾਹਿਬ ਨੂੰ ਸੈਸ਼ਨ ਕੈਂਸਲ ਕਰਾਉਣ ਦੀ ਗੱਲ ਕਰ ਰਹੇ ਨੇ, ਜਾ ਕੇ ਖਹਿਰਾ ਸਾਹਿਬ ਐਪਲੀਕੇਸ਼ਨ ਦਿੰਦੇ ਨੇ ਕਿ ਜੀ ਸੈਸ਼ਨ ਜਿਹੜਾ ਰੱਦ ਹੋਣਾ ਚਾਹੀਦਾ। ਅਗਰ ਤੁਸੀਂ ਆਪਰੇਸ਼ਨ ਲੋਟਸ ਦੇ ਖਿਲਾਫ ਹੋ, ਤੁਸੀਂ ਕਹਿੰਦੇ
ਵੀ ਹਾਂਜੀ ਇਹ ਹੋਣਾ ਚਾਹੀਦਾ, ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ ਵਿਧਾਨ ਸਭਾ ਦੇ ਅੰਦਰ। ਇਹ ਇੱਥੇ ਜਿਹੜੀ ਹੈਗੀ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਨੇ, ਤੁਹਾਡੇ ਕੋਲ ਸਬੂਤ ਹੈਗੇ ਨੇ, ਤੁਹਾਡੇ ਕੋਲ ਆਡੀਓਜ਼ ਹੈਗੀਆਂ ਨੇ, ਤੁਹਾਡੇ ਕੋਲ ਫੋਨ ਡਿਟੇਲਸ ਨੇ, ਉਹ ਰੱਖੋ ਵਿਧਾਨ ਸਭਾ ਦੇ ਵਿੱਚ। ਤੁਸੀਂ ਕਿਉਂ ਨਹੀਂ ਕਿਹਾ ਇਹ ਗੱਲ? ਤੁਸੀਂ ਇੱਥੇ ਆ ਕੇ ਟੀਵੀ ਦੇ ਉੱਪਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਉੱਥੇ ਜਾ ਕੇ ਗਵਰਨਰ ਸਾਹਿਬ ਨਾਲ ਗੰਢ ਤੁੱਪ ਕਰਕੇ ਉੱਪਰੋਂ ਅਮਿਤ ਸ਼ਾਹ ਜੀ ਦਾ ਫੋਨ ਆ ਜਾਂਦਾ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈਗੇ ਨੇ ਉਹ ਕੇਂਦਰ ਤੋਂ ਜੈਡ ਸਿਕਿਉਰਿਟੀ ਦਾ ਇੰਜੋਏ ਕਰ ਰਹੇ ਨੇ। ਉਹਨਾਂ ਨੂੰ ਭਾਰਤ ਸਰਕਾਰ ਨੇ ਜੈਡ ਸਿਕਿਉਰਿਟੀ ਦਿੱਤੀ ਹੋਈ ਆ ਤੇ ਉਹਨਾਂ ਨੂੰ ਮਾਰਿਆ ਦਬਕਾ ਕੇ, ਨਹੀਂ ਤਾਂ ਤੁਹਾਡੀ ਜੈਡ ਸਿਕਿਉਰਿਟੀ ਅਸੀਂ ਵਾਪਸ ਲੈ ਲਾਂਗੇ। ਤੁਸੀਂ ਜਾ ਕੇ ਇੱਕ ਐਪਲੀਕੇਸ਼ਨ ਮੂਵ ਕਰੋ। ਤੇ ਉਧਰ ਖਹਿਰਾ ਸਾਹਿਬ ਦਾ ਕੇਸ ਚੱਲ ਰਿਹਾ ਡਰੱਗ ਦਾ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈਗਾ। ਉਹਨਾਂ ਨੂੰ ਕਿਹਾ ਕਿ ਨਹੀਂ ਤਾਂ ਤੁਹਾਡਾ ਕੇਸ ਇੱਧਰ ਉੱਧਰ ਹੋ ਜਾਏਗਾ। ਤੇ ਜਾ ਕੇ ਗਵਰਨਰ ਸਾਹਿਬ ਨੂੰ ਫੋਨ ਆ ਗਿਆ ਅਮਿਤ ਸ਼ਾਹ ਜੀ ਦਾ, ਉਹਨਾਂ ਨੇ ਸੈਸ਼ਨ ਕੈਨਸਲ ਕਰਤਾ। ਤੇ ਇੱਥੇ ਤੁਸੀਂ ਗੱਲਾਂ ਕਰ ਰਹੇ ਹੋ, ਇਹੀ ਗੱਲਾਂ ਨੇ ਦੂਜੀ ਜਿਹਦੇ ਕਰਕੇ ਲੋਕ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਰਹੇ ਨੇ। ਹੁਣ ਮੈਨੂੰ ਤਾਮੀ ਸਾਹਿਬ ਬੋਲਣ ਦਿਓ, ਮੈਨੂੰ ਬੋਲਣ ਦਿਓ। ਇਹਨਾਂ ਨੂੰ ਬੜਾ ਟਾਈਮ ਮਿਲ ਗਿਆ ਜੀ, ਮੈਨੂੰ ਆਪਣੀ ਗੱਲ ਰੱਖਣ ਦਿਓ। ਜੀ 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 ਬਿਲਕੁਲ, ਕਿਉਂਕਿ ਮੇਰੇ ਖਿਆਲ ਚ ਤੁਹਾਡੀ ਡਿਬੇਟ ਦਾ ਵੀ ਸਮਾਂ ਪੂਰਾ ਹੋ ਚੱਲਿਆ। ਬਿਲਕੁਲ ਸਰ, ਪਰ ਮਿੱਤਲ ਸਾਹਿਬ ਤੁਸੀਂ ਬਹੁਤ ਗੰਭੀਰ ਆਰੋਪ ਲਗਾ ਰਹੇ ਹੋ, ਦੇਖ ਲਓ। ਨਹੀਂ ਗੰਭੀਰ ਕਿਉਂ? ਸਿੱਧਾ ਸਟੈਂਡ ਹੈ, ਸਿੱਧਾ ਕਹਿ ਰਹੇ ਕਿ ਉੱਪਰੋਂ ਅਮਿਤ ਸ਼ਾਹ ਜੀ ਦਾ ਫੋਨ ਆ ਗਿਆ ਤੇ ਇਹਨਾਂ ਨੇ ਮਿਲ ਮਿਲਾ ਕੇ ਸੈਸ਼ਨ ਰੱਦ ਕਰਵਾਇਆ। ਇਹਦੇ ਚ ਕੀ ਹੈ? ਅਸੀਂ ਡਰ ਕੇ ਕਹਿ ਰਹੇ ਹਾਂ, ਇਹ ਡਰ ਕੇ ਕਹਿ ਰਹੇ ਹਾਂ। ਅਮਿਤ ਸ਼ਾਹ ਜੀ ਦਾ ਫੋਨ ਆਇਆ, ਤੁਸੀਂ ਉਹਦੀ ਇਨਕੁਆਇਰੀ ਲਾ ਦਿਓ, ਸਰਕਾਰ ਤੁਹਾਡੇ ਕੋਲ ਹੈ। ਕੇਂਦਰ ਨੇ ਕਿਉਂ ਅਮਿਤ ਸ਼ਾਹ ਜੀ ਦਾ ਫੋਨ ਆਇਆ, ਤੁਸੀਂ ਉਹਦੀ ਇਨਕੁਆਇਰੀ ਲਾ ਦਿਓ, ਸਰਕਾਰ ਤੁਹਾਡੇ ਕੋਲ ਹੈ। ਅੱਜ ਕੱਲ ਐਵੇਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਸੱਚਾਈ ਤੇ ਆਓ। ਆਪਣੀਆਂ ਕਮੀਆਂ ਛੁਪਾਉਣ ਲਈ ਝੂਠ ਨਾ ਬੋਲੋ। ਤੁਹਾਡੀ ਹੈਸੀਅਤ ਦਿਖਾਈ ਹੈ, ਤੁਹਾਡੀ ਹੈਸੀਅਤ ਦਿਖਾਈ ਹੈ, ਤੁਹਾਡੀ ਕੀ ਕਾਂਗਰਸ ਦੀ ਜਿਹੜੀ ਹੈਗੀ ਕੀ ਪੋਜੀਸ਼ਨ ਆ ਤੁਹਾਨੂੰ ਦੱਸੀ ਆ। ਤੁਹਾਡੇ ਸਾਰੇ ਲੀਡਰ ਛੱਡ ਕੇ ਬੀਜੇਪੀ ਚ ਜਾ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਬੰਬ ਬਲਾਸਟ ਹੋਣਾ ਹੈਗਾ। ਤੁਹਾਡੇ ਬਹੁਤ ਸਾਰੇ ਵੱਡੇ ਚਿਹਰੇ ਜਿਹੜੇ ਹੈਗੇ ਨਾ ਬੀਜੇਪੀ ਚ ਜਾਣੇ ਨੇ। ਇੱਥੋਂ ਤਾਂ ਸਾਫ਼ ਸਾਬਤ ਹੋ ਗਿਆ ਨਾ ਤੁਸੀਂ ਬੀਜੇਪੀ ਨਾਲ ਰਲੇ ਹੋਏ ਹੋ। ਥੋੜਾ ਜਿਹਾ ਵੇਟ ਕਰੋ, ਇੱਥੋਂ ਤਾਂ ਸਾਬਤ ਹੋ ਗਿਆ ਕਿ ਤੁਸੀਂ ਬੀਜੇਪੀ ਨਾਲ ਰਲੇ ਹੋਏ ਹੋ, ਤਾਂ ਹੀ ਤੁਹਾਨੂੰ ਪਤਾ ਹੈ ਕਿ ਹੋਰ ਬੰਬ ਫੁੱਟਣ ਵਾਲਾ। ਕਾਂਗਰਸ ਬੀਜੇਪੀ ਦੀ ਬੀ ਟੀਮ ਬਣੀ ਹੋਈ ਹੈ, ਸਭ ਨੂੰ ਪਤਾ। ਸਭ ਨੂੰ ਪਤਾ ਤੁਹਾਡਾ ਮੁੱਖ ਮੰਤਰੀ ਦਾ ਬੀਜੇਪੀ ਚਲਾ ਗਿਆ, ਕੈਪਟਨ ਅਮਰਿੰਦਰ ਸਿੰਘ। ਇਸ ਤੋਂ ਵੱਡੀ ਹੋਰ ਕੀ ਹੈ? ਤੁਹਾਡੇ ਲੀਡਰਾਂ ਦੇ ਘਰੇ ਦੋ ਝੰਡੇ, ਕੈਪਟਨ ਅਮਰਿੰਦਰ ਸਿੰਘ ਦੇ ਘਰ ਦੋ ਝੰਡੇ ਨੇ। ਪ੍ਰਨੀਤ ਕੌਰ ਜੀ ਦਾ ਝੰਡਾ ਕਾਂਗਰਸ ਦਾ ਲਾਇਆ ਮੋਤੀ ਮਹਿਲ ਦੇ ਉੱਪਰ, ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦਾ ਲਾ ਲਿਆ। ਪ੍ਰਤਾਪ ਸਿੰਘ ਬਾਜਵਾ ਨੇ ਝੰਡਾ ਕਾਂਗਰਸ ਦਾ ਲਾਇਆ ਹੋਇਆ, ਉਹਨਾਂ ਦੇ ਭਰਾ ਨੇ ਫਤਿਹ ਸਿੰਘ ਬਾਜਵਾ ਨੇ ਕਾਂਗਰਸ ਦਾ ਉਹਦਾ ਬੀਜੇਪੀ ਦਾ ਲਾ ਲਿਆ। ਤੇ ਤੁਸੀਂ ਕੀ ਗੱਲਾਂ ਕਰ ਰਹੇ ਹੋ? ਲੋਕ ਤੁਹਾਡੀ ਸੱਚਾਈ ਨਹੀਂ ਜਾਣਦੇ। ਲੋਕ ਤੁਸੀਂ ਕਿਸ ਹੈਸੀਅਤ ਦੇ ਤੁਸੀਂ ਮਾਲਕ ਹੋ, ਕੀ ਲੋਕਾਂ ਨੂੰ ਨਹੀਂ ਪਤਾ? ਤੁਹਾਡੇ ਇੱਕ ਘਰ ਦੇ ਵਿੱਚ ਦੋ ਝੰਡੇ ਲੱਗੇ ਹੋਏ ਨੇ, ਇੱਕ ਪਰਿਵਾਰ ਦੇ ਵਿੱਚ ਦੋ ਝੰਡੇ ਲੱਗੇ ਹੋਏ ਨੇ। ਤੁਸੀਂ ਕਰੋ ਪ੍ਰਨੀਤ ਕੌਰ ਨੂੰ ਬਾਹਰ ਕੱਢੋ, ਕਿਉਂ ਨਹੀਂ ਕੱਢਦੇ? ਤੁਸੀਂ ਕੱਢੋ ਪ੍ਰਨੀਤ ਕੌਰ ਨੂੰ, ਐਕਸਪੈਲ ਕਰੋ ਨਾ ਕਾਂਗਰਸ ਦੇ ਵਿੱਚੋਂ, ਕਿਉਂ ਨਹੀਂ ਕਰ ਰਹੇ? ਬੀਜੇਪੀ ਦੀ ਬੀ ਟੀਮ ਤਾਂ ਤੁਸੀਂ ਬਣ ਕੇ ਖੇਲ ਰਹੇ ਹੋ। ਇੱਕ ਘਰ ਦੇ ਵਿੱਚ ਕੀ ਝੰਡਾ ਕਾਂਗਰਸ ਦਾ ਤੇ ਦੂਜਾ ਝੰਡਾ ਬੀਜੇਪੀ ਦਾ। ਕਹਿ ਸਾਨੂੰ ਰਹੇ ਹੋ ਮਿੱਤਲ ਸਾਹਿਬ। ਅੱਜ ਅਗਰ ਅਕਾਲੀ ਦਲ ਦੀ ਮੈਂ ਗੱਲ ਕਰਾਂ, ਅਕਾਲੀ ਦਲ ਸਾਨੂੰ ਕਹਿ ਰਿਹਾ ਜੀ, ਅਕਾਲੀ ਦਲ ਦਾ ਦੋਹਰਾ ਚਿਹਰਾ ਕਹਿ ਰਹੇ ਜੀ ਅਸੀਂ ਕੰਪਲੇਂਟ ਫਾਈਲ ਕੀਤੀ ਆ। ਤੁਸੀਂ ਕੰਪਲੇਂਟ ਫਾਈਲ ਕੀਤੀ ਤੇ ਤੁਸੀਂ ਟੀਵੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਮਜੀਠੀਆ ਸਾਹਿਬ ਨੇ, ਤੇ ਤੁਸੀਂ ਬੀਜੇਪੀ ਨੂੰ ਕਲੀਨ ਚਿੱਟ ਦੇ ਰਹੇ ਹੋ ਤੇ ਸਾਨੂੰ ਤੁਸੀਂ ਕਹਿ ਰਹੇ ਜੀ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਹੈ। ਅਸੀਂ ਕੋਈ ਕਲੀਨ ਚਿੱਟ ਨਹੀਂ ਦਿੱਤੀ। ਅਸੀਂ ਇਹ ਕਹਿ ਰਹੇ ਆ ਵੀ ਜਿਹੜੇ ਚਾਰ ਤੁਹਾਡੇ ਮੰਤਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਜੇ ਤੁਹਾਡੇ ਕੋਲ ਸਬੂਤ ਹੈਗੇ ਆ, ਤੁਸੀਂ ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਿਉਂ ਨਹੀਂ ਦੱਸਦੇ ਲੋਕਾਂ ਨੂੰ? ਪੰਜਾਬ ਗੱਲ ਕਰ ਲੈਣ ਦਿੰਦੇ ਇੱਕ ਵਾਰੀ। 90 ਲੱਖ ਰੁਪਇਆ ਖਤਮ ਵੇਸਟ ਕਰਕੇ ਤੁਸੀਂ ਆਪਣੀ ਵਾਹਵਾਹੀ ਖੱਟਣੀ ਕਰਦੇ ਹੋ। ਗੱਲ ਪੂਰੀ ਕਰ ਲੈਂਦੇ ਆ। ਲੋਕਾਂ ਦੀ ਕਚਹਿਰੀ ਵੱਡੀ ਹੁੰਦੀ ਹੈ। ਲੈਟ ਮੀ ਸਪੀਕ ਜੀ ਮਿੱਤਲ ਸਾਹਿਬ। ਦੂਜੀ ਗੱਲ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕਰੀ, ਉਹਦੇ ਵਿੱਚ ਇਹਨਾਂ ਨੇ ਸ਼ਰੇਆਮ ਕਿਹਾ ਕਿ ਜੀ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਹੈ। ਅਗਰ ਤੁਸੀਂ ਇਹ ਗੱਲ ਕਹਿ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ, ਇਟ ਮੀਨਸ ਤੁਸੀਂ ਦੂਜੇ ਪੱਖ ਨੂੰ ਕਲੀਨ ਚਿੱਟ ਦੇ ਰਹੇ ਹੋ। ਤੁਸੀਂ ਦੂਜੇ ਪੱਖ ਨੂੰ ਮਤਲਬ ਕਹਿ ਰਹੇ ਹੋ ਕਿ ਦੂਜਾ ਪੱਖ ਸਹੀ ਹੈ ਤੇ ਆਮ ਆਦਮੀ ਪਾਰਟੀ ਝੂਠੀ ਹੈ। ਤੁਸੀਂ ਇੱਥੇ ਕਹਿ ਰਹੇ ਹੋ ਕਿ ਅਸੀਂ ਡੀਜੀਪੀ ਕੋਲ ਕੰਪਲੇਂਟ ਫਾਈਲ ਕੀਤੀ ਹੈ। ਇਹ ਤੁਹਾਡਾ ਦੋਹਰਾ ਚਿਹਰਾ ਹੈ, ਕਿਉਂਕਿ ਤੁਸੀਂ ਤਰਲੋ ਮੱਛੀ ਹੋ ਰਹੇ ਹੋ ਕਿ ਬੀਜੇਪੀ ਦੀ ਝੋਲੀ 'ਚ ਦੁਬਾਰਾ ਕਦੋਂ ਪੈਣਾ, ਕਿਉਂਕਿ ਦੁਬਾਰਾ ਕਦੋਂ ਕੇਂਦਰ ਦੀਆਂ ਵਜ਼ੀਰੀਆਂ ਮੰਨਣੀਆਂ ਨੇ, ਕਦੋਂ ਦੁਬਾਰਾ ਗੱਠਜੋੜ ਕਰਨਾ, ਕਦੋਂ ਬੀਬੀ ਹਰਸਿਮਰਤ ਕੌਰ ਨੂੰ ਦੁਬਾਰਾ ਕੈਬਨਿਟ ਮਿਨਿਸਟਰ ਬਣਾਉਣਾ। ਇਹ ਤੁਸੀਂ ਅਕਾਲੀ ਦਲ, ਤੁਹਾਡਾ ਕਸੂਰ ਨਹੀਂ ਹੈ, ਅਕਾਲੀ ਦਲ ਤਰਲੋ ਮੱਛੀ ਹੋ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ ਬਾਖੂਬੀ ਹੋਣਾ ਔਰ ਪੰਜਾਬ ਦੇ ਲੋਕ ਦੇਖਣਗੇ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਵਰ ਦਾ ਨਸ਼ਾ ਸਾਨੂੰ ਨਹੀਂ ਹੋਇਆ। ਪਾਵਰ ਦਾ ਨਸ਼ਾ ਤੁਸੀਂ ਯਾਦ ਕਰੋ ਜਦੋਂ ਅੰਮ੍ਰਿਤਸਰ ਦੇ ਵਿੱਚ ਮਜੀਠੀਆ ਦੇ ਗੁੰਡਿਆਂ ਨੇ ਸ਼ਰੇਆਮ ਇੱਕ ਥਾਣੇਦਾਰ ਨੂੰ ਮਾਰਤਾ ਸੀ ਕਿ ਉਹ ਆਪਣੀ ਬੇਟੀ ਦੀ ਇੱਜ਼ਤ ਬਚਾ ਰਿਹਾ ਸੀ, ਕਿ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦਾ ਉਹਨੂੰ ਹੱਕ ਨਹੀਂ ਸੀਗਾ। ਅਕਾਲੀ ਦਲ ਦੇ ਗੁੰਡਿਆਂ ਨੇ ਉਹਨੂੰ ਸ਼ਰੇਆਮ ਅੰਮ੍ਰਿਤਸਰ ਚੌਕ ਦੇ ਵਿੱਚ ਗੋਲੀਆਂ ਮਾਰ ਕੇ ਮਾਰਤਾ। ਸ਼ਰੂਤੀ ਅਗਵਾ ਕਾਂਡ ਫਰੀਦਕੋਟ ਦਾ, ਜਿਹੜੇ ਅਕਾਲੀ ਦਲ ਦੇ ਗੁੰਡਿਆਂ ਨੇ, ਨਿਸ਼ਾਨ ਸਿੰਘ ਨੇ, ਕਿਹਦਾ ਗੁੰਡਾ ਸੀ ਪਾਲਿਆ ਹੋਇਆ ਉਹ? ਵਿਕਰਮ ਮਜੀਠੀਆ ਦਾ। ਕੌਣ ਸੀ ਨਿਸ਼ਾਨ ਸਿੰਘ? ਸ਼ਰੂਤੀ ਕਿਹਨੇ ਅਗਵਾ ਕੀਤੀ? ਸਰਕਾਰ ਤੁਹਾਡੀ ਹੈ, ਇਲਜ਼ਾਮ ਲਾਉਣ ਤੋਂ ਪਹਿਲਾਂ ਸਰਕਾਰ ਤੁਹਾਡੀ ਹੈ, ਤੁਹਾਨੂੰ ਕਿਹਨੇ ਰੋਕਿਆ? ਅਗਰ ਤੁਹਾਡੇ ਕੋਲ ਸਬੂਤ ਹੈ ਤੇ ਤੁਸੀਂ ਕਾਰਵਾਈ ਕਰੋ, ਤੁਸੀਂ ਬਿਆਨ ਨਾ ਦਿਓ, ਤੁਸੀਂ ਕਾਰਵਾਈ ਕਰੋ। ਕੀ ਸਰਕਾਰ ਕੀ ਪੁਲਿਸ ਤੁਹਾਡੇ ਕਹਿਣੇ 'ਚ ਨਹੀਂ ਹੈਗੀ? ਮਿੱਤਲ ਸਾਹਿਬ ਪਰਮਵੀਰ ਜੀ ਕਹਿ ਰਹੇ ਹੈ ਕਿ ਜੇ ਸਰਕਾਰ ਤੁਹਾਡੀ ਹੈ, ਤੁਹਾਡੇ ਕੋਲ ਸਬੂਤ ਹੈ, ਜੋ ਤੁਸੀਂ ਗੱਲਾਂ ਕਰ ਰਹੇ ਹੋ, ਜੋ ਕਹਿ ਰਹੇ ਹੋ ਉਹਨਾਂ ਤੇ। ਅਮਨਦੀਪ ਜੀ ਦੇਖਿਆ
ਦੇਖਿਆ ਤੁਸੀਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਕਿਵੇਂ ਗੁੰਡਾਗਰਦੀ ਦਾ ਨੰਗਾ ਨਾਚ ਉਰੇ ਹੋ ਰਿਹਾ ਤੇ ਸੀਗਾ। ਗੁੰਡਾਗਰਦੀ ਦਾ ਜਿਹੜਾ ਨਸ਼ਾ 6 ਮਹੀਨਿਆਂ 'ਚ ਹੋ ਰਿਹਾ ਉਹ 70 ਸਾਲ 'ਚ ਨਹੀਂ ਹੋਇਆ। ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਇਹ ਉਹੀ ਪਾਰਟੀ ਹੈ ਜਿਹਨੇ ਸਿਕਿਉਰਿਟੀ ਦਾ ਸਿਰਫ ਗੁੰਗਣਾ ਕਰਾਉਣ ਲਈ ਤੁਸੀਂ ਜਰਨਲਿਸਟ ਪੰਨੂ ਦੇ ਉੱਪਰ ਜਿਹਨੂੰ ਮੀਡੀਆ ਐਡਵਾਈਜ਼ਰ ਲਾਇਆ, ਜਿਹਨੇ ਹਾਈ ਕੋਰਟ ਨੇ ਕਿਹਾ ਵੀ ਕਾਰਵਾਈ ਹੋਣੀ ਚਾਹੀਦੀ ਹੈ, ਤੁਸੀਂ ਕੀ ਕਾਰਵਾਈ ਕੀਤੀ ਹੈ ਉਸ ਬੰਦੇ ਤੇ? ਜੀ ਮੈਂ ਦੱਸ ਰਿਹਾ, ਹੁਣ ਸੁਣ ਲਓ ਇਹ ਉਹੀ ਵਿਕਰਮ ਮਜੀਠੀਆ ਜਿਹੜਾ ਵਿਧਾਨ ਸਭਾ ਦੇ ਅੰਦਰ ਗਾਲੀ ਗਲੋਚ ਸਰ ਮੈਂ ਇੱਕੋ ਗੱਲ ਕਰ ਰਿਹਾ, ਤੁਹਾਡੇ ਕੋਲ ਸਬੂਤ ਹੈ, ਸਰਕਾਰ ਤੁਹਾਡੀ ਹੈ, ਤੁਹਾਨੂੰ ਕਿਹਨੇ ਰੋਕਿਆ? ਤੁਸੀਂ ਕਾਰਵਾਈ ਕਰੋ, ਗੱਲਾਂ ਨਾ ਕਰੋ। ਤੁਹਾਨੂੰ ਗੱਲਾਂ ਕਰਨ ਕਰਕੇ 92 ਐਮਐਲਏ ਨਹੀਂ ਦਿੱਤੇ, ਤੁਹਾਨੂੰ ਲੋਕਾਂ ਨੇ ਇਹ ਸੋਚ ਕੇ ਦਿੱਤਾ ਸੀ ਵੀ ਤੁਸੀਂ ਪੰਜਾਬ ਦੇ ਲੋਕਾਂ ਲਈ ਭਲਾਈ ਦਾ ਕੰਮ ਕਰੋਗੇ। ਜੇ ਤੁਹਾਡੇ ਕੋਲ ਮਿੱਤਲ ਸਾਹਿਬ ਸਬੂਤ ਨੇ, ਕਾਰਵਾਈ ਕਰੋ, ਗੱਲਾਂ ਨਾ ਕਰੋ। ਤੁਹਾਡੇ ਕੋਲ ਸਬੂਤ ਨੇ, ਮੈਂ ਬਾਰ-ਬਾਰ ਕਹਿ ਰਿਹਾ ਕਾਰਵਾਈ ਕਰੋ। ਅਗਰ ਪੁਲਿਸ ਤੁਹਾਡੀ ਨਹੀਂ ਸੁਣਦੀ ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਅਗਰ ਪੁਲਿਸ ਤੁਹਾਡੀ ਨਹੀਂ ਸੁਣਦੀ, ਡੀਜੀਪੀ ਤੁਹਾਡਾ ਨਹੀਂ ਸੁਣਦੀ, ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਹੁਣ ਸੁਣ ਤਾਂ ਲਓ ਨਾ, ਸੁਣਨ ਦਾ ਮਾਦਾ ਰੱਖੋ। ਸਰ ਝੂਠੀਆਂ ਗੱਲਾਂ ਨਾ ਕਰੋ, ਮੈਂ ਇੱਕ ਗੱਲ ਕਹਿ ਰਿਹਾ, ਅਗਰ ਤੁਹਾਡੇ ਕੋਲ ਸਬੂਤ ਹੈ, ਪੁਲਿਸ ਤੁਹਾਡੀ ਹੈ, ਸਰਕਾਰ ਤੁਹਾਡੀ ਹੈ, ਤੁਹਾਨੂੰ ਕਿਹਨੇ ਰੋਕਿਆ ਕਾਰਵਾਈ ਕਰਨ ਤੋਂ? ਸਰ ਸਮਾਂ ਸਾਡੇ ਕੋਲ ਬਹੁਤ ਘੱਟ ਹੈ, ਅਸੀਂ ਉਸੇ ਮੁੱਦੇ ਤੇ ਆਈਏ ਜਿਹੜੇ ਮੁੱਦੇ ਤੋਂ ਅਸੀਂ ਸ਼ੁਰੂਆਤ ਕੀਤੀ ਹੈ, ਜਿਹੜੇ ਮਸਲੇ ਤੇ ਅਸੀਂ ਗੱਲ ਕਰ ਰਹੇ ਹਾਂ। ਇੱਕ ਮਿੰਟ ਲੈਟ ਮੀ ਸਪੀਕ, ਮੈਨੂੰ ਆਪਣੀ ਗੱਲ ਕਰ ਲੈਣ ਦਿਓ। ਮੈਂ ਸਬੂਤਾਂ ਦੀ ਗੱਲ ਕਰ ਰਿਹਾ। ਉਹ ਸਬੂਤ ਸਾਰਿਆਂ ਨੇ ਦੇਖੇ ਨੇ, ਜਦੋਂ ਸਿਕੰਦਰ ਸਿੰਘ ਮਲੂਕਾ ਟੀਚਰਾਂ ਨੂੰ ਬਾਲਾਂ ਤੋਂ ਫੜ ਕੇ ਕੁੱਟਦਾ ਸੀ, ਗਾਲਾਂ ਕੱਢਦਾ ਸੀ, ਠੀਕ ਆ। ਉਹ ਸਬੂਤ ਸਾਰਿਆਂ ਨੇ ਦੇਖੀ ਹੈ ਵੀਡੀਓ, ਜਦੋਂ ਵਿਕਰਮ ਮਜੀਠੀਆ ਸਰ ਜਿਹੜਾ ਅਸਿਸਟੈਂਟ ਪ੍ਰੋਫੈਸਰਾਂ ਨੂੰ 3 ਦਿਨ ਪਹਿਲਾਂ ਕੁੱਟਿਆ ਗਿਆ ਮੀਤ ਹੇਅਰ ਦੇ ਘਰ ਦੇ ਬਾਹਰ, ਉਹ ਵੀ ਸਾਰਿਆਂ ਨੇ ਦੇਖਿਆ। ਜਿਹੜੀਆਂ ਟੈਂਕੀ ਤੇ ਚੜੀਆਂ ਭੈਣਾਂ ਸੀ, ਕੇਜਰੀਵਾਲ ਨੇ ਕਿਹਾ ਸੀ ਇਹ ਮੇਰੀਆਂ ਛੋਟੀਆਂ ਭੈਣਾਂ, ਉਹਨਾਂ ਨੂੰ ਚੁੰਨੀ ਤੋਂ ਖਿੱਚ ਕੇ ਕਿਵੇਂ ਮੱਥਾ ਸੁੱਟੇ ਜਾ ਰਹੇ, ਇਹ ਵੀ ਪੰਜਾਬ ਦੇ ਲੋਕ ਦੇਖ ਰਹੇ ਨੇ। ਅੱਜ ਸਾਨੂੰ ਸਿੱਖਿਆ ਨਾ ਦਿਵੋ, ਅੱਜ ਸਾਨੂੰ ਨਾ ਸਿੱਖਿਆ ਦਿਵੋ, ਅੱਜ ਸਾਨੂੰ ਸਿੱਖਿਆ ਨਾ ਦਿਵੋ, ਅੱਜ ਸਾਨੂੰ ਨਾ ਸਿੱਖਿਆ ਦਿਵੋ, ਅੱਜ ਸਾਨੂੰ ਨਾ ਸਿੱਖਿਆ ਦਿਵੋ। ਕਿਵੇਂ ਵਿਧਾਨ ਸਭਾ 'ਚ ਵਿਕਰਮ ਮਜੀਠੀਆ ਗਾਲਾਂ ਕੱਢਦਾ ਸੀ, ਉਹ ਭੁੱਲ ਗਏ? ਉਹ ਭੁੱਲ ਗਏ ਤੁਸੀਂ? ਮਿੱਤਲ ਸਾਹਿਬ ਜਿਹੜੀ ਗੱਲ ਹੈ ਜੋ ਔਰਬਿਟ ਦੀਆਂ ਬੱਸਾਂ, ਅਮਨਦੀਪ ਸਿੰਘ ਜੀ, ਐਸੇ ਪੰਜਾਬ ਦੀ ਧਰਤੀ ਦੇ ਉੱਪਰ ਔਰਬਿਟ ਦੀਆਂ ਬੱਸਾਂ ਕਿਵੇਂ ਮੌਤ ਦਾ ਤਾਂਡਵ ਕਰਦੀਆਂ ਸੀ, ਲੋਕਾਂ ਦੀਆਂ ਕੁੜੀਆਂ ਨੂੰ ਦਰੜਿਆ ਜਾਂਦਾ ਸੀ ਔਰ ਉਹਨਾਂ ਦੇ ਪੈਸੇ ਦੇ ਕੇ ਮੂੰਹ ਬੰਦ ਕਰਾਇਆ ਜਾਂਦਾ ਸੀ ਔਰ ਕੇਸ ਵੀ ਦਰਜ ਨਹੀਂ ਕੀਤੇ ਗਏ ਔਰਬਿਟ ਦੀਆਂ ਬੱਸਾਂ ਦੇ ਉੱਪਰ। ਕੀ ਭੁੱਲ ਗਿਆ ਗੁੰਡਾਗਰਦੀ? ਮਿੱਤਲ ਸਾਹਿਬ ਇੱਕ ਰੈਪੀਟੇਟਿਵਲੀ ਇੱਕ ਸਵਾਲ ਪਰਮਵੀਰ ਜੀ ਜਿਹੜਾ ਕਰ ਰਹੇ ਸੀਗੇ ਹੁਣ ਤੱਕ, ਉਹ ਇਹੀ ਕਹਿ ਰਹੇ ਆ ਕਿ ਜਦੋਂ ਤੁਹਾਡੇ ਕੋਲੇ ਸਾਰੀਆਂ ਗੱਲਾਂ ਦੇ ਸਬੂਤ ਹੈਗੇ ਆ, ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਹੈਗੀਆਂ, ਸਰਕਾਰ ਤੁਹਾਡੀ ਹੈਗੀ ਹੈ, ਤੇ ਤੁਸੀਂ ਕਾਰਵਾਈ ਕਦੋਂ ਤੱਕ ਕਰੋਗੇ? ਅਮਨਦੀਪ ਜੀ ਮੈਂ ਤੁਹਾਨੂੰ ਪੁੱਛਦਾ, ਛੱਡ ਦਿਓ ਅਕਾਲੀ ਦਲ ਨੂੰ, ਛੱਡ ਦਿਓ ਬੀਜੇਪੀ ਨੂੰ, ਮੈਂ ਤੁਹਾਨੂੰ ਪੁੱਛਦਾ, ਤੁਹਾਨੂੰ ਵੀ ਜਰਨਲਿਜ਼ਮ ਕਰਦੇ ਹੋਏ ਲੰਬਾ ਟਾਈਮ ਹੋ ਗਿਆ ਹੋਣਾ, ਮੈਨੂੰ ਨਹੀਂ ਪਤਾ ਕਦੋਂ ਤੋਂ ਕਰ ਰਹੇ ਹੋ। ਕੀ ਤੁਸੀਂ ਵਿਕਰਮ ਮਜੀਠੀਆ ਦੀ ਵੀਡੀਓ ਦੇਖੀ ਨਹੀਂ ਜਿਹੜੀ ਵਿਧਾਨ ਸਭਾ 'ਚ ਗਾਲ ਕੱਢੀ? ਕੀ ਤੁਸੀਂ ਸਿਕੰਦਰ ਮਲੂਕਾ ਦੀ ਵੀਡੀਓ ਦੇਖੀ ਨਹੀਂ? ਸਰ ਸਵਾਲ ਇਹੀ ਹੈ ਕਿ ਜਦੋਂ ਸਾਡੇ ਕੋਲ ਸਬੂਤ ਹੈ, ਸਾਡੇ ਸਾਹਮਣੇ ਸਬੂਤ ਹੈ। ਨਹੀਂ ਉਹ ਹੁਣ ਸਰਕਾਰ ਸੀ ਚਲੀ ਗਈ, ਵਿਧਾਨ ਸਭਾ ਦੇ ਵਿੱਚ ਗਾਲੀ ਗਲੋਚ ਕੀਤਾ ਤੇ ਵਿਧਾਨ ਸਭਾ ਦੇ ਵਿੱਚ ਕੀ ਕਾਰਵਾਈ ਹੋਣੀ ਆ? ਵਿਧਾਨ ਸਭਾ ਦੇ ਸੈਸ਼ਨ ਦੇ ਪ੍ਰਿਵਿਲੇਜ ਨੇ ਜੀ, ਵਿਧਾਨ ਸਭਾ ਦੇ ਸੈਸ਼ਨ ਦੇ ਪ੍ਰਿਵਿਲੇਜ ਹੁੰਦੇ ਆ, ਪਰ ਉਹ ਵੀਡੀਓ ਸੱਚਾਈ ਆ, ਉਹ ਵੀਡੀਓ ਸੱਚ ਹੈ ਕਿ ਪਾਵਰ ਦਾ ਨਸ਼ਾ ਕਿਵੇਂ ਬੋਲਦਾ ਸੀ ਸਿਰ ਚੜ ਕੇ। ਉਹ ਪਾਵਰ ਦਾ ਨਸ਼ਾ ਇਹਨੂੰ ਕਹਿੰਦੇ ਆ। ਸਰ ਜੇ ਉਹਨਾਂ ਨੂੰ ਪਾਵਰ ਦਾ ਨਸ਼ਾ ਸੀਗਾ ਤਾਂ ਆਪਾਂ ਇੱਕ ਗੱਲ ਉਹ ਵੀ ਕਰਦੇ ਆ ਕਿ ਉਹਨਾਂ ਨੂੰ ਸਜ਼ਾ ਵੀ ਮਿਲੀ ਹੈ, ਪੰਜਾਬ ਨੇ ਰਲ ਕੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਤੇ ਹੁਣ ਜਿਹੜੇ ਮਸਲੇ ਤੇ ਆਪਾਂ ਗੱਲ ਕਰ ਰਹੇ ਹਾਂ, ਪਾਠ ਪੜਾਣਾ ਸਾਨੂੰ ਉਹਨਾਂ ਨੇ ਪਾਠ ਪੜਾਣਾ। ਜੀ ਬਿਲਕੁਲ ਸਾਡਾ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫੇਰ ਵੀ ਇਹਨਾਂ ਲੀਡਰ ਕਰਦੇ ਰਹੇ ਨੇ। ਆਖਰੀ ਸਵਾਲ ਅਮਿਤ ਅਰੋੜਾ ਜੀ ਪੁੱਛਣਾ ਚਾਹ ਰਹੇ हैं, ਕਾਫੀ ਲੰਬੇ ਸਮੇਂ ਤੋਂ ਅਮਿਤ ਅਰੋੜਾ ਜੀ ਪੁੱਛਣਾ ਚਾਹ ਰਹੇ हैं। ਅਮਿਤ ਜੀ ਜਲਦੀ ਇੱਕ ਸਵਾਲ ਪੁੱਛ ਲਓ ਜੀ। ਅਮਨਦੀਪ ਜੀ ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਪੁੱਛਣਾ ਚਾਹੁੰਦਾ ਜੀ ਕਿ ਜੇ ਤੁਸੀਂ ਲਾਅ ਐਂਡ ਆਰਡਰ ਦੀ ਕਹਿ ਰਹੇ ਹੋ ਕਿ ਠੀਕ ਹੈ ਪੰਜਾਬ ਦੇ ਵਿੱਚ, ਤੇ ਅੱਜ ਦੀ ਖਬਰ ਪੜ੍ਹ ਲਓ, ਫਤਿਹ ਨਾਮ ਦਾ ਇੱਕ ਗੈਂਗਸਟਰ ਹੈ, ਜੇਲ੍ਹ ਦੇ ਵਿੱਚ ਬੈਠਾ। ਕੱਲ ਉਹਦੇ ਸਮਰਥਕਾਂ ਨੇ ਉਹਦਾ ਕੇਕ ਕੱਟਿਆ ਤੇ ਵੀਡੀਓ ਤੇ ਉਹਦੇ ਨਾਲ ਗੱਲ ਕੀਤੀ ਹੈ ਜੇਲ੍ਹ ਦੇ ਵਿੱਚ ਬੈਠੇ ਦੀ। ਤੁਸੀਂ ਦੱਸੋ ਕਿ ਉਹਦੇ ਕੋਲ ਜੇਲ੍ਹ ਦੇ ਵਿੱਚ ਬੈਠੇ ਦੇ ਮੋਬਾਈਲ ਫੋਨ ਕਿੱਦਾਂ ਆ ਗਿਆ ਉਹਦੇ ਕੋਲ? ਗੱਲ ਇਹ ਹੈ ਕਿ ਬੜੀ ਸ਼ਰਮਨਾਕ ਗੱਲ ਹੈ। ਇਹ ਐਡਾ ਵੱਡਾ ਗੈਂਗਸਟਰ ਜੇਲ੍ਹ ਦੇ ਵਿੱਚ ਬੈਠਾ। ਮੈਂ ਮੌਜੂਦਾ ਸਰਕਾਰ ਦੀ ਗੱਲ ਕਰ ਰਿਹਾ, ਇਹ ਤਾਂ ਪੁਰਾਣੀਆਂ ਸਰਕਾਰਾਂ ਵੱਲ ਤੁਰ ਪੈਂਦੇ ਆ ਆਮ ਆਦਮੀ ਪਾਰਟੀ ਵਾਲੇ। ਮੈਂ ਮੌਜੂਦਾ ਸਰਕਾਰ ਦੀ ਕੱਲ ਦੀ ਗੱਲ ਕਰ ਰਿਹਾ ਜੀ। ਮਿੱਤਲ ਸਾਹਿਬ ਬੜਾ ਵੱਡਾ ਸਵਾਲ ਹੈ, ਪੰਜਾਬ ਦੇ ਵਿੱਚ ਜਿਹੜੇ ਵੀ ਗੈਂਗਸਟਰਸ ਹੈਗੇ ਆ ਜਾਂ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਹੋਈ ਹੈ, ਇਹ ਕਿਉਂ ਨਹੀਂ ਸੁਧਰ ਪਾ ਰਹੀ? ਨਹੀਂ ਦੇਖੋ ਗੱਲ ਇਹ ਹੈ, ਮੇਰੀ ਗੱਲ ਬਿਲਕੁਲ ਕੰਟਰੋਲ ਦੇ ਵਿੱਚ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕੰਟਰੋਲ ਹੋਏਗੀ। ਸਰਕਾਰ ਲੱਗੀ ਹੋਈ ਹੈ, ਸਰਕਾਰ ਸੰਜੀਦਾ ਹੈਗੀ ਇਸ ਮਾਮਲੇ ਤੇ। ਸੀਐਮ ਸਾਹਿਬ ਪਲ ਦੀ ਰਿਪੋਰਟ ਲੈਂਦੇ ਨੇ, ਪਲ ਦੀ ਮੋਨੀਟਰਿੰਗ ਹੋ ਰਹੀ ਆ। ਇਹ ਮੈਂ ਤਾਂ ਉਹੀ ਗੱਲ ਕਹਿ ਰਿਹਾ ਕਿ ਵਿਗਾੜਿਆ ਕਿਹਨੇ? ਇਹਨਾਂ ਲੋਕਾਂ ਨੇ ਤਾਂ ਵਿਗਾੜਿਆ, ਇਹਨਾਂ ਲੋਕਾਂ ਦੀ ਪੈਦਾਇਸ਼ ਨੇ। ਕੌਣ ਅੱਜ ਤੱਕ ਸ਼ੈਲਟਰ ਕਰਦਾ ਸੀ? ਅੱਜ ਉਹਨੇ ਪੀਏ ਬਲਵੰਤ ਸਿੰਘ ਰਾਮੂਵਾਲੀਆ ਦਾ ਵੀ ਨਾਮ ਆਇਆ, ਉਹਨੇ ਪੀਏ ਨੇ ਇਲਜ਼ਾਮ ਲਾਏ ਨੇ। ਤੇ ਇਹ ਲੀਡਰ ਕੌਣ ਨੇ ਰਵਾਇਤੀ ਪਾਰਟੀਆਂ ਦੇ ਜਿਹੜੇ ਗੈਂਗਸਟਰਾਂ ਨੂੰ ਪਨਾਹ ਦਿੰਦੇ ਨੇ? ਜਿਹੜੇ ਇਹਨਾਂ ਦੇ ਕੁਸ਼ਲਦੀਪ ਢਿੱਲੋਂ ਸੀ, ਜਿਹੜੇ ਰਾਜੂ ਭਈਆ ਨਾਲ ਫੋਟੋਆਂ ਆਈਆਂ ਵਿਧਾਨ ਸਭਾ ਦੇ ਵਿੱਚ, ਅਕਾਲੀ ਦਲ ਨੇ ਪੇਸ਼ ਕੀਤੀਆਂ। ਅਕਾਲੀ ਦਲ ਦੇ ਪਰਮਵੀਰ ਸਿੰਘ ਕਹਿੰਦੇ ਨੇ ਕਿ ਨਹੀਂ ਪੇਸ਼ ਕੀਤੀਆਂ। ਇਹਨਾਂ ਦੇ ਮਜੀਠੀਆ ਸਾਹਿਬ ਨੇ ਕਿਹਾ
ਕਿ ਹਾਂਜੀ ਆਹ ਕੁਸ਼ਲਦੀਪ ਢਿੱਲੋਂ ਦੀਆਂ ਫੋਟੋਆਂ ਜਿਹੜੀਆਂ ਹੈਗੀਆਂ ਨੇ ਰਾਜੂ ਭਈਆ ਨਾਲ ਨੇ, ਗੈਂਗਸਟਰ ਨਾਲ, ਤੇ ਜੀ। ਮੁਖਤਾਰ ਅੰਸਾਰੀ ਜੀ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ, ਰੋਪੜ ਦੀ ਜੇਲ੍ਹ ਦੇ ਵਿੱਚ ਰਹਿੰਦੇ ਰਹੇ। ਸੋ ਇਹ ਲੋਕਾਂ ਦੀ ਪੈਦਾਇਸ਼ ਹੈ, ਲੋਕ ਸ਼ੈਲਟਰ ਕਰਦੇ ਆ, ਉਹਨਾਂ ਤੇ ਇਨਵੈਸਟ ਕਰਦੇ ਆ, ਉਹਨਾਂ ਨੂੰ ਫਿਰ ਯੂਜ਼ ਕਰਦੇ ਆ ਸਾਡੇ ਨੌਜਵਾਨਾਂ ਨੂੰ, ਫਿਰ ਉਹਨਾਂ ਦਾ ਮਰਡਰ ਕਰਵਾਉਂਦੇ ਆ। ਤੇ ਸਰਕਾਰ ਜਿਹੜੀ ਹੈਗੀ ਮੌਜੂਦਾ ਸਰਕਾਰ ਬੜੀ ਸੰਜੀਦਾ ਹੈਗੀ ਆ, ਉਹਨਾਂ ਨੂੰ ਇਸ ਜੰਜਾਲ ਤੋਂ ਵਿੱਚੋਂ ਕੱਢਣ ਤੇ ਲੱਗੀ ਹੋਈ ਆ। ਲਾਅ ਐਂਡ ਆਰਡਰ ਦੀ ਸਥਿਤੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਟਰੋਲ ਹੋਏਗੀ, ਸਾਰਾ ਕੁਝ ਤੁਸੀਂ ਦੇਖੋਗੇ। ਸਰਕਾਰ ਨੂੰ ਥੋੜਾ ਜਿਹਾ ਸਮਾਂ ਚਾਹੀਦਾ ਅਤੇ ਥੋੜਾ ਜਿਹਾ ਸਮਾਂ ਤੁਸੀਂ ਵੀ ਦਿਓ ਤੇ ਪੰਜਾਬ ਦੀ ਜਨਤਾ ਵੀ ਦੇ ਰਹੀ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਾਰਥਕ ਜਿਹੜੇ ਨਤੀਜੇ ਉਹ ਜ਼ਰੂਰ ਨਿਕਲਣਗੇ। ਜੀ ਸ਼ੁਕਰੀਆ ਜੀ। ਇਸ ਤਰ੍ਹਾਂ ਦੇ ਹੋਰ ਮਸਲਿਆਂ ਤੇ ਵੀ ਅਸੀਂ ਗੱਲਬਾਤ ਕਰਾਂਗੇ। ਇੱਕ ਕੁਐਸਚਨ, ਵਜਿੰਦਰ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਤੇ ਕਦੋਂ ਐਕਸ਼ਨ ਲੈ ਰਹੀ ਆਮ ਆਦਮੀ ਪਾਰਟੀ, ਇਹ ਦੱਸ ਦੇਣ। ਇਹ ਉਹ ਤਾਂ ਇਹਨਾਂ ਦੇ ਆਪ ਦੇ ਬੰਦੇ ਨੇ ਨਾ, ਉਹ ਤਾਂ ਕਿਸੇ ਨੇ ਨਹੀਂ ਲਿਆ ਕੇ ਖੜੇ ਕੀਤੇ। ਵਜਿੰਦਰ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਦੇ ਉੱਪਰ ਆਮ ਆਦਮੀ ਪਾਰਟੀ ਕਦੋਂ ਐਕਸ਼ਨ ਲੈ ਰਹੀ ਹੈ? ਜੀ ਮਿੱਤਲ ਸਾਹਿਬ, ਇੱਕ ਸਵਾਲ ਜਿਹੜਾ ਆਖਰੀ ਸਵਾਲ ਪੁੱਛਿਆ ਗਿਆ ਉਹ ਹੈ ਕਿ ਦੇਖੋ ਗੱਲ ਇਹ ਆ, ਅਸੀਂ ਸਾਡੇ ਕੋਲ ਜਦੋਂ ਸਬੂਤ ਆ ਗਏ, ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ, ਐਕਸ਼ਨ ਵੀ ਆ ਸਰ ਜਾਊਗਾ। ਸੀਐਮ ਸਾਹਿਬ ਨੇ ਆਪ ਕਿਹਾ ਵੀ ਮੇਰੇ ਕੋਲ ਆਡੀਓ ਹੈ ਤੇ ਮੈਂ ਉਹਨਾਂ ਨੂੰ ਕਰ ਰਿਹਾ। ਉਤਾਵਲੇ ਕਿਉਂ ਹੋ ਰਹੇ ਹੋ? ਕਿਤੇ ਜਾਣਾ ਤੁਸੀਂ ਜਾਣਾ ਕਿਤੇ? ਸਰ ਅਸੀਂ ਤਾਂ ਨਹੀਂ ਜਾਣਾ, ਪਰ ਜੋ ਤੁਸੀਂ ਕਰ ਰਹੇ ਹੋ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਲਦੀ ਤੋੜ ਦੇਣਾ। ਤੁਸੀਂ ਉਤਾਵਲੇ ਬਹੁਤ ਹੋ, ਤੁਸੀਂ ਉਤਾਵਲੇ ਬਹੁਤ ਹੋ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਤੁਸੀਂ ਸਭ ਕੁਝ ਪੰਜਾਬ ਕਰਨਾ ਸੀ। ਦੇ ਹੋਰ ਮਸਲਿਆਂ ਤੇ ਵੀ ਗੱਲਬਾਤ ਕਰਾਂਗੇ, ਇਹਨਾਂ ਮਸਲਿਆਂ ਤੇ ਦੁਬਾਰਾ ਵੀ ਜੁੜਦੇ ਰਵਾਂਗੇ। ਅਰੋੜਾ ਜੀ ਸਮਾਂ ਸਾਨੂੰ ਬਹੁਤ ਘੱਟ ਹੈ ਸਾਡੇ ਕੋਲ ਪਰਮਾਨੈਂਟ ਕੱਢਾਂਗੇ, ਜੀ। ਸੁੱਚਾ ਸਿੰਘ ਲਗਾਮ ਨੂੰ ਇਹਨਾਂ ਮਸਲਿਆਂ ਤੇ ਅਸੀਂ ਗੱਲਬਾਤ ਕਰਦੇ ਰਵਾਂਗੇ ਤੇ ਪੰਜਾਬ ਦੇ ਹੋਰ ਵੀ ਮਸਲਿਆਂ ਤੇ ਜਿਹੜੇ ਜ਼ਰੂਰੀ ਮਸਲੇ ਨੇ ਉਹਨਾਂ ਤੇ ਵੀ ਗੱਲਬਾਤ ਕਰਦੇ ਰਵਾਂਗੇ। ਪੰਜਾਬ ਦੇ ਲੋਕਾਂ ਦੀ ਗੱਲ ਚੱਕਦੇ ਰਵਾਂਗੇ, ਦੇਖਾਂਗੇ ਕੱਲ ਦੇ ਸੈਸ਼ਨ ਦੇ ਵਿੱਚ ਕੀ ਨਿਕਲਦਾ, ਕੀ ਨਤੀਜਾ ਹੁੰਦਾ ਹੈ ਤੇ ਕਿਹੜੀ ਲੋਕ ਪੱਖੀ ਗੱਲ ਹੁੰਦੀ ਹੈ, ਕਿਹੜੇ ਲੋਕ ਪੱਖੀ ਫੈਸਲੇ ਲਏ ਜਾਂਦੇ ਆ। ਇਸੇ ਤਰ੍ਹਾਂ ਜਾਣਦੇ ਰਵਾਂਗੇ ਪੰਜਾਬ ਦਾ ਹਾਲ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।